ਸ਼ੇਰੇ ਪੰਜਾਬ 600 AM ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਹੈ ਸ਼ੁੱਕਰਵਾਰ ਤੁਹਾਨੂੰ ਇੰਤਜ਼ਾਰ ਹੁੰਦਾ ਕਿ ਕੋਈ ਹਲਕੀ ਫੁਲਕੀ ਗੱਲਬਾਤ ਕੀਤੀ ਜਾਵੇ, ਜਾਂ ਕਲਾ ਦੇ ਖੇਤਰ ਦੀ ਹੋਵੇ ਜਾਂ ਫਿਰ ਸਾਹਿਤ ਦੇ ਖੇਤਰ ਦੀ ਗੱਲ ਕਰਦੇ ਹਾਂ। ਅੱਜ ਇੱਕ ਵਾਰੀ ਫਿਰ ਮੈਂ ਆਪਣੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੇ ਮਹਿਮਾਨ ਸ਼ਾਮਿਲ ਕੀਤੇ ਨੇ ਜਿਹੜੇ ਮੈਂ ਕਹਿ ਸਕਦੀ ਹਾਂ ਕਿ ਸਾਹਿਤਕਾਰ ਨੇ, ਖਾਸ ਕਰਕੇ ਗਜ਼ਲ ਲਿਖਦੇ ਨੇ। ਗਜ਼ਲ ਦੇ ਇਹ ਮਾਹਿਰ ਨੇ। ਇਹਨਾਂ ਦੀਆਂ ਗਜ਼ਲ ਦੀਆਂ ਕਿਤਾਬਾਂ ਆ ਚੁੱਕੀਆਂ ਨੇ। ਇੱਕ ਨਾਵਲ ਲਿਖਿਆ, ਪਤਾ ਲੱਗਾ ਕਿ ਇੱਕ ਹੋਰ ਨਾਵਲ ਇਹਨਾਂ ਦਾ ਲਿਖਿਆ ਪਿਆ, ਛਪਣ ਲਈ ਬਿਲਕੁਲ ਤਿਆਰ ਹੈ। ਮੈਂ ਦੱਸਦੀ ਹਾਂ ਕਿ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਗਜ਼ਲਾਂ ਦੀ ਇੱਕ ਨਵੀਂ ਕਿਤਾਬ ਆਈ ਸੀ, ਟੁੱਟੇ ਸਿਤਾਰੇ ਚੁਗਦਿਆਂ। ਰਾਜਵੰਤ ਰਾਜ ਇਹਨਾਂ ਦਾ ਨਾਮ ਹੈ। ਅੱਜ ਬਹੁਤ ਮੈਨੂੰ ਚੰਗਾ ਲੱਗ ਰਿਹਾ ਕਿ ਰਾਜਵੰਤ ਰਾਜ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ। ਸੋ ਇਹਨਾਂ ਦੇ ਨਾਲ ਇਹਨਾਂ ਦੀ ਸ਼ਾਇਰੀ ਬਾਰੇ ਗੱਲਾਂ ਬਾਤਾਂ ਹੋਣਗੀਆਂ। ਜਿਹੜਾ ਨਾਵਲ ਆਇਆ ਸੀ ਇਹਨਾਂ ਦਾ ਪਿਉਂਦ, ਇੱਥੇ ਕੈਨੇਡਾ ਦੀ ਧਰਤੀ ਉੱਤੇ ਕੈਨੇਡਾ ਦੀ ਹੀ ਜ਼ਿੰਦਗੀ ਬਾਰੇ ਲਿਖਿਆ ਗਿਆ। ਬਹੁਤ ਸਾਰੇ ਪੱਖ ਉਹਦੇ 'ਚ ਸਾਹਮਣੇ ਆਏ। ਮੈਨੂੰ ਵੀ ਮੌਕਾ ਮਿਲਿਆ ਇਸ ਨਾਵਲ ਨੂੰ ਪੜ੍ਹਨ ਦਾ। ਸ਼ਾਇਰੀ ਵੀ ਇਹਨਾਂ ਦੀ ਗਾਹੇ ਵਗਾਹੇ ਮੈਂ ਸੁਣਦੀ ਰਹਿੰਦੀ ਹਾਂ। ਫੇਸਬੁੱਕ 'ਤੇ ਜਿਹੜੇ ਲੋਕ ਹੈਗੇ ਨੇ, ਰੀਸੈਂਟਲੀ ਵੀ ਉਹਨਾਂ ਨੇ ਕਈ ਜਿਹੜੇ ਮੁਸ਼ਾਇਰੇ ਨੇ ਔਨਲਾਈਨ, ਉਹਨਾਂ ਦੇ ਵਿੱਚ ਸ਼ਾਮਿਲ ਹੋਏ। ਰਾਜਵੰਤ ਰਾਜ ਹੁਣੀ, ਇਹਨਾਂ ਨੂੰ ਸੁਣਨ ਦਾ ਜਿਹੜਾ ਉਹ ਵੱਖਰਾ ਹੀ ਮਜ਼ਾ ਹੈ। ਅੱਜ ਗੱਲਾਂ ਵੀ ਕਰਾਂਗੇ ਅਤੇ ਕੁਝ ਇਹਨਾਂ ਦੇ ਕੋਲੋਂ ਇਹਨਾਂ ਦੀ ਸ਼ਾਇਰੀ ਵੀ ਸੁਣਾਂਗੇ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਰਾਜਵੰਤ ਰਾਜ ਜੀ। ਜੀ ਆਇਆਂ ਨੂੰ। ਸ਼ੁਕਰੀਆ ਨਵਜੋਤ ਜੀ, ਆਪਣੇ ਸਰੋਤਿਆਂ ਦੇ ਰੂਬਰੂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਲੇਟ ਹੋ ਗਈ ਹਾਂ, ਭਾਵੇਂ ਮੈਂ ਇੱਕ ਵਾਰੀ ਫਿਰ ਤੁਹਾਨੂੰ ਮੁਬਾਰਕਬਾਦ ਦਿੰਦੀ ਹਾਂ ਤੁਹਾਡੀ ਟੁੱਟੇ ਸਿਤਾਰੇ ਚੁਗਦਿਆਂ ਕਿਤਾਬ ਦੇ ਲਈ। ਬਹੁਤ ਸ਼ੁਕਰੀਆ ਨਵਜੋਤ ਜੀ। ਇਹ ਮੈਂ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦੀ ਕਿ ਵੀ ਬਹੁਤ ਜਲਦੀ ਇਹ ਮੈਂ ਕਿਤਾਬ ਪੜ੍ਹ ਲਈ। ਬੇਸ਼ੱਕ ਪੋਇਟਰੀ ਦੀ ਕਿਤਾਬ ਛੇਤੀ ਖਤਮ ਹੋ ਜਾਂਦੀ ਹੈ, ਪਰ ਜਿਹੜੀ ਗਜ਼ਲ ਹੈ ਉਹਨੂੰ ਸਮਝਣਾ, ਉਹਨੂੰ ਹਜ਼ਮ ਕਰਨਾ, ਇਹ ਆਪਣੇ ਆਪ ਦੇ ਵਿੱਚ ਔਖਾ ਕੰਮ ਹੁੰਦਾ ਹੈ। ਪਰ ਸਭ ਤੋਂ ਜ਼ਿਆਦਾ ਔਖਾ ਕੰਮ ਹੋਣ ਦੇ ਨਾਲ ਨਾਲ ਮੈਨੂੰ ਨਾਲ ਹੈਰਾਨਗੀ ਵੀ ਹੁੰਦੀ ਰਹਿੰਦੀ ਹੈ, ਕਿਉਂਕਿ ਗਜ਼ਲ ਕਵਿਤਾ ਨਾਲੋਂ ਰਾਜਵੰਤ ਜੀ ਬਿਲਕੁਲ ਵੱਖਰੀ ਇੱਕ ਵਿਧਾ ਹੈਗੀ ਹੈ। ਜੀ ਬਿਲਕੁਲ। ਤੁਸੀਂ ਗਜ਼ਲ ਕਦੋਂ ਲਿਖਣੀ ਸ਼ੁਰੂ ਕੀਤੀ? ਮੈਂ ਗਜ਼ਲ 2013 ਦੇ ਵਿੱਚ 13-14 'ਚ ਇੱਥੇ ਸ਼ੁਰੂ ਕੀਤੀ ਸੀਗੀ। ਗਜ਼ਲ ਤਾਂ ਪਹਿਲੋਂ ਗਜ਼ਲ ਬਾਰੇ ਪਤਾ ਨਹੀਂ ਸੀ ਕਿ ਇਹ ਕੋਈ ਕਿਸੇ ਸਪੈਸ਼ਲ ਮੈਕੈਨਿਜ਼ਮ ਦੇ ਅਧੀਨ ਹੋ ਕੇ ਲਿਖੀ ਜਾਂਦੀ ਆ। ਅੱਛਾ। ਆਪਾਂ ਜਦੋਂ ਆਮ ਪਾਠਕ ਦੇ ਤੌਰ 'ਤੇ ਕਿਤੇ ਗਜ਼ਲ ਪੜ੍ਹਦੇ ਹਾਂ ਅਤੇ ਆਪਾਂ ਨੂੰ ਇੱਕ ਜੋ ਨਜ਼ਰ ਆ ਰਿਹਾ ਹੁੰਦਾ ਉਹ ਸਿਰਫ ਇਹੀ ਹੁੰਦਾ ਕਿ ਪਹਿਲੀਆਂ 2 ਲਾਈਨਾਂ ਦਾ ਤੁਕਾਂਤ ਮਿਲਦਾ ਅਤੇ ਅਗਲੀਆਂ 2 ਲਾਈਨਾਂ 'ਚੋਂ ਹੇਠਲੀ ਲਾਈਨ ਦਾ ਜਿਹੜਾ ਤੁਕਾਂਤ ਆ ਉਹ ਉੱਪਰਲੀਆਂ 2 ਲਾਈਨਾਂ ਵਾਲੇ ਤੁਕਾਂਤ ਨਾਲ ਮਿਲਦਾ ਜਾਂਦਾ। ਸੋ ਤੁਹਾਨੂੰ ਇਹ ਪਤਾ ਸੀ? ਇਹ ਇੰਨਾ ਕਿਤੇ ਪਤਾ ਸੀ, ਔਰ ਆਮ ਲੇਖਕ ਸਮਝ ਜਾਂਦਾ, ਆਮ ਪਾਠਕ ਵੀ ਸਮਝ ਜਾਂਦਾ ਕਿ ਇਹ ਗਜ਼ਲ ਦਾ ਬਾਹਰੀ ਰੂਪ ਹੁੰਦਾ ਜਾਂ ਇਹੋ ਹੀ ਰੂਪ ਉਹਨੂੰ ਪਤਾ ਹੁੰਦਾ। ਅਤੇ ਉਹੋ ਹੀ ਰੂਪ ਮੱਦੇ-ਨਜ਼ਰ ਰੱਖ ਕੇ ਮੈਂ ਗਜ਼ਲ ਲਿਖਣੀ ਸ਼ੁਰੂ ਕਰ ਦਿੱਤੀ ਸੀਗੀ। ਅਤੇ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਾ ਕਿ ਨਹੀਂ, ਇਹਦੇ ਵਿੱਚ ਹੋਰ ਵੀ ਕੁਛ ਹੁੰਦਾ ਆ, ਬਹਿਰਾਂ ਹੁੰਦੀਆਂ ਆ, ਸ਼ਬਦਾਂ ਦੇ ਵਜ਼ਨ ਦੇਖਣੇ ਪੈਂਦੇ ਆ। ਅਤੇ ਉਹ ਮੈਨੂੰ ਬਾਅਦ 'ਚ ਜਾ ਕੇ ਪਤਾ ਲੱਗਾ। ਪਹਿਲੋਂ 150 ਗਜ਼ਲਾਂ ਉੱਦਾਂ ਹੀ ਲਿਖ ਲਈਆਂ ਸੀਗੀਆਂ ਅਤੇ ਫਿਰ ਉਹ ਸਾਰੀਆਂ ਗਾਰਬੇਜ ਕਰਕੇ ਅਤੇ ਫਿਰ ਨਵੇਂ ਸਿਰਿਓਂ ਜਦੋਂ ਪਤਾ ਲੱਗਾ ਮੈਕੈਨਿਜ਼ਮ ਦਾ, ਫਿਰ ਨਵੇਂ ਸਿਰਿਓਂ ਲਿਖਣੀਆਂ ਸ਼ੁਰੂ ਕੀਤੀਆਂ। ਰਾਜਵੰਤ ਰਾਜ ਉਹਨਾਂ ਦੀ ਗਜ਼ਲ ਹੈ ਇੱਕ, ਕਹਿੰਦੇ ਨਜ਼ਾਰਾ ਹੀ ਸੀ ਕੁਝ ਐਸਾ ਕਿ ਸਾਰੇ ਦੇਖਦੇ ਰਹਿ ਗਏ, ਮੈਂ ਮੱਥਾ ਚੁੰਮਿਆ ਚੰਨ ਦਾ, ਸਿਤਾਰੇ ਦੇਖਦੇ ਰਹਿ ਗਏ, ਮੈਂ ਹੋ ਕੇ ਮੋਮ ਦਾ ਬੁੱਤ ਵੀ ਕਲਾਵੇ ਭਰ ਲਿਆ ਅੱਗ ਨੂੰ। ਬਹੁਤ ਖੂਬਸੂਰਤ ਲਾਈਨਾਂ ਲੱਗੀਆਂ ਮੈਨੂੰ ਇਹ। ਮੈਂ ਹੋ ਕੇ ਮੋਮ ਦਾ ਬੁੱਤ ਵੀ ਕਲਾਵੇ ਭਰ ਲਿਆ ਅੱਗ ਨੂੰ, ਮੇਰੇ ਚੋਂ ਲਾਟ ਜਦ ਗੁਜ਼ਰੀ ਅੰਗਾਰੇ ਦੇਖਦੇ ਰਹਿ ਗਏ, ਅਚਾਨਕ ਝੂਟਦਾ ਹੋਇਆ ਕੋਈ ਪੌਣਾ 'ਚ ਜਾ ਰਲਿਆ, ਅਸੀਂ ਬਸ ਪੀਂਘ ਦੇ ਖਾਲੀ ਹੁਲਾਰੇ ਦੇਖਦੇ ਰਹਿ ਗਏ। ਕੁਝ ਹੋਰ ਸ਼ੇਅਰ ਨੇ, ਪਰ ਅਖੀਰ 'ਚ ਜਿਹੜਾ ਲਿਖ ਰਹੇ ਨੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਕਹਿੰਦੇ ਜਦੋਂ ਝੁੱਗੀਆਂ ਦੇ ਵਿਹੜੇ ਵਿੱਚ ਸੀ ਅੰਬਰੋਂ ਉਤਰਿਆ ਸੂਰਜ, ਜਦੋਂ ਝੁੱਗੀਆਂ ਦੇ ਵਿਹੜੇ ਵਿੱਚ ਸੀ ਅੰਬਰੋਂ ਉਤਰਿਆ ਸੂਰਜ, ਤਾਂ ਮੂੰਹ ਵਿੱਚ ਉਂਗਲਾਂ ਪਾ ਕੇ ਚੁਬਾਰੇ ਦੇਖਦੇ ਰਹਿ ਗਏ। ਸ਼ੁਕਰੀਆ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਮੈਨੂੰ ਤਾਂ ਇਹ ਵੀ ਲੱਗਦਾ ਕਿ ਮੈਂ ਇਹਨੂੰ ਸ਼ਾਇਦ ਉਸ ਢੰਗ ਦੇ ਨਾਲ, ਉਹਨਾਂ ਭਾਵਨਾਵਾਂ ਦੇ ਨਾਲ ਪੜ੍ਹ ਵੀ ਨਹੀਂ ਪਾਈ ਹੋਊਂਗੀ ਜਿਸ ਢੰਗ ਨਾਲ ਤੁਸੀਂ ਲਿਖਿਆ। ਸੋ ਗਜ਼ਲ ਲਿਖਣ ਤੋਂ ਪਹਿਲਾਂ ਕੋਈ ਹੋਰ ਤੁਸੀਂ ਜਿਹੜੀ ਅਜ਼ਮਾਇਸ਼ ਵੀ ਕੀਤੀ, ਕਵਿਤਾ ਵੀ ਲਿਖੀ ਜਾਂ ਖੁੱਲ੍ਹੀ ਕਵਿਤਾ, ਤੁਕਬੰਦੀ, ਵਾਟਐਵਰ, ਕਿੱਦਾਂ ਸ਼ੁਰੂਆਤ ਹੋਈ? ਜੀ ਬਿਲਕੁਲ। ਪਹਿਲੋਂ ਥੋੜ੍ਹੇ ਪਿੰਗਲ ਦੇ ਛੰਦਾਂ ਦੇ ਉੱਤੇ ਕੋਸ਼ਿਸ਼ ਕੀਤੀ ਸੀ, ਜਿਵੇਂ ਚੌਪਈਆਂ, ਦੋਹੇ। ਵੈਸੇ ਮੈਂ ਪਹਿਲਾਂ ਤੋਂ ਤੁਕਾਂਤਬੱਧ ਕਵਿਤਾ ਦਾ ਹੀ ਹਾਮੀ ਹਾਂ, ਜ਼ਿਆਦਾ ਖੁੱਲ੍ਹੀ ਕਵਿਤਾ ਦਾ ਨਹੀਂ। ਅਤੇ ਇਸ ਕਰਕੇ ਮੈਂ ਉਹਨਾਂ ਦੇ ਉੱਤੇ ਥੋੜ੍ਹੀ ਕੋਸ਼ਿਸ਼ ਕੀਤੀ ਸੀ। ਪਰ ਫਿਰ ਜਲਦੀ ਹੀ ਗਜ਼ਲ ਵੱਲ ਨੂੰ ਜਿੱਦਾਂ ਮੈਂ ਮੁੜ ਗਿਆ। ਇੱਥੇ ਹੋਰ ਗਜ਼ਲ ਗੋ ਕਾਫੀ ਆਪਣੇ ਨਾਮਵਰ ਹੈਗੇ ਆ, ਉਹਨਾਂ ਦੀ ਕੰਪਨੀ, ਉਹਨਾਂ ਦੀ ਸੋਹਬਤ ਮਿਲੀ
ਤੇ ਉਹਨਾਂ ਨੇ ਥੋੜ੍ਹਾ ਕਿਹਾ ਕਿ ਤੂੰ ਤੇਰੇ ਕੋਲ ਖਿਆਲ ਹੈ, ਕਿਉਂਕਿ ਮੇਨ ਚੀਜ਼ ਜਿਹੜੀ ਹੁੰਦੀ ਉਹ ਖਿਆਲ ਹੁੰਦਾ, ਤੁਹਾਡੇ ਕੋਲ ਥੋਟ ਹੋਵੇ ਲਿਖਣ ਲਈ। ਤੇ ਉਸ ਤੋਂ ਬਾਅਦ ਜੋ ਵੀ ਵਿਧਾਨ ਹੈਗਾ ਆ, ਜੋ ਮੈਕੈਨਿਜ਼ਮ ਹੈ, ਉਹ ਆਪਾਂ ਬਾਅਦ ਦੇ ਵਿੱਚ ਸਿੱਖਦੇ ਹਾਂ। ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਥੋਟ ਹੈਗੀ ਆ, ਸੋ ਤੁਸੀਂ ਲਰਨ ਕਰੋ ਆਪਣਾ ਵਿਧਾਨ ਤੇ ਉਹਦੇ ਅਕੋਰਡਿੰਗ ਲਿਖੋ। ਫਿਰ ਮੈਂ ਛੇਤੀ ਗਜ਼ਲ ਵੱਲ ਮੁੜ ਗਿਆ ਸੀਗਾ। ਜਦੋਂ ਲਿਖਣਾ ਆਪਾਂ ਸ਼ੁਰੂ ਕਰਦੇ ਹਾਂ ਜੀ, ਹਮੇਸ਼ਾ ਮਨ ਦੇ ਵਿੱਚ ਇਹੀ ਹੁੰਦਾ ਕਿ ਵੀ ਛਪਣ ਦੀ ਗੱਲ ਤਾਂ ਬਹੁਤ ਦੂਰ ਦੀ ਹੁੰਦੀ ਆ। ਪਹਿਲਾਂ ਇਹ ਹੁੰਦਾ ਕਿ ਕਿਸੇ ਨੂੰ ਸੁਣਾ ਦੇਣੀ ਉਹ ਚੀਜ਼, ਜੀ ਬਿਲਕੁਲ, ਕਿਸੇ ਦੂਜੇ ਬੰਦੇ ਦੀ, ਆਪਣੇ ਤੋਂ ਇਲਾਵਾ ਕਿਸੇ ਦੂਸਰੇ ਦੀ ਅਪਰੂਵਲ ਲੈ ਲੈਣੀ ਕਿ ਵੀ ਹਾਂ ਵੀ ਇਹ ਕਿਸੇ ਦੀ ਸਮਝ ਵਿੱਚ ਵੀ ਗੱਲ ਪਈ ਆ, ਜੋ ਮੈਂ ਲਿਖਿਆ ਉਹ ਠੀਕ ਵੀ ਹੈਗਾ ਕਿ ਨਹੀਂ। ਇੱਕ ਕੌਨਫੀਡੈਂਸ ਜਿਹਾ ਨਹੀਂ ਆਉਂਦਾ ਜਦ ਤੱਕ ਦੂਜਾ ਬੰਦਾ ਅਪਰੂਵਲ ਨਹੀਂ ਦੇ ਦਿੰਦਾ। ਤੁਹਾਨੂੰ ਯਾਦ ਆ ਕਿ ਪਹਿਲੀ ਵਾਰੀ ਜਿਹੜੀ ਤੁਸੀਂ ਗਜ਼ਲ ਲਿਖੀ ਸੀ ਉਹ ਕਿਹੜੀ ਸੀ, ਕਿ ਭੁੱਲ ਗਏ? ਨਹੀਂ, ਗਜ਼ਲ ਤਾਂ ਨਹੀਂ ਹੁਣ ਯਾਦ, ਪਰ ਜਿਹੜੀ ਮੈਂ ਪਹਿਲੇ ਦਿਨ ਰਚਨਾ ਸੁਣਾਈ ਸੀ ਉਹ ਕੁਛ ਗਜ਼ਲ ਵਰਗੀ ਸੀ। ਉਹਦੇ ਸਾਰੇ ਹੀ ਤੁਕਾਂਤ ਮਿਲਦੇ ਸੀ, ਸਾਰੀਆਂ ਲਾਈਨਾਂ ਦੇ ਹੀ। ਅੱਛਾ। ਉਹ ਜਿੱਦਾਂ ਮੈਨੂੰ ਲੱਗਦਾ ਸੀ ਕਿ ਗਜ਼ਲ ਇੱਦਾਂ ਦੀ ਹੁੰਦੀ ਆ ਨਾ। ਤੇ ਅਸਲ 'ਚ ਮੈਨੂੰ ਜੋ ਵੀ ਕੋਈ ਉਹ ਸਭਾ ਦੇ ਵਿੱਚ ਲੈ ਕੇ ਗਿਆ, ਮੈਂ ਜਾਂਦੇ ਹੋਏ ਉਹਨੂੰ ਕਹਿੰਦਾ ਗਿਆ ਕਿ ਯਾਰ ਮੈਂ ਉੱਥੇ ਬੋਲਣਾ ਨਹੀਂ, ਕਿਤੇ ਮੇਰਾ ਨਾਂ ਨਾ ਲੈ ਦੇਈਂ। ਉਹ ਸ਼ਾਇਦ ਉਹਨੂੰ ਪਤਾ ਸੀ ਕਿ ਇਹ ਥੋੜ੍ਹਾ ਬਹੁਤ ਲਿਖ ਲੈਂਦਾ। ਤੇ ਉਹ ਜਦੋਂ ਉੱਥੇ ਮੈਂ ਜਾ ਕੇ ਬੈਠਾ, ਜਦੋਂ ਮੈਂ ਦੂਸਰਿਆਂ ਨੂੰ ਸੁਣਿਆ ਤੇ ਮੈਨੂੰ ਲੱਗਾ ਯਾਰ ਇਹ ਤਾਂ ਕੁਝ ਵੀ ਨਹੀਂ ਬੋਲਦੇ, ਕੋਈ ਏਡੀ ਗੱਲ ਹੈ ਹੀ ਨਹੀਂ ਜਿਹੜੀ ਇਹ ਕਹਿੰਦੇ ਆ, ਹੈ ਨਾ। ਇਹਦੇ ਨਾਲੋਂ ਵਧੀਆ ਤਾਂ ਮੇਰੇ ਤੋਂ ਲਿਖੀ ਹੋਈ ਪਈ ਆ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹਨੂੰ ਮੈਂ ਇਸ਼ਾਰਾ ਕੀਤਾ ਮੈਂ ਵੀ ਬੋਲਣਾ। ਰਾਹ 'ਚ ਹਾਲੇ ਕਿ ਮੈਂ ਡਰਦਾ ਸੀ। ਤੇ ਉਹ ਕਹਿੰਦਾ ਬੋਲਣਾ, ਮੈਂ ਕਿਹਾ ਹਾਂਜੀ। ਤੇ ਫਿਰ ਮੈਨੂੰ ਸਟੇਜ ਦੇ ਉੱਤੇ ਉਹਨਾਂ ਨੇ ਮੌਕਾ ਦਿੱਤਾ ਤੇ ਮੈਂ ਉਹ ਜੋ ਵੀ ਸੀਗਾ ਉਹ ਬੋਲਿਆ। ਤੇ ਉਹ ਜਿਹੜੇ ਥੱਲੇ ਉਦੋਂ ਆਪਣੇ ਰਾਮਪੁਰੀ ਸਾਹਿਬ ਹੁੰਦੇ ਸੀਗੇ, ਆਪਣੇ ਉਹਨਾਂ ਦੀ ਡੈਥ ਹੋਈ ਪਿੱਛੇ ਜਿਹੇ, ਉਹ ਕਹਿੰਦੇ ਵੈਰੀ ਲਿਟਰੇਰੀ, ਬਹੁਤ ਅੱਛਾ ਲਿਖਿਆ ਨਾ। ਉਹ ਪਹਿਲੇ ਸ਼ਬਦ ਸੀ ਜਿਹੜੇ ਮੇਰੀ ਕਿਸੇ ਰਚਨਾ ਨੂੰ ਪਹਿਲੀ ਵਾਰ ਮਿਲੇ ਸੀਗੇ ਤੇ ਐਪਰੀਸੀਏਸ਼ਨ ਮਿਲੀ ਸੀ। ਤੇ ਫਿਰ ਸਾਰਿਆਂ ਨੇ ਹੀ ਉਹਦਾ ਜਦੋਂ ਮੈਂ ਥੱਲੇ ਆਇਆ ਬੋਲ ਕੇ ਤੇ ਸਾਰਿਆਂ ਨੇ ਕਿਹਾ ਬਹੁਤ ਅੱਛੇ, ਬਹੁਤ ਵਧੀਆ, ਬਹੁਤ ਵਧੀਆ। ਯਾਦ ਹੈ ਤੁਹਾਨੂੰ? ਨਹੀਂ, ਹੁਣ ਮੈਨੂੰ ਬਿਲਕੁਲ ਯਾਦ ਨਹੀਂ, ਕਿਉਂਕਿ ਉਹ ਮੈਂ ਸਾਰਾ ਸਮਾਨ ਜਿਹੜਾ ਉਹ ਇੱਕ ਤਰ੍ਹਾਂ ਗਰਬੇਜ ਹੀ ਕਰ ਦਿੱਤਾ ਸੀਗਾ, ਕਿਉਂਕਿ ਉਹ ਕਿਸੇ ਵਿਧਾਨ ਵਿੱਚ ਨਹੀਂ ਸੀ ਲਿਖਿਆ ਹੋਇਆ, ਪਰ ਥੋਟਸ ਸੀਗੀਆਂ ਉਹਦੇ ਵਿੱਚ, ਥੋਟਸ ਸੀਗੀਆਂ। ਤੇ ਉਹ ਉਸ ਦਿਨ ਤੋਂ ਜਾਣੀ ਮੈਨੂੰ ਲੱਗਾ ਕਿ ਮੈਂ ਲਿਖ ਸਕਦਾ ਹਾਂ, ਮੇਰੇ ਕੋਲ ਥੋਟਸ ਹੈਗੀਆਂ ਆ। ਫਿਰ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਰੂਜ਼ ਦੀਆਂ, ਪਿੰਗਲ ਦੀਆਂ ਨਾ। ਤੇ ਪਿੰਗਲ ਪਹਿਲੋਂ ਪੜ੍ਹਿਆ, ਪਿੰਗਲ ਦੇ ਦੋਹੇ, ਚੌਪਈਆਂ ਟਰਾਈ ਕੀਤੀਆਂ, ਪਰ ਜਿਹੜਾ ਮੈਨੂੰ ਲੱਗਦਾ ਸੀ ਕਿ ਨਹੀਂ, ਗਜ਼ਲ ਜਿਹੜੀ ਆ ਉਹ ਅਜੇ ਵੀ ਦੂਰ ਆ ਉਹਦਾ ਘਰ, ਉਹਦੇ ਵਾਸਤੇ ਮੈਨੂੰ ਹੋਰ ਹੱਥ ਪੈਰ ਮਾਰਨੇ ਪੈਣਗੇ। ਤੇ ਫਿਰ ਕਿਸੇ ਨੇ ਦੱਸਿਆ ਕਿ ਕ੍ਰਿਸ਼ਨ ਭਨੋਟ ਹੋਰੀ ਇੱਥੇ ਆਪਣੇ ਹੈਗੇ ਆ ਲੋਕਲ, ਤੇ ਉਹ ਤੈਨੂੰ ਵਿਧਾਨ ਦੇ ਬਾਰੇ ਦੱਸ ਸਕਦੇ ਆ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਰਿਕੁਐਸਟ ਕੀਤੀ, ਉਹ ਕਹਿੰਦੇ ਕੋਈ ਨਹੀਂ, ਤੂੰ ਦੱਸ, ਜੋ ਵੀ ਲਿਖਦਾ ਉਹਨਾਂ ਲਿਆ ਕਰ, ਆਪਾਂ ਉਹਨੂੰ ਵਿਧਾਨ ਦੇ ਵਿੱਚ ਢਾਲ ਕੇ ਦੇਖਾਂਗੇ। ਤੇ ਫਿਰ ਉੱਥੋਂ ਉਹ ਵਿਧਾਨ ਦੇ ਵਿੱਚ ਢਾਲਣ ਦਾ ਸਿਲਸਿਲਾ ਸ਼ੁਰੂ ਹੋਇਆ। ਫਿਰ ਜਲਦੀ ਹੀ ਮੈਂ ਉਹ ਪਕੜ ਲਿਆ ਰੂਜ਼ ਜਿਹੜਾ ਸੀਗਾ ਕਿ ਇਹ ਕੀ ਅੰਦਰ ਇਹਦੇ ਕੀ ਆ ਤੇ ਕਿਸ ਤਰ੍ਹਾਂ ਜਾਣਾ, ਹੈ ਨਾ। ਤੇ ਉਹ ਛੇਤੀ ਕਾਬੂ ਆ ਗਿਆ ਮੇਰੇ, ਤੇ ਫਿਰ ਪ੍ਰੋਪਰ ਗਜ਼ਲ ਲਿਖਣੀ ਸ਼ੁਰੂ ਕਰ ਦਿੱਤੀ। ਰਾਜਵੰਤ ਰਾਜ ਹੁਣਾਂ ਦਾ ਜਿਹੜਾ ਪੋਇਟਰੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਉਹਦੇ ਬਾਰੇ ਸਮਝਣ ਦੀ ਮੈਂ ਕੋਸ਼ਿਸ਼ ਕਰ ਰਹੀ ਹਾਂ। ਰਾਜਵੰਤ ਰਾਜ ਜੀ, ਕੀ ਤੁਹਾਡਾ ਕੋਈ ਲਿਟਰੇਰੀ ਬੈਕਗਰਾਊਂਡ ਵੀ ਰਹੀ ਹੈ? ਤੁਸੀਂ ਕੋਈ ਕਈ ਵਾਰ ਇਹ ਹੁੰਦਾ ਕਿ ਲਿਟਰੇਚਰ ਦੇ ਨਾਲ ਸੰਬੰਧਿਤ ਰਹੇ ਹੋ, ਤੁਸੀਂ ਪੜ੍ਹਦੇ ਰਹੇ ਹੋ, ਜਾਂ ਕੋਈ ਪਰਿਵਾਰ ਦੇ ਵਿੱਚ ਕੋਈ ਲਿਖਦਾ ਰਿਹਾ ਆ ਜਾਂ ਪੜ੍ਹਾਉਂਦਾ ਰਿਹਾ? ਨਹੀਂ, ਇੱਦਾਂ ਦੀ ਕੋਈ ਖਾਸ ਬੈਕਗਰਾਊਂਡ ਨਹੀਂ ਮੇਰੀ ਰਹੀ। ਵੈਸੇ ਜਿਹੜਾ ਜਿੱਦਾਂ ਹੁਣ ਉੱਥੇ ਇੰਡੀਆ 'ਚ ਆਪਾਂ ਜਦੋਂ ਸਕੂਲ ਕਾਲਜ ਵਿੱਚ ਪੜ੍ਹਦੇ ਹਾਂ, ਤੇ ਜਿਹੜੇ ਮੈਂਡੇਟਰੀ ਸਬਜੈਕਟ ਹੁੰਦੇ ਪੰਜਾਬੀ ਵਗੈਰਾ ਦੇ, ਉਹੀ ਮੈਂ ਪੜ੍ਹੇ ਸੀ। ਹਾਲਾਂਕਿ ਮੇਰੀ ਬੈਕਗਰਾਊਂਡ ਬਿਜ਼ਨਸ ਦੀ ਸੀਗੀ, ਮੈਂ BCom ਕੀਤੀ ਸੀਗੀ ਉੱਥੇ, MA ਇਕਨੋਮਿਕਸ ਕੀਤੀ ਸੀਗੀ। ਤੇ ਉਹ ਖੁਸ਼ਕ ਜਿਹੇ ਵਿਸ਼ੇ ਸੀਗੇ ਲਿਟਰੇਚਰ। MA ਇਕਨੋਮਿਕਸ ਤੁਹਾਡੀ ਸੀ? ਹਾਂਜੀ। ਤੇ ਪਰ ਉਹਦੇ ਨਾਲ ਪਤਾ ਨਹੀਂ ਇਹ ਚਿਣਗ ਜਿਹੜੀ ਅੰਦਰ ਸੀ। ਵੈਸੇ ਮੈਂ ਹਲਕੀ ਫੁਲਕੀ ਪੋਇਟਰੀ ਜਿਹੜੀ ਆ ਉਹ ਉੱਥੇ ਦੂਸਰਿਆਂ ਦੀ ਪੜ੍ਹ ਲੈਂਦਾ ਹੁੰਦਾ ਸੀ ਸਟੇਜ ਦੇ ਉੱਤੇ ਕਿਤੇ, ਤੇ ਬਾਕੀ ਫਿਲਮਾਂ ਦੇ ਗਾਣੇ ਗਾ ਗੂ ਲੈਂਦੇ ਹੁੰਦੇ ਸੀਗੇ ਜਦੋਂ ਕਾਲਜ ਦੀਆਂ ਛੋਟੀਆਂ ਮੋਟੀਆਂ ਫੰਕਸ਼ਨ ਜਾਂ ਮੀਟਿੰਗ ਹੋਣਾ ਨਾ। ਤੇ ਪਰ ਮੈਂ ਇੱਦਾਂ ਇਹ ਨਹੀਂ ਸੀ ਕਦੀ ਆਪਣੀ ਜਿੱਦਾਂ ਕਲਮ ਨਹੀਂ ਸੀ ਚਲਾਈ। ਤੇ ਕਲਮ ਚਲਾਈ ਜਿੱਦਾਂ ਇੱਥੇ ਕੈਨੇਡਾ 'ਚ ਆ ਕੇ, ਉਹ ਵੀ 8-10 ਸਾਲ ਬਾਅਦ। ਸੋ ਬਹੁਤਾ ਪੜ੍ਹਦੇ ਵੀ ਨਹੀਂ ਸੀ ਕਿਸੇ ਨੂੰ? ਅਸਲ 'ਚ ਉੱਥੇ ਜੋ ਮੈਂ ਪੜ੍ਹਦਾ ਸੀਗਾ ਉਹ ਇਹਦੇ ਨਾਲ ਰਿਲੇਟਡ ਨਹੀਂ ਸੀ। ਉਹ ਵੈਸੇ ਨਾਵਲ ਮੈਂ ਪੜ੍ਹਦਾ ਹੁੰਦਾ ਸੀਗਾ, ਨਾਵਲਾਂ ਦਾ ਮੈਨੂੰ ਸ਼ੌਕ ਸੀਗਾ, ਉਹ ਵੀ ਹਿੰਦੀ ਸ਼ਹਿਰ ਜਿਹੜੇ ਬੁੱਕ ਸਟਾਲਾਂ ਤੋਂ ਜਿਹੜੇ ਉਹ ਖੋਖਿਆਂ ਦੇ ਵਿੱਚੋਂ ਮਿਲਦੇ ਹੁੰਦੇ ਨਾ, ਛੋਟੇ ਜਸੂਸੀ ਨਾਵਲ, ਉਹ ਪੋਕਟ ਬੁੱਕਸ ਜੀਆਂ, ਉਹ ਬਹੁਤ ਪੜ੍ਹਨ ਦਾ ਚਸਕਾ ਸੀਗਾ। ਪਰ ਪੰਜਾਬੀ ਲਿਟਰੇਚਰ ਨਾਲ ਨਹੀਂ ਸੀ ਇੰਨਾ ਰਿਹਾ ਮੈਂ। ਪੰਜਾਬੀ ਲਿਟਰੇਚਰ ਜਿਹੜਾ ਆ ਉਹਦੇ ਵਿੱਚ ਜੋ ਆਪਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਪਾਤਰ ਸਾਹਿਬ ਦੀਆਂ ਜਾਂ ਮੀਸ਼ਾ ਸਾਹਿਬ ਦੀਆਂ ਜਿਹੜੀਆਂ ਉਹ ਕੋਰਸ ਦੇ ਵਿੱਚ ਲੱਗੀਆਂ ਹੁੰਦੀਆਂ, ਉਹ ਚੀਜ਼ਾਂ ਹੀ ਪੜ੍ਹੀਆਂ ਸੀਗੀਆਂ। ਤੇ ਉਹ ਪਾਤਰ ਸਾਹਿਬ ਦੇ ਆਪਣੇ ਮੂੰਹੋਂ ਗਾਈਆਂ ਹੋਈਆਂ ਗਜ਼ਲਾਂ ਦੀ ਕੈਸਟ ਆਈ ਸੀ ਉਦੋਂ, ਉਹ ਬੜੇ ਚਾਅ ਨਾਲ ਸੁਣੀ ਦੀ ਸੀ।
ਉਸ ਤੋਂ ਬਾਅਦ ਹੰਸਰਾਜ ਦੀ ਆਈ, ਪਾਤਰ ਸਾਹਿਬ ਦੀਆਂ ਗਜ਼ਲਾਂ ਦੀ, ਫਿਰ ਸ਼ਿਵ ਬਟਾਲਵੀ, ਤੇ ਨੈਚੁਰਲੀ ਸਾਰੇ ਪੰਜਾਬੀ ਆਪਾਂ ਸੁਣਦੇ ਹੀ ਹਾਂ। ਇਹੋ ਹੀ ਬਸ ਸੀਗੀ, ਇੰਨਾ ਕੀ ਸੀ ਕਵਿਤਾ ਦੇ ਨਾਲ ਸੰਬੰਧ, ਜ਼ਿਆਦਾ ਨਹੀਂ ਸੀ। ਥੋੜ੍ਹਾ ਜਿਹਾ ਤੁਸੀਂ ਪਿੱਛੇ ਨੂੰ ਚਲੇ ਗਏ, ਤੁਸੀਂ ਇੰਡੀਆ ਵੱਲੋਂ ਲੈ ਗਏ, ਕਾਲਜ ਦੇ ਦਿਨਾਂ ਵੱਲੋਂ ਤੁਸੀਂ ਲੈ ਗਏ ਹੋ। ਜੀ। ਸਾਡੇ ਸੁਣਨ ਵਾਲੇ ਇੰਟਰਸਟਡ ਹੋਣਗੇ ਕਿ ਰਾਜਵੰਤ ਰਾਜ ਦੀ ਬੈਕਗਰਾਊਂਡ ਕਿੱਥੇ ਦੀ ਹੈ, ਤੁਸੀਂ MA ਇਕਨੋਮਿਕਸ ਵੀ ਕਰਕੇ ਆਏ, ਥੋੜ੍ਹਾ ਜਿਹਾ ਆਪਣੀ ਦੱਸੋ ਪਿਛੋਕੜ ਬਾਰੇ। ਮੇਰਾ ਪਿੰਡ ਜਲੰਧਰ ਕਪੂਰਥਲੇ ਦੇ ਵਿਚਾਲੇ ਜਿਹਾ ਇੱਬਣ ਆ, ਛੋਟਾ ਜਿਹਾ ਪਿੰਡ ਆ। ਅੱਛਾ। ਉੱਥੇ ਦਾ ਜੰਮ ਪਲਿਆ ਮੈਂ, ਅਤੇ ਮੇਰੀ ਜਿਹੜੀ ਪੜ੍ਹਾਈ ਪਹਿਲੋਂ ਕਪੂਰਥਲੇ ਸੀਗੀ ਗ੍ਰੇਡ 10 ਤੱਕ, ਫਿਰ ਗ੍ਰੇਡ 11 ਤੋਂ ਬਾਅਦ ਜਲੰਧਰ DAV ਕਾਲਜ BCom ਕੀਤੀ ਮੈਂ, ਅਤੇ ਫਿਰ MA ਵਾਸਤੇ ਫਿਰ ਬੈਕ ਕਪੂਰਥਲਾ ਚਲਾ ਗਿਆ ਸੀ, ਰਣਧੀਰ ਕਾਲਜ, ਉੱਥੇ MA ਇਕਨੋਮਿਕਸ ਕੀਤੀ ਸੀਗੀ। ਅਤੇ ਉਸ ਤੋਂ ਬਾਅਦ MA ਇਕਨੋਮਿਕਸ ਤੋਂ ਬਾਅਦ ਜੋਬ ਦੀ ਜਿੱਦਾਂ ਥੋੜ੍ਹੀ ਚੱਲਦੀ ਸੀ ਭਾਲ, ਉਹਨਾਂ ਦਿਨਾਂ ਦੇ ਵਿੱਚ ਹੀ ਮੇਰੀ ਮੈਰਿਜ ਹੋ ਗਈ, ਵਾਈਫ ਇੱਧਰੋਂ ਗਈ ਸੀਗੀ, ਅਤੇ ਫਿਰ 2-3 ਸਾਲਾਂ 'ਚ ਹੀ ਮੈਂ ਇੱਥੇ ਆ ਗਿਆ ਸੀ। ਕਿਹੜੇ ਸਾਲ ਆ ਗਏ ਤੁਸੀਂ ਕੈਨੇਡਾ? ਮੈਂ 99 'ਚ ਆਇਆ ਸੀ। ਓਕੇ। ਹਾਂਜੀ। ਰਾਜਵੰਤ ਰਾਜ ਉਹਨਾਂ ਦੇ ਨਾਲ ਕੁਝ ਗੱਲਾਂ ਕਰਾਂਗੇ ਅਸੀਂ, ਕਿ ਖਾਸ ਕਰਕੇ ਜਦੋਂ ਆਪਾਂ ਲਿਵਿੰਗ ਦੀ ਗੱਲ ਕਰਦੇ ਹਾਂ, ਇਹ ਕੀ ਜਿਹੜੀ ਪੋਇਟਰੀ ਹੈ, ਸ਼ਾਇਰੀ ਹੈ, ਇਹ ਰੋਜ਼ੀ ਰੋਟੀ ਦਾ ਵੀ ਸਾਧਨ ਬਣਦੀ ਹੈ, ਜਾਂ ਫਿਰ ਇਹ ਸਿਰਫ ਇੱਕ ਸ਼ੌਕ ਹੈ, ਇਹ ਇੱਕ ਪੈਸ਼ਨ ਹੈ? ਬੇਸ਼ੱਕ ਮੈਂ ਕਾਲਸ ਥੋੜ੍ਹੀ ਦੇਰ ਠਹਿਰ ਕੇ ਲੈਣੀਆਂ ਸੀ, ਪਰ ਇੱਕ ਬੜੀ ਪਿਆਰੀ ਆਵਾਜ਼ ਹੈ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਮੈਂ ਇਹਨਾਂ ਦੀਆਂ ਗਾਈਆਂ ਹੋਈਆਂ ਕਈ ਗਜ਼ਲਾਂ ਸੁਣੀਆਂ ਵੀ ਨੇ। ਸੋ ਰਾਜਵੰਤ ਰਾਜ ਜੀ, ਤੁਹਾਡੀ ਇਜਾਜ਼ਤ ਦੇ ਨਾਲ ਕਾਲਰ ਲੈ ਲਈਏ ਆਪਾਂ? ਜੀ ਜ਼ਰੂਰ। ਮੀਨੂ ਬਾਵਾ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਨਵਜੋਤ ਜੀ। ਮੈਂ ਕਦੀ ਵੀ ਇੰਨੀ ਜਲਦੀ ਨਹੀਂ ਆਉਣਾ ਸੀ। ਰੀਜ਼ਨ ਬੀਇੰਗ ਇਜ਼ 1:35 ਤੇ ਮੈਂ ਐਗਜ਼ੈਕਟਲੀ ਪਹੁੰਚਣਾ ਹੈ, ਕੋਈ ਅਪਾਇੰਟਮੈਂਟ ਸੀ, ਬਟ ਆਈ ਕੁਡਨਟ ਮਿਸ ਦਿਸ ਸ਼ੋ, ਕਿਉਂਕਿ ਮੈਂ ਆਪਣਾ ਗਜ਼ਲਾਂ ਦਾ ਜਿਹੜਾ ਸ਼ੌਂਕੀਆ ਅੰਦਾਜ਼ ਹੈ, ਮੈਂ ਇਹਨਾਂ ਦੀ ਪੋਇਟਰੀ ਤੋਂ ਹੀ ਸ਼ੁਰੂ ਕੀਤਾ ਸੀ। ਫਸਟ ਗਜ਼ਲ ਇਹਨਾਂ ਦੀ ਇੱਥੇ ਸਰੀ 'ਚ ਗਾਈ ਸੀ ਮੈਂ, ਇਸ ਕਰਕੇ ਰਹਿ ਨਹੀਂ ਸਕੀ। ਮੀਨੂ ਜੀ, ਯਾਦ ਹੈ ਉਸ ਗਜ਼ਲ ਦੇ ਬੋਲ? ਯਾਦ ਹੈ ਤੁਹਾਨੂੰ? ਜੀ ਨੋਈ ਤੇ ਗਾਣ ਦੀ ਥੋੜੀ ਸੀ ਕਰਕੇ ਕੀਤਾ। ਬਿਲਕੁਲ ਬਿਲਕੁਲ, ਹਾਂਜੀ, ਅਸੀਂ ਤਿਆਰ ਹਾਂ ਸੁਣਨ ਲਈ। ਓਕੇ ਜੀ, ਸੁਣੋ। ਇੱਕ ਮਤਲਾ ਔਰ ਇੱਕ ਸ਼ੇਰ ਮੈਂ ਸੁਣਾਉਂਦੀ ਹਾਂ ਤੁਹਾਨੂੰ। ਫਸਟ ਗਜ਼ਲ ਸੀ ਮੇਰੀ। ਉਮਰ ਪਰ ਦੁਸ਼ਵਾਰੀਆਂ ਦੇ ਸਿਲਸਿਲੇ ਚਲਦੇ ਰਹੇ, ਉਮਰ ਪਰ ਦੁਸ਼ਵਾਰੀਆਂ ਦੇ ਸਿਲਸਿਲੇ ਚਲਦੇ ਰਹੇ, ਇਸ਼ਕ ਵਿੱਚ ਲਾਚਾਰੀਆਂ ਦੇ ਸਿਲਸਿਲੇ ਚਲਦੇ ਰਹੇ, ਉਮਰ ਪਰ। ਬਹੁਤ ਵਧੀਆ ਹੈ ਮੇਰੀ ਰਗ ਰਗ ਤੋਂ ਵਾਕਫ, ਮਿਲਦੇ ਬਣ ਕੇ ਅਜਨਬੀ, ਹੈ ਮੇਰੀ ਰਗ ਰਗ ਤੋਂ ਵਾਕਫ, ਮਿਲਦੇ ਬਣ ਕੇ ਅਜਨਬੀ, ਉਸ ਦੀਆਂ ਫਨਕਾਰੀਆਂ ਦੇ ਸਿਲਸਿਲੇ ਚਲਦੇ ਰਹੇ, ਉਮਰ ਪਰ ਦੁਸ਼ਵਾਰੀਆਂ ਦੇ ਸਿਲਸਿਲੇ ਚਲਦੇ ਰਹੇ। ਥੈਂਕ ਯੂ ਜੀ। ਬਹੁਤ ਵਧੀਆ, ਬਹੁਤ ਵਧੀਆ ਮੀਨੂ ਬਾਵਾ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਰਾਜਵੰਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ? ਬਹੁਤ ਸ਼ੁਕਰੀਆ ਮੀਨੂ ਜੀ ਅਕਸਰ ਗਜ਼ਲਾਂ ਮੇਰੀਆਂ ਗਾਉਂਦੇ, ਇਹ ਅਕਸਰ ਫੋਨ ਕਰਕੇ ਕਹਿੰਦੇ ਹੁੰਦੇ ਕਿ ਮੈਂ ਹੁਣ ਕੋਈ ਗਜ਼ਲ ਗਾਉਣੀ, ਮੈਨੂੰ ਦਿਓ। ਅਤੇ ਔਰ ਬਹੁਤ ਇਨਸਾਫ ਕਰਦੇ ਆ, ਮੈਂ ਦੇਖਿਆ, ਸੋਹਣੀ ਇਹਨਾਂ ਦੀ ਆਵਾਜ਼। ਥੈਂਕ ਯੂ। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ। ਸਮਾਂ ਕੱਢਣ ਲਈ ਸ਼ੁਕਰੀਆ ਤੁਹਾਡਾ। ਸੋ ਕਦੇ ਵੈਸੇ ਸੋਚਿਆ ਕਿ ਪ੍ਰੋਫੈਸ਼ਨਲੀ ਕੁਝ ਰਿਕਾਰਡ ਕੀਤਾ ਜਾਵੇ, ਜਾਂ ਤੁਸੀਂ ਕਰ ਵੀ ਚੁੱਕੇ ਹੋ ਕਿ ਨਹੀਂ? ਨਹੀਂ, ਪ੍ਰੋਫੈਸ਼ਨਲੀ ਰਿਕਾਰਡ ਮੈਂ ਤਾਂ ਨਹੀਂ ਕੀਤਾ, ਪਰ ਉਹ ਜਿੱਦਾਂ ਕਿਸੇ ਨੇ ਮੁੰਡਾ ਹੈ ਇੱਕ ਉੱਥੇ ਬਾਲੀਵੁੱਡ ਦੇ ਵਿੱਚ, ਉਹਨੇ ਗਜ਼ਲਾਂ 2-4 ਰਿਕਾਰਡ ਕੀਤੀਆਂ ਹੋਈਆਂ ਮੇਰੀਆਂ। ਅੱਛਾ। ਹਾਂਜੀ, ਅਤੇ ਉਹ ਆਡੀਓ ਆ, ਵੀਡੀਓ ਨਹੀਂ ਹੈ। ਅਤੇ ਉਹ ਥੋੜ੍ਹਾ ਜਿਹਾ ਹੋਰ ਕਹਿੰਦਾ ਸੀ ਉੱਚੇ ਲੈਵਲ 'ਤੇ ਕਰਨੀਆਂ ਆ, ਪਰ ਉਹ ਮੇਰਾ ਖਿਆਲ ਉਹਦਾ ਪ੍ਰੋਜੈਕਟ ਕੋਈ ਵਿੱਚ ਹੀ ਰਹਿ ਗਿਆ, ਪਰ ਉਹ ਸੋਹਣੀਆਂ ਸੀ ਗਜ਼ਲਾਂ ਉਹਨੇ ਕੀਤੀਆਂ ਜਿਹੜੀਆਂ ਮਿਊਜ਼ਿਕ ਦੇ ਨਾਲ। ਬੜੀ ਇੰਟਰਸਟਿੰਗ ਇਹ ਗੱਲ ਹੈ। ਮੈਂ ਜਾਣਨਾ ਚਾਹੂੰਗੀ ਇਹਨਾਂ ਦੇ ਕੋਲੋਂ, ਅਗਲੇ ਹਿੱਸੇ ਦੇ ਵਿੱਚ ਜ਼ਰੂਰ ਕੁਝ ਸਵਾਲ ਰੱਖਾਂਗੇ ਇਸ ਸਿਲਸਿਲੇ ਦੇ ਵਿੱਚ, ਕਿ ਜਿੱਥੇ ਉਰਦੂ ਦੀ ਗਜ਼ਲ ਬਹੁਤ ਜ਼ਿਆਦਾ ਮਕਬੂਲ ਹੈ, ਬਹੁਤ ਗਾਈ ਜਾਂਦੀ ਹੈ, ਵੱਡੇ ਕਲਾਕਾਰ ਨੇ ਜਿਹੜੇ ਗਜ਼ਲ ਗਾਇਕ ਨੇ, ਜਿਨ੍ਹਾਂ ਨੂੰ ਪ੍ਰਸਿੱਧੀ ਹੀ ਇਸ ਕਰਕੇ ਮਿਲੀ ਹੈ ਕਿ ਉਹ ਗਜ਼ਲਾਂ ਗਾਉਂਦੇ ਨੇ। ਪੰਜਾਬੀ ਦੇ ਵਿੱਚ ਗਜ਼ਲ ਕਿਉਂ ਘੱਟ ਗਾਈ ਜਾਂਦੀ ਹੈ, ਕਿਉਂ ਘੱਟ ਸੁਣਨ ਦੇ ਵਿੱਚ ਆਉਂਦੀ ਹੈ, ਕੀ ਵਜ੍ਹਾ ਹੈ?
ਰਾਜਵੰਤ ਜੀ, ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਕਰਾਂ, ਸਾਡੇ ਸੁਣਨ ਵਾਲੇ ਥੋੜ੍ਹਾ ਬੇਕਰਾਰ ਹੋਣਗੇ ਕਿ ਜੇ ਤੁਸੀਂ ਆਪਣੀਆਂ ਕੁਝ ਗਜ਼ਲਾਂ ਦੇ ਸ਼ੇਅਰ ਸਾਡੇ ਸੁਣਨ ਵਾਲੇ ਦੇ ਨਾਲ ਸਾਂਝੇ ਕਰ ਸਕੋ। ਇਹਨਾਂ ਦੀ ਕਿਤਾਬ ਪਹਿਲਾਂ ਆਈ ਸੀ ਰਾਗਣੀਆਂ, ਉਸ ਤੋਂ ਬਾਅਦ ਨਾਵਲ ਆਇਆ ਪਿਉਂਦ, ਅਤੇ ਹੁਣ ਜਿਹੜੀ ਰੀਸੈਂਟਲੀ ਇਹਨਾਂ ਦੀ ਕਿਤਾਬ ਹੈ ਉਹ ਵੀ ਬੜੀ ਖੂਬਸੂਰਤ ਕਿਤਾਬ ਹੈ, ਟੁੱਟੇ ਸਿਤਾਰੇ ਚੁਗਦਿਆਂ। ਹਾਂਜੀ, ਕੀ ਸਾਂਝਾ ਕਰੋਗੇ ਸਾਡੇ ਸੁਣਨ ਵਾਲਿਆਂ ਦੇ ਨਾਲ? ਮੈਂ ਇੱਕ ਗਜ਼ਲ ਦੇ ਕੁਝ ਸ਼ੇਰ ਸਾਂਝੇ ਕਰ ਲੈਣਾ। ਜ਼ਰੂਰ। ਇੱਕ ਗਜ਼ਲ ਹੈ ਮੇਰੀ, ਇਹ ਗਾਈ ਵੀ ਗਈ ਸੀਗੀ ਅਤੇ ਕਾਫੀ ਮਕਬੂਲ ਹੋਈ ਸੀ। ਗਜ਼ਲ ਹੈ ਕਿ ਰੂਹਾਂ ਦਾ ਮੇਲ ਹੋਣਾ, ਰੁਤਬੇ ਮਿਟਾ ਕੇ ਆਵੀਂ। ਰੂਹਾਂ ਦਾ ਮੇਲ ਹੋਣਾ, ਰੁਤਬੇ ਮਿਟਾ ਕੇ ਆਵੀਂ। ਆਉਣਾ ਜੇ ਕੋਲ ਮੇਰੇ, ਖੁਦ ਨੂੰ ਭੁਲਾ ਕੇ ਆਵੀਂ। ਬਹੁਤ ਖੂਬ। ਮੇਰੀ ਨਾ ਥਾਂ ਪਵੇਗੀ ਕੰਢੇ 'ਤੇ ਖੜ੍ਹ ਕੇ ਤੈਨੂੰ। ਮੇਰੀ ਨਾ ਥਾਂ ਪਵੇਗੀ ਕੰਢੇ 'ਤੇ ਖੜ੍ਹ ਕੇ ਤੈਨੂੰ। ਬੇੜੀ ਦਾ ਦਾਨ ਕਰਕੇ ਆਪਾ ਡੁਬਾ ਕੇ ਆਵੀਂ। ਵਾਹ। ਪੌਣਾ ਦੇ ਖੰਭ ਲਾ ਕੇ ਇੱਧਰ ਉਡਾਨ ਭਰ ਲੈ। ਪੌਣਾ ਦੇ ਖੰਭ ਲਾ ਕੇ ਇੱਧਰ ਉਡਾਨ ਭਰ ਲੈ। ਅੰਬਰ ਦੀ ਓਟ ਕਰਕੇ ਸ਼ਬਨਮ 'ਚ ਨਹਾ ਕੇ ਆਵੀਂ। ਮਨ ਦਾ ਤੂੰ ਸ਼ੋਰ ਸਾਰਾ ਝੋਲੀ ਮੇਰੀ 'ਚ ਪਾ ਦੇ। ਮਨ ਦਾ ਤੂੰ ਸ਼ੋਰ ਸਾਰਾ ਝੋਲੀ ਮੇਰੀ 'ਚ ਪਾ ਦੇ। ਮੇਰੇ ਖਲਾ ਦੇ ਅੰਦਰ ਝਾਂਜਰ ਨੂੰ ਲਾ ਕੇ ਆਵੀਂ। ਵਾਹ, ਬਹੁਤ ਵਧੀਆ। ਸਹਿਰਾ 'ਚ ਘੁਲ ਗਿਆ ਹਾਂ ਤੈਨੂੰ ਉਡੀਕਦਾ ਮੈਂ। ਸਹਿਰਾ 'ਚ ਘੁਲ ਗਿਆ ਹਾਂ ਤੈਨੂੰ ਉਡੀਕਦਾ ਮੈਂ। ਪੈਰਾਂ ਨੂੰ ਸੇਕ ਡਾਢਾ ਸਹਿਣਾ ਸਿਖਾ ਕੇ ਆਵੀਂ। ਮੈਨੂੰ ਵਿਗੋਚਿਆਂ ਦੀ ਆਦਤ ਹੀ ਪੈ ਗਈ ਹੈ। ਮੈਨੂੰ ਵਿਗੋਚਿਆਂ ਦੀ ਆਦਤ ਹੀ ਪੈ ਗਈ ਹੈ। ਤੂੰ ਰਾਜ ਡਰਨਾ ਇੰਨਾ ਭਾਵੇਂ ਨਾ ਜਾ ਕੇ ਆਵੀਂ। ਤੂੰ ਰਾਜ ਡਰਨਾ ਇੰਨਾ ਭਾਵੇਂ ਨਾ ਜਾ ਕੇ ਆਵੀਂ। ਸ਼ੁਕਰੀਆ। ਆਪਾਂ ਜਦੋਂ ਮੀਨੂ ਹੁਣੀ ਤੁਹਾਡੀ ਗਜ਼ਲ ਗਾ ਕੇ ਗਏ, ਆਪਣੀ ਗੱਲ ਚੱਲੀ ਸੀ ਕਿ ਤੁਸੀਂ ਪ੍ਰੋਫੈਸ਼ਨਲੀ ਕਦੇ ਇਹ ਨਹੀਂ ਸੋਚਿਆ ਕਿ ਗਜ਼ਲਾਂ ਨੂੰ ਰਿਕਾਰਡ ਕੀਤਾ ਜਾਵੇ, ਸਰੋਤਿਆਂ ਤੱਕ ਪਹੁੰਚਾਇਆ ਜਾਵੇ। ਹੁਣ ਤਾਂ ਲੋਕ ਜਿਹੜੇ ਕਿਤਾਬਾਂ ਲਿਖਦੇ ਆ ਉਹ ਵੀ ਆਡੀਓ ਬੁੱਕਸ ਦਾ ਜਿਹੜਾ ਪ੍ਰਚਲਨ ਆ ਉਹ ਸ਼ੁਰੂ ਹੋ ਗਿਆ। ਚਾਹੇ ਜਿਹੜੇ ਨਾਵਲ ਨੇ, ਕਹਾਣੀਆਂ ਨੇ, ਉਹ ਵੀ ਹੁਣ ਲੋਕ ਸੁਣਨਾ ਚਾਹੁੰਦੇ ਆ। ਜਿਹੜਾ ਬਿਜ਼ੀ ਦੌਰ ਜਿਸ ਹਿਸਾਬ ਦੇ ਨਾਲ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ, ਔਰ ਆਡੀਓ ਬੁੱਕਸ ਪੋਪੂਲਰ ਵੀ ਹੋ ਰਹੀਆਂ ਹੈਗੀਆਂ। ਹਾਊ ਅਬਾਊਟ ਗਜ਼ਲਾਂ, ਪੋਇਟਰੀ? ਜੀ ਅਸਲ ਦੇ ਵਿੱਚ ਗਜ਼ਲ ਗਾਉਣ ਦੇ ਵਿੱਚ ਨਾ ਇੱਕ ਟੀਮ ਵਰਕ ਹੁੰਦਾ ਆ। ਇੱਕ ਕਿਸੇ ਨੇ ਗਾਉਣੀ ਹੁੰਦੀ ਆ, ਕਿਸੇ ਨੇ ਲਿਖਣੀ ਹੁੰਦੀ ਆ, ਅਤੇ ਬਹੁਤੀ ਵਾਰੀ ਇੱਕ ਇਨਵੈਸਟਰ ਹੁੰਦਾ ਜਿਹਨੇ ਪੈਸੇ ਲਾਉਣੇ ਹੁੰਦੇ ਆ। ਉਹ ਜਿਹੜਾ ਲਿਖਣ ਵਾਲਾ ਆ ਉਹ ਵੀ ਨਹੀਂ ਪੈਸੇ ਲਾ ਸਕਦਾ, ਗਾਉਣ ਵਾਲਾ ਵੀ ਨਹੀਂ। ਇੱਕ ਤੀਸਰੀ ਪਾਰਟੀ ਹੁੰਦੀ ਆ ਜਿਹੜਾ ਇਹਦੇ ਵਿੱਚੋਂ ਕੁਛ ਕਮਾਈ ਭਾਲਦਾ। ਜਿਹੜੇ ਗੀਤਾਂ ਨਾਲੋਂ ਫਿਰ ਗਜ਼ਲ ਦਾ ਤੁਹਾਨੂੰ ਲੱਗਦਾ ਜਿਹੜੀ ਮਾਰਕੀਟ ਹੈ ਉਹ ਡਿਫਰੈਂਟ ਹੈ? ਉਹ ਡਿਫਰੈਂਟ ਆ। ਗੀਤ ਸੌਖੇ ਆ? ਨਹੀਂ, ਗੀਤਾਂ ਦੀ, ਗਜ਼ਲ ਦੀ ਮਾਰਕੀਟ ਘੱਟ ਆ ਅਸਲ ਦੇ ਵਿੱਚ। ਸਾਡੇ ਜਿਹੜੇ ਪੰਜਾਬੀ ਸਰੋਤੇ ਆ ਉਹ ਸਿੱਧਾ ਸਾਦਾ ਲਿਖਿਆ ਗੀਤ ਜਿਹੜਾ ਉਹਨੂੰ ਹੀ ਪਸੰਦ ਕਰਦੇ ਆ। ਡੂੰਘੀ ਚੀਜ਼ ਵੱਲ ਘੱਟ ਜਾਂਦੇ ਆ। ਹੈ ਜਿੱਦਾਂ, ਇਹ ਤਾਂ ਨਹੀਂ ਕਿ ਨਹੀਂ ਜਾਂਦੇ, ਬਹੁਤ ਹੈਗੇ ਆ, ਪਰ ਜ਼ਿਆਦਾ ਜਿਹੜਾ ਮੈਜੋਰਟੀ ਆ ਉਹ ਜਿਹੜਾ ਹਲਕਾ ਫੁਲਕਾ ਗੀਤ ਆ ਉਹਨੂੰ ਹੀ ਲਾਈਕ ਕਰਦੇ ਆ। ਇਸ ਕਰਕੇ ਇੱਧਰ ਕੋਈ ਇਨਵੈਸਟ ਕਰਨ ਲਈ ਵੀ ਜ਼ਿਆਦਾ ਤਿਆਰ ਨਹੀਂ ਗਜ਼ਲ ਵਾਲੇ ਪਾਸੇ। ਕਈ ਕਰਦੇ ਆ ਪਰ ਉਸ ਲੈਵਲ ਤੱਕ, ਸ਼ਾਇਦ ਸਿੰਗਰ ਵੀ ਉਸ ਲੈਵਲ ਤੱਕ ਸਾਡੇ ਕੋਲ ਅਵੇਲੇਬਲ ਹੈ ਨਹੀਂ। ਜਗਜੀਤ ਸਿੰਘ ਤੋਂ ਬਾਅਦ ਇੱਕ ਖਲਾ ਪੈਦਾ ਹੋ ਗਿਆ ਗਜ਼ਲ ਦੇ ਵਿੱਚ। ਅਤੇ ਜਿਹੜੇ ਲੋਕ ਗਾਉਂਦੇ ਆ, ਮੁੰਡੇ ਹੈ ਇੰਡੀਆ ਦੇ ਵਿੱਚ ਜਿਹੜੇ ਗਾਉਂਦੇ ਆ, ਪਰ ਉਹ ਅਜੇ ਉਸ ਲੈਵਲ ਤੱਕ ਮਕਬੂਲ ਨਹੀਂ। ਉਹਨਾਂ ਨੂੰ ਸਪੋਰਟ ਕਰਨ ਲਈ ਇਨਵੈਸਟਰ ਵੀ ਹੈ ਨਹੀਂਗੇ, ਜਾਂ ਨਹੀਂ ਕਰਦੇ ਅਜੇ, ਈਵਨ ਸਪੋਂਸਰ ਵੀ ਨਹੀਂ ਕਰਦੇ, ਹੈ ਨਾ। ਇੱਕ ਹੈ ਕੋਈ ਇਨੀਸ਼ੀਏਟਿਵ ਲਵੇ ਇਸ ਪਾਸੇ ਨੂੰ, ਅਤੇ ਅਸੀਂ ਤਾਂ ਲਿਖਣਾ ਹੈ ਤਾਂ ਅਸੀਂ ਤਾਂ ਲਿਖ ਦੇਵਾਂਗੇ ਅਤੇ ਦੇ ਦੇਵਾਂਗੇ ਜੋ ਵੀ ਮੰਗੂ ਸਾਡੇ ਤੋਂ। ਪਰ ਹੁਣ ਅਸੀਂ ਇੱਦਾਂ ਆਪ ਜਾ ਕੇ ਕਿਸੇ ਨੂੰ ਜ਼ਬਰਦਸਤੀ ਤਾਂ ਨਹੀਂ ਨਾ ਕਹਿ ਸਕਦੇ। ਹਾਂਜੀ। ਅੱਛਾ, ਇਹਦੇ ਨਾਲ ਥੋੜ੍ਹਾ ਜਿਹਾ ਮੈਂ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਵੀ ਕੋਸ਼ਿਸ਼ ਕਰਨੀ ਅੱਜ ਤੁਹਾਡੇ ਨਾਲ ਗੱਲਾਂ ਕਰਦਿਆਂ ਜੀ। ਕਿਉਂਕਿ ਜਦੋਂ ਗਜ਼ਲ ਦੀ ਤੁਸੀਂ ਗੱਲ ਕੀਤੀ ਸੀ, ਤੁਸੀਂ ਕਿਹਾ ਕਿ ਮੈਨੂੰ ਜਿਹੜੀ ਤੁਕਾਂਤ ਬੰਦ ਪੋਇਟਰੀ, ਤੁਕਾਂਤ-ਬੱਧ ਔਰ ਬੰਦ, ਹਾਂ, ਪੋਇਟਰੀ ਮੈਂ ਕਰਦਾ, ਮੈਂ ਇਹਦਾ ਸ਼ੌਕੀਨ ਰਿਹਾ ਹਾਂ। ਮੈਂ ਖੁੱਲ੍ਹੀ ਕਵਿਤਾ ਮੈਂ ਕਦੇ ਘੱਟ ਲਿਖਦਾ ਜੀ। ਅਸਲ ਦੇ ਵਿੱਚ ਖੁੱਲ੍ਹੀ ਕਵਿਤਾ ਨਾਲੋਂ ਇਹ ਜਿਹੜੀ ਇਸ ਕਿਸਮ ਦੀ ਪੋਇਟਰੀ ਆ ਨਾ, ਸਵਾਦ ਵੀ ਉਹਨੂੰ ਸੁਣ ਕੇ ਜ਼ਿਆਦਾ ਆਉਂਦਾ ਆ, ਹੈ ਨਾ। ਇਹ ਚੀਜ਼ ਮਹਿਸੂਸ ਕੀਤੀ ਆ। ਪਰ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਤੁਹਾਨੂੰ ਇਹ ਜਿਹੜੀਆਂ ਟੈਕਨੀਕੈਲਿਟੀਜ਼ ਸੀ ਉਹ ਨਹੀਂ ਸੀ ਪਤਾ ਲੱਗੀਆਂ ਜੀ। ਅੱਜ ਮੈਨੂੰ ਜੇ ਥੋੜ੍ਹਾ ਜਿਹਾ ਤੁਸੀਂ ਇਸ ਗੱਲ ਬਾਰੇ ਵੀ ਐਜੂਕੇਟ ਕਰ ਸਕੋ ਕਿ ਵੀ ਗਜ਼ਲ ਜਿਹੜੀ ਹੈ, ਇੱਕ ਕੋਈ ਵੀ ਤੁਸੀਂ ਗਜ਼ਲ ਲੈ ਕੇ, ਕਿ ਇਹਦੇ ਵਿੱਚ ਕਿਹੜੀ ਚੀਜ਼ ਨੂੰ ਕੀ ਕਹਿੰਦੇ ਆ, ਤਾਂ ਓਪਨਿੰਗ ਹਿੱਸਾ ਹੈ, ਕਲੋਜ਼ਿੰਗ ਹੈ, ਮਿਡਲ ਵਾਲਾ ਪਾਰਟ ਹੈ, ਬਿਲਕੁਲ ਸਾਨੂੰ ਪਤਾ ਨਹੀਂ ਲੱਗਦਾ। ਜਿਹੜਾ ਇੱਕ ਸਧਾਰਨ ਵਿਅਕਤੀ ਆ ਨਾ,
ਉਹਨੂੰ ਇਹ ਨਾ ਤਾਂ ਟੈਕਨੀਕਲ ਵਰਡਸ ਦਾ ਪਤਾ, ਜੀ। ਨਾ ਇਹ ਪਤਾ ਕਿ ਗਜ਼ਲ ਨੂੰ ਸਮਝਿਆ ਕਿੱਦਾਂ ਜਾਵੇ। ਜੇ ਥੋੜ੍ਹਾ ਜਿਹਾ ਇਹਦੇ ਬਾਰੇ ਰੌਸ਼ਨੀ ਪਾ ਸਕੋ। ਮੈਂ ਦੱਸ ਤਾਂ ਦਿੰਦਾ ਆਪਣੇ ਨਵਜੋਤ ਜੀ, ਪਰ ਮੈਨੂੰ ਲੱਗਦਾ ਨਹੀਂ ਕਿ ਇਹਦਾ ਦੱਸੇ ਹੋਏ ਕੁਛ ਜ਼ਿਆਦਾ ਪਤਾ ਲੱਗਣਾ। ਅਸਲ 'ਚ ਜਿਹੜੀ ਗਜ਼ਲ ਆ, ਜੇ ਇਹਦੀ ਬਾਹਰੀ ਬਣਤਰ ਦੇਖਣੀ ਹੋਵੇ ਤੇ ਪਹਿਲੀਆਂ 2 ਲਾਈਨਾਂ ਜਿਨ੍ਹਾਂ ਦੇ ਅੰਤ ਜਿਹੜੇ ਆ ਉਹ ਰਲਦੇ ਹੁੰਦੇ ਆ, ਉਹਨੂੰ ਮਤਲਾ ਕਹਿ ਦਿੰਦੇ ਆ ਨਾ। ਅੱਛਾ, ਤੇ ਗਜ਼ਲ ਦਾ ਮਤਲਾ ਹੈ ਜਦੋਂ ਕਹਿੰਦੇ ਆ। ਹਾਂ, ਗਜ਼ਲ ਦਾ ਮਤਲੇ ਦਾ ਮਤਲਬ ਹੁੰਦਾ ਕਿ ਇਹਦੀਆਂ ਦੋਨੋਂ ਹੀ ਲਾਈਨਾਂ ਰਾਈਮ ਕਰਨੀਆਂ। ਅੱਛਾ, ਐਂਡ ਤੇ ਜਾ ਕੇ ਇੱਕੋ ਜਿਹਾ ਹੋਣਾ। ਤੇ ਉਹਦੇ ਵਿੱਚ ਉਹਨੂੰ ਮਤਲਾ ਹੋਣ ਲਈ ਜ਼ਰੂਰੀ ਆ ਕਿ ਉਹਦੇ ਵਿੱਚ ਕਾਫੀਆ, ਰਦੀਫ ਜਿਹੜੇ ਆ ਉਹ ਮਿਲਦੇ ਹੋਣ। ਉਹ ਡਿਕਲੇਅਰ ਵੀ ਉੱਥੇ ਹੀ ਹੁੰਦੇ ਮਤਲੇ 'ਚ, ਕਿਉਂਕਿ ਉਹ ਪਹਿਲੀਆਂ 2 ਲਾਈਨਾਂ ਹੁੰਦੀਆਂ। ਉਹਨਾਂ ਪਹਿਲੀਆਂ 2 ਲਾਈਨਾਂ ਨੂੰ ਦੇਖ ਕੇ ਗਜ਼ਲਕਾਰ ਸਮਝ ਜਾਂਦੇ ਕਿ ਇਹਨੇ ਕਿਹੜਾ ਕਾਫੀਆ ਨਿਭਾਉਣਾ ਤੇ ਕਿਹੜਾ ਰਦੀਫ ਨਿਭਾਉਣਾ। ਇਹ ਜਿਹੜੇ ਲਫ਼ਜ਼ ਹੈ ਕਿਹੜੀ ਲੈਂਗੁਏਜ ਦੇ ਜਿਹੜੇ ਤੁਸੀਂ ਬੋਲ ਰਹੇ ਹੋ? ਇਹ ਅਰਬੀ ਦੇ ਆ। ਅਰਬੀ ਦੇ ਵਿੱਚੋਂ, ਕਿਉਂਕਿ ਗਜ਼ਲ ਜਿਹੜੀ ਅਰਬੀ 'ਚੋਂ ਆਈ ਆ, ਇਹ ਉੱਥੋਂ ਹੀ ਆਜ਼ਾਦ ਹੋਈ ਆ। ਤੇ ਉੱਥੋਂ ਹੀ ਤੁਰ ਕੇ ਇਹ ਪੰਜਾਬੀ ਦੇ ਵਿੱਚ, ਈਵਨ ਹੁਣ ਤੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੈਗੀ ਆ। ਉਰਦੂ ਦੇ ਵਿੱਚ, ਆਪਣੇ ਹਿੰਦੀ ਦੇ ਵਿੱਚ ਜਾਂ ਗੁਜਰਾਤੀ, ਬਹੁਤ ਹੁਣ ਤੇ ਸਾਰਿਆਂ 'ਚ ਲਿਖੀ ਜਾਂਦੀ ਆ। ਪਰ ਜਿਹੜਾ ਇਹਦਾ ਮੇਨ ਹੈਗਾ ਵਿਧਾਨ, ਉਹ ਉਹੀ ਆ ਜਿਹੜਾ ਅਰਬੀ ਵਾਲਿਆਂ ਨੇ ਬਣਾਇਆ ਸੀ। ਉਹ ਚੇਂਜ ਨਹੀਂ ਹੋਇਆ। ਉਹਨੂੰ ਕਿਸੇ ਨੇ ਚੇਂਜ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਔਰ ਜੇ ਕੋਈ ਕੋਸ਼ਿਸ਼ ਕਰਦਾ ਤਾਂ ਉਹਨੂੰ ਰੋਕ ਦਿੱਤਾ ਜਾਂਦਾ, ਕਿਉਂਕਿ ਉਹ ਬਹੁਤ ਸਾਇੰਟੀਫਿਕ ਵਿਧਾਨ ਆ। ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਇੱਥੋਂ ਇਹਨੇ ਬਹਿਰ ਤੋੜ ਦਿੱਤੀ, ਇੱਦਾਂ ਟੁੱਟਣੀ ਨਹੀਂ ਸੀ, ਇੱਦਾਂ ਹਾਂ ਇਹ ਗਲਤ ਹੋ ਗਿਆ। ਜਦ ਕਿ ਜਿਹੜਾ ਸਾਡਾ ਪਿੰਗਲ ਦਾ ਵਿਧਾਨ ਸੀ ਉਹ ਵੀ ਬੜਾ ਖੂਬਸੂਰਤ ਸੀ, ਜਿਹਦੇ ਵਿੱਚ ਸਾਡੇ ਚੌਪਈ, ਕਵਿਤ, ਛੰਦ, ਬੈਂਤ ਜੋ ਵੀ ਹੈ ਲਿਖੇ ਜਾਂਦੇ ਸਲੋਕ, ਹੈ ਨਾ, ਉਹਦੇ ਵਿੱਚ ਇੰਨੀ ਕਰੜਾਈ ਦੇ ਨਾਲ ਉਹਦੇ ਤੇ ਪਹਿਰਾ ਨਹੀਂ ਦਿੱਤਾ ਗਿਆ। ਉਹ ਇੱਕ ਛੰਦ ਦੇ ਹਜ਼ਾਰਾਂ ਹੀ ਰੂਪ ਘੜ ਲਏ ਲੋਕਾਂ ਨੇ। ਉਹਨਾਂ ਕਿਹਾ ਮੇਰਾ ਬੈਂਤ ਆ, ਇਹਦੀਆਂ ਮਾਤਰਾ ਇੰਨੇ ਹੀ ਨਹੀਂ ਆਇਆ, ਹੈ ਨਾ। ਉਹ ਇੱਕ ਮਾਤਰਾ ਨਹੀਂ ਰਹੀਆਂ ਬੈਂਤ ਦੀਆਂ, ਹੈ ਨਾ। ਤੇ ਇਸ ਵਜ੍ਹਾ ਨਾਲ ਉਹ ਤੋਂ ਲੋਕੀ ਟੁੱਟ ਗਏ ਹੌਲੀ ਹੌਲੀ, ਕਿਉਂਕਿ ਜਦੋਂ ਹਰੇਕ ਬੰਦੇ ਨੇ ਆਪਣਾ ਹੀ ਛੰਦ ਘੜ ਲੈਣਾ ਤੇ ਫਿਰ ਉਹ ਇੱਕੋ ਛੰਦ ਹੀ ਹਜ਼ਾਰਾਂ ਤਰ੍ਹਾਂ ਦਾ ਹੋ ਜਾਂਦਾ, ਹੈ ਨਾ। ਤੇ ਇਹਦੇ ਵਿੱਚ ਇਹ ਬੰਦਿਸ਼ ਹੈ ਅਰੂਜ਼ ਦੇ ਵਿੱਚ, ਜਿਹੜਾ ਅਰਬੀ ਵਿਧਾਨ ਹੈ ਗਜ਼ਲ ਦਾ, ਉਹਦੇ ਵਿੱਚ ਜਿੰਨੀਆਂ ਬਹਿਰਾਂ ਹੈ ਉਨੀਆਂ ਹੀ ਆ। ਤੇ ਉਹ ਨਾ ਹੀ ਕਿਸੇ ਨੇ ਵਧਾਈਆਂ ਨਾ ਹੀ ਘਟਾਈਆਂ। ਸੋ ਜਿਹੜੀ ਗਜ਼ਲ ਆ, ਇਹ ਲਿਖਣੀ ਸਿੱਖੀ ਵੀ ਜਾ ਸਕਦੀ ਆ? ਬਿਲਕੁਲ। ਅਸਲ 'ਚ ਥਾਟ ਜਿਹੜੇ ਪਹਿਲੀ ਗੱਲ ਤੁਸੀਂ ਕੀਤੀ ਸੀ, ਥਾਟ ਹੋਣਾ ਕਹਿੰਦੇ ਸੀ ਜ਼ਰੂਰੀ ਆ। ਥਾਟ ਤੁਹਾਡੇ ਕੋਲ ਹੈਗਾ, ਇਹ ਤੇ ਸਿਰਫ ਬਾਹਰਲਾ ਉਹਦੇ ਕੱਪੜਾ ਹੀ ਆ, ਉਹਦੇ ਪਾਇਆ ਗਿਆ ਥਾਟ ਦੇ, ਹੈ ਨਾ। ਉਹਦੇ ਵਿੱਚ ਥੋੜਾ ਸੰਗੀਤ ਭਰਨ ਲਈ, ਉਹਨੂੰ ਥੋੜਾ ਰਵਾਨੀ ਭਰਨ ਲਈ, ਰਵਾਨੀ ਦੇ ਵਿੱਚ ਉਹ ਗੱਲ ਕਹੀ ਜਾ ਸਕੇ, ਬਸ ਇੰਨਾ ਹੀ ਆ। ਅਦਰਵਾਈਜ਼ ਤੁਹਾਡਾ ਥਾਟ ਹੀ ਮੇਨ ਆ, ਹੈ ਨਾ। ਹੁਣ ਤੁਸੀਂ ਇੱਦਾਂ ਦੀਆਂ ਗਜ਼ਲਾਂ ਵੀ ਪੜ੍ਹੋਗੇ ਜਿਹੜਾ ਤੁਸੀਂ ਪੜ੍ਹ ਕੇ ਕਹਿ ਦਿੰਦੇ ਆਹ ਕੀ ਲਿਖਿਆ, ਇਹਦੀ ਕੀ ਗੱਲ ਬਣੀ, ਹੈ ਨਾ। ਉਹਦੇ ਵਿੱਚ ਕੁਛ ਨਹੀਂ ਹੁੰਦਾ, ਪਰ ਫਿਰ ਵੀ ਉਹਨੇ ਵਿਧਾਨ ਨਿਭਾਇਆ ਹੁੰਦਾ। ਇਸ ਕਰਕੇ ਉਹ ਹੁੱਬ ਕੇ ਉੱਪਰ ਗਜ਼ਲ ਲਿਖਦਾ ਉਹਨੂੰ, ਕਿਉਂਕਿ ਉਹਨੇ ਬਹਿਰ, ਛੰਦ, ਕਾਫੀਆ ਸਾਰਾ ਕੁਛ ਨਿਭਾਇਆ ਹੋਇਆ, ਹੈ ਨਾ। ਪਰ ਉਹ ਥਾਟ ਬੜਾ ਵੀਕ ਆ ਉਹਦੇ ਕੋਲ, ਇਸ ਕਰਕੇ ਉਹ ਬਹੁਤ ਹੀ ਕਮਜ਼ੋਰ ਗਜ਼ਲ ਆ। ਉਹਨੂੰ ਲੋਕ ਪੜ੍ਹ ਕੇ ਕਹਿੰਦੇ ਛੱਡ ਗਜ਼ਲ ਕੀ ਲਿਖਣੀ, ਇੱਦਾਂ ਦੀ ਗਜ਼ਲ ਹੁੰਦੀ ਹੈ ਨਾ। ਤੇ ਇੱਕ ਦੂਸਰਾ ਗਜ਼ਲ ਗੋਆ ਜਿਹੜਾ ਬਹੁਤ ਹੀ ਡੂੰਘੀ ਗੱਲ ਕਹਿੰਦਾ ਆ, ਤੇ ਉਹ ਗਜ਼ਲ ਵੱਲ ਦੇਖ ਕੇ ਲੋਕੀ ਕਹਿੰਦੇ ਅਸੀਂ ਵੀ ਗਜ਼ਲ ਲਿਖਣੀ ਆ। ਸੋ ਇਹ ਡਿਪੈਂਡ ਕਰਦਾ ਤੁਹਾਡੀ ਥਾਟ ਕਿੰਨੀ ਕੁ ਡੂੰਘੀ ਆ, ਕੀ ਹੈ ਤੁਹਾਡੇ ਕੋਲ, ਕਹਿ ਕੀ ਰਹੇ ਤੁਸੀਂ। ਆਪਣੇ ਨਾਲ ਇਸ ਵੇਲੇ ਸ਼ਾਮਿਲ ਹੋਏ ਨੇ ਤੁਹਾਡੇ ਹੀ ਆਪਣੇ ਇੱਕ ਸਾਥੀ ਨੇ ਜੀ, ਬਹੁਤ ਵਧੀਆ ਸ਼ਾਇਰੀ ਕਰਦੇ ਨੇ ਵੀ, ਮਨਪ੍ਰੀਤ ਜੀ। ਹੈਲੋ, ਹਾਂਜੀ ਮਨਪ੍ਰੀਤ ਜੀ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਖੁਸ਼ੀ ਹੋਈ ਰਾਜਵੰਤ ਨੂੰ ਸੁਣ ਕੇ, ਤੇ ਮੈਂ ਪ੍ਰੋਗਰਾਮ ਸੁਣਦਾ ਸੀ ਤੁਹਾਡਾ, ਤੇ ਬੜੀਆਂ ਸੋਹਣੀਆਂ ਗੱਲਾਂ, ਜਿਵੇਂ ਕਿ ਆਲਵੇਜ਼ ਹੀ ਕਰਦਾ ਜੀ। ਤੇ ਬਾਕੀ ਰਾਜਵੰਤ ਜਿੱਦਾਂ ਕਿ ਬਹੁਤ, ਮੈਂ ਕਹਿੰਦਾ ਬਹੁਤ ਵਧਾਵੀ ਜਿਹੜਾ ਲੇਖਕ ਹੈਗਾ। ਤੇ ਜਿੱਦਾਂ ਜਿੰਨੀ ਸੋਹਣੀ ਗਜ਼ਲ ਲਿਖਦੇ, ਇਹਨਾਂ ਦਾ ਨਾਵਲ ਵੀ ਬਹੁਤ ਪਿੱਛੇ ਜਿਹੜਾ ਆਇਆ, ਪਿਓ ਤੋਂ ਬਹੁਤ ਚਰਚਿਤ ਰਿਹਾ ਨਾਵਲ। ਹਾਂਜੀ ਬਿਲਕੁਲ, ਮੈਂ ਵੀ ਪੜ੍ਹਿਆ ਉਹ। ਮੈਂ ਉਹੀ ਅੱਗੇ ਚੱਲ ਕੇ ਉਹਦੇ ਬਾਰੇ ਵੀ ਗੱਲ ਕਰਾਂਗੇ ਜੀ। ਹਾਂਜੀ ਹਾਂਜੀ। ਬਾਕੀ ਮੈਨੂੰ ਮਾਣ ਆ ਕਿ ਇਹਨਾਂ ਦੇ ਜਿਹੜਾ ਸਾਹਿਤਕ ਸਫ਼ਰ ਆ, ਮੈਂ ਉਹਦੇ 'ਚ ਬੜਾ ਕਰੀਬ ਤੋਂ ਦੇਖਿਆ ਉਹਨੂੰ, ਕਰੀਬੀ ਉਹਦਾ ਗਵਾਹ ਵਾ। ਤੇ ਥੋੜਾ ਜਿਹਾ ਜਿਵੇਂ ਕਿ ਤੁਹਾਨੂੰ ਪਤਾ ਗਜ਼ਲ ਦਾ ਵਿਧੀ ਵਿਧਾਨ ਥੋੜਾ ਔਖਾ, ਜਿਵੇਂ ਇਹਨਾਂ ਨੇ ਦੱਸਿਆ ਕਿ ਛੇਤੀ ਕੀਤੇ ਸਮਝ ਨਹੀਂ ਆਉਂਦਾ, ਪਰ ਜਿੱਦਾਂ ਕਈ ਹੁੰਦਾ ਨਾ, ਕਈ ਉਹਨੂੰ ਬੜਾ ਔਖਾ ਹੋ ਕੇ ਸਿੱਖਦੇ ਆ। ਪਰ ਮੈਨੂੰ ਲੱਗਦਾ ਵੀ ਜਿਹੜੀ ਰਾਜਵੰਤ ਆ ਨਾ, ਇਹਨਾਂ ਦਾ ਉਹ ਇੱਕ ਜਿਹਦੇ ਅੰਦਰ ਇੱਕ ਸ਼ਾਇਰੀ ਆ ਜਾਂ ਉਹ ਚੀਜ਼ ਹੈਗੀ ਆ, ਉਹਦੇ ਲਈ ਇੰਨਾ ਔਖਾ ਨਹੀਂ ਹੁੰਦਾ। ਬੜਾ ਇਹਨਾਂ ਲਈ ਇੱਕ ਉਹ ਨੈਚੁਰਲ ਜਿਹੇ ਤਰੀਕੇ ਨਾਲ ਉਹਨਾਂ 'ਚ ਆਉਂਦਾ। ਤੇ ਇਸੇ ਕਰਕੇ ਸ਼ਾਇਦ ਇਹਨਾਂ ਦੇ ਜਿੱਦਾਂ ਆਮ ਤੌਰ 'ਤੇ ਇਹਨਾਂ ਦੇ ਨਾਲ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ, ਜਿਹੜੀਆਂ ਗੱਲਾਂ ਹੁੰਦੀਆਂ ਉਹ ਆਮ ਤੌਰ 'ਤੇ ਸਾਹਿਤਕ ਹੀ ਹੁੰਦੀਆਂ, ਗਜ਼ਲ ਬਾਰੇ ਜਾਂ ਆਲੇ ਦੁਆਲੇ, ਜਾਂ ਕਿਹੋ ਜਿਹੀ ਗਜ਼ਲ ਲਿਖੀ ਜਾ ਰਹੀ ਆ, ਜਾਂ ਗਜ਼ਲ 'ਚ ਕੀ ਹੋਣਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ। ਤੇ ਉਹ ਮੇਰਾ ਖਿਆਲ ਆ ਕਿ ਚੇਤਨ ਅਚੇਤਨ ਤੌਰ 'ਤੇ ਮੇਰੇ ਲਈ ਵੀ, ਜਾਂ ਹੋਰ ਜੋ ਵੀ ਆਲੇ ਦੁਆਲੇ ਅਸੀਂ ਬੈਠ ਕੇ ਜਾਂ ਗੱਲਾਂ ਕਰੀ ਦੀਆਂ ਕਦੇ, ਉਹ ਕਾਫੀ ਜਾਣੀ ਦੀ ਵਧੀਆ ਸਾਡੇ 'ਤੇ ਅਸਰ ਅਸੀਂ ਛੱਡਦੀਆਂ ਉਹ ਚੀਜ਼ਾਂ ਹੈਗੀਆਂ ਜਿਹੜੀਆਂ, ਹੈ ਨਾ। ਤੇ ਬਾਕੀ ਥੋੜ੍ਹੀ ਜਿਹੀ ਇਹਨਾਂ ਨੂੰ
ਬਹੁਤ ਜ਼ਿਆਦਾ ਇਹਨਾਂ ਨੂੰ ਕਿ ਗਜ਼ਲ ਦੇ ਉੱਤੇ ਆਬੂਰ ਹਾਸਲਾ, ਤੇ ਤੁਹਾਨੂੰ ਸ਼ਾਇਦ ਹੈਰਾਨੀ ਹੋਊਗੀ ਕਿ ਬਹੁਤ ਇਹਨੂੰ ਸਿਖਾਈ ਵੀ ਹੈ ਇਹਨਾਂ ਨੇ, ਗਜ਼ਲ ਸਿਖਾ ਵੀ ਰਹੇ ਨਾਲ ਨਾਲ। ਇਹ ਤੁਸੀਂ ਚੰਗੀ ਗੱਲ ਦੱਸ ਚੱਲੇ ਹੋ। ਇਹ ਬਹੁਤ ਜ਼ਰੂਰੀ ਸੀ। ਮੈਂ ਤਾਂ ਹੀ ਇਹਨਾਂ ਕੋਲੋਂ ਥੋੜਾ ਜਿਹਾ ਨਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਬੇਸ਼ੱਕ ਇਹਨਾਂ ਨੇ ਦੱਬੀ ਜੀ ਆਵਾਜ਼ 'ਚ ਕਿਹਾ, ਕਹਿੰਦੇ ਵੀ ਔਖਾ ਆ ਦੱਸਣਾ, ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਲੈਣਾ। ਇਹ ਬਹੁਤ ਵਧੀਆ ਗੱਲ ਦੱਸ ਚੁੱਕੀ ਹੋ ਕਿ ਕਈਆਂ ਨੂੰ ਸਿਖਾਈ ਵੀ ਹੈ। ਹੁਣ ਇਹਨਾਂ ਦੇ ਹੋਰ ਵੀ ਕਈ ਸਟੂਡੈਂਟ ਬਣਨਗੇ ਜਿਨ੍ਹਾਂ ਦੇ ਵਿੱਚ ਮੇਰਾ ਬੜਾ ਦਿਲ ਕਰਦਾ ਕਿ ਵੀ ਮੈਂ ਬੱਗ ਕਰਾਂ ਥੋੜਾ ਜਿਹਾ ਇਹਨਾਂ ਨੂੰ। ਪਰ ਮੈਂ ਚਾਹੁੰਦਾ ਵੀ ਚਲੋ ਠੀਕ ਆ, ਮੈਂ ਉਹ ਚਾਹੁੰਦਾ ਨਹੀਂ ਵੈਸੇ ਉਸਤਾਦ ਸ਼ਾਇਰ ਵਾਲਾ ਬਣਨ ਗੱਲ। ਮੈਂ ਤਾਂ ਇਹਨਾਂ ਨੂੰ ਉਹੀ ਚਾਹੁੰਦਾ ਵੀ ਜਿੱਦਾਂ ਉਹ ਜਹੀਨ ਤੇ ਜਿੱਦਾਂ ਜਗਿਆਸੂ ਸ਼ਾਇਰ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਮੈਂ ਤਾਂ ਕਹਿੰਦਾ ਉਹਦੇ ਨਾਲ ਹੀ ਕਰਨ ਹਨਾ। ਬਾਕੀ ਇਹਨਾਂ ਦੇ ਜਿਹੜੇ ਸ਼ੇਰ ਆ, ਜੇ ਆਪਾਂ ਸ਼ਾਇਰੀ ਦੀ ਗੱਲ ਕਰੀਏ ਤਾਂ ਬੜੀ ਮਤਲਬ ਇਹਨਾਂ ਨੂੰ ਸੂਝ ਵੀ ਹੈਗੀ ਆ ਜਾਣੀ ਦੀ ਵੀ ਕਿੱਦਾਂ, ਜਿਵੇਂ ਕਿ ਇਹਨਾਂ ਨੇ ਕਿਹਾ ਵਾ ਕਿ ਵੇਖ ਕੇ ਪਤਾ ਲੱਗ ਜਾਂਦਾ ਆ ਕੀ ਲਿਖਿਆ। ਉਹ ਜਿਹੜੇ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਗਲਤ ਆ, ਉਹ ਉਸ ਰਾਹ ਤੇ ਤੁਰ ਪੈਂਦਾ ਵੀ ਮੈਂ ਸਹੀ ਕਿੱਧਰ ਨੂੰ ਜਾਣਾ ਹਨਾ। ਤੇ ਇਹਨਾਂ ਜਿਹੜੀਆਂ ਉਹ ਗਜ਼ਲ 'ਚ ਕਈ ਤਰ੍ਹਾਂ ਦੇ ਗੁਣ ਹੁੰਦੇ ਜਿਹੜੇ ਕਿ ਮੈਂ ਦੇਖਦਾ ਕਿ ਰਾਜਵੰਤ ਦੀਆਂ ਗਜ਼ਲਾਂ 'ਚ ਹੈਗੀ ਆ। ਭਾਵੇਂ ਉਹ ਜਿਹੜੇ ਅੱਡੋ ਅਲੱਗ-ਅਲੱਗ ਵਿਸ਼ੇ, ਕੋਈ ਰਿਸ਼ਤਿਆਂ ਦਾ ਹੋਵੇ, ਕੋਈ ਰਿਸ਼ਤਿਆਂ ਦਾ ਮਨੋਵਿਗਿਆਨ ਲਾ ਲਓ, ਜਾਂ ਸਮਾਜਿਕ ਨਾ ਬਰਾਬਰੀ ਦੀ ਗੱਲ ਕਰਨੀ ਆ, ਜਾਂ ਧਾਰਮਿਕ ਅਡੰਬਰ ਦੀ। ਗਜ਼ਲ ਦਾ ਮਤਲਬ ਹੀ ਇਹ ਹੈ ਕਿ ਸਾਰੇ ਵਿਸ਼ਿਆਂ ਨੂੰ ਹਨਾ ਇਹ ਬੜੀ ਬੇਖੂਬੀ ਇਹਨਾਂ ਦੀਆਂ ਬੜੇ ਨੈਚੁਰਲ ਤਰੀਕੇ ਨਾਲ, ਉਹ ਇਹ ਨਹੀਂ ਵੀ ਆਪਾਂ ਇਸ ਤੇ ਲਿਖਣਾ ਵੀ ਧੱਕੇ ਨਾਲ ਕੋਈ ਘਟਨਾ ਹੋ ਗਈ ਉਹ ਤੇ ਲਿਖਤੀ ਹੈ ਨਾ। ਇਸ 'ਚ ਵੀ ਥੋੜ੍ਹੀ ਜਿਹੀ ਬੜੀ ਵਧੀਆ, ਜਿੱਦਾਂ ਇਹਨਾਂ ਦਾ ਜਿਵੇਂ ਇੱਕ ਸ਼ੇਰ ਆ ਕਿ ਬੇਉਮੀਦੀ, ਬੇਯਕੀਨੀ, ਬੇਵਸੀ, ਬੇਗਾਨਗੀ, ਮਤਲਬ ਇਹ ਕਾਵ ਗੁਣ ਹੁੰਦੇ ਆ ਜਿੱਦਾਂ ਉਹਦੇ 'ਚ ਹੁੰਦੇ ਆ। ਤੇ ਬੇਉਮੀਦੀ, ਬੇਯਕੀਨੀ, ਬੇਵਸੀ, ਬੇਗਾਨਗੀ, ਮੇਰੇ ਅੰਦਰ ਬਹੁਤ ਕੁਝ ਚਿਣਿਆ ਪਿਆ ਤਰਤੀਬ ਵਾਰ ਹਨਾ। ਤੋ ਉਹ ਜਿੱਦਾਂ ਕਿ ਉਹ ਸਾਰੇ ਸ਼ੇਰਾਂ 'ਚ ਵੀ ਉਹ ਜਿੱਦਾਂ ਗਜ਼ਲ ਦੇ ਵਿੱਚ ਵੀ ਉਹ ਤਰਤੀਬ ਦੀ ਗੱਲ ਹੁੰਦੀ ਆ। ਤੇ ਜਦੋਂ ਜਿਹਨੂੰ ਆ ਜਾਂਦੀ ਆ, ਮੇਰਾ ਖਿਆਲ ਆ ਕਿ ਮੈਨੂੰ ਫਖਰ ਆ ਕਿ ਰਾਜਵੰਤ ਮੇਰਾ ਦੋਸਤ ਵੀ ਆ, ਸਾਡੇ ਗਜ਼ਲ ਮੰਚ ਦਾ ਮੈਂਬਰ ਵੀ ਆ, ਤੇ ਆਪਣੇ ਸਰੀ ਸ਼ਹਿਰ ਨੂੰ ਬਿਲੋਂਗ ਕਰਦਾ ਹਨਾ। ਤੇ ਇਸ ਕਰਕੇ ਹੋਰ ਵੀ ਮਾਣ ਵਾਲੀ ਗੱਲ ਆ ਕਿ ਜਦੋਂ ਸਾਰੇ ਜਿੱਦਾਂ ਗਜ਼ਲ ਸੰਸਾਰ 'ਚ ਇਹਨਾਂ ਦਾ ਨਾਂ ਲਿਆ ਜਾਂਦਾ ਕਿ ਬਹੁਤ ਵਧੀਆ ਗਜ਼ਲ ਲਿਖਦੇ ਆ, ਜਾਂ ਚੰਗੇ ਜਿਹੜੇ ਗਜ਼ਲਕਾਰਾਂ 'ਚ ਨਾਂ ਸ਼ਾਮਲ ਹੁੰਦਾ, ਤਾਂ ਉਹ ਵਾਕਈ ਸਾਡੇ ਆਪਣੇ ਸਾਰਿਆਂ ਲਈ ਉਹ ਬਹੁਤ ਮਾਣ ਵਾਲੀ ਗੱਲ ਆ। ਮੈਂ ਚਾਹੁੰਦਾ ਕਿ ਅੱਗੇ ਤੋਂ ਵੀ ਇੱਦਾਂ ਹੋਰ ਵੀ ਇਸ ਤੋਂ ਵੀ ਜਾਣੀ ਦੀ ਇਹਨਾਂ ਦੀਆਂ ਜਿਹੜੀਆਂ ਹਜੇ ਬਹੁਤ ਕੁਝ ਇਹਨਾਂ ਨੇ ਪੰਜਾਬੀ ਸਾਹਿਤ ਨੂੰ, ਭਾਵੇਂ ਦੀ ਉਹ ਵਾਰਤਕ ਦੇ ਰੂਪ ਵਿੱਚ ਆ, ਭਾਵੇਂ ਦੀ ਉਹ ਗਜ਼ਲ ਦੇ ਰੂਪ ਵਿੱਚ, ਹਜੇ ਮੇਰੇ ਉਮੀਦ ਆ ਕਿ ਬਹੁਤ ਕੁਝ ਦੇਣਾ ਇਹਨਾਂ ਨੇ ਹਜੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਮਨਪ੍ਰੀਤ ਜੀ, ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਮਨਪ੍ਰੀਤ, ਸ਼ੁਕਰੀਆ, ਸੋਹਣੀਆਂ ਗੱਲਾਂ ਕੀਤੀਆਂ। ਦੇਖੋ ਜੀ, ਇਹ ਗੱਲ ਤਾਂ ਹੈ। ਇੱਕ ਗੱਲ ਹੁਣ ਜਾਂਦੇ ਜਾਂਦੇ ਕਹਿ ਗਏ, ਕਹਿੰਦੇ ਕਿ ਵੀ ਜਿਹੋ ਜਿਹੀ ਇਹ ਪੋਇਟਰੀ ਕਰਦੇ ਆ ਵੀ ਮੈਂ ਚਾਹੁੰਦਾ ਕਿ ਕਰਦੇ ਰਹਿਣ। ਉਸਤਾਦ ਹੋ ਜਾਣਾ ਕਿਵੇਂ ਲੱਗਦਾ ਜੇ ਤੁਸੀਂ ਕਿਸੇ ਨੂੰ ਸਿਖਾਇਆ ਵੀ ਆ? ਇਹ ਵੀ ਗੱਲ ਕਰਕੇ ਗਏ ਆ, ਇੱਕ ਆਮ ਜਿਹੜਾ ਗਜ਼ਲਕਾਰ ਹੈ ਤਾਂ ਇੱਕ ਉਸਤਾਦ ਗਜ਼ਲਕਾਰ ਹੈ। ਤੁਸੀਂ ਸਮਝਦੇ ਹੋ ਕਿ ਵੀ ਵੱਡਾ ਫਰਕ ਹੈ ਉਹਦੇ ਵਿੱਚ? ਨਹੀਂ, ਮੈਨੂੰ ਲੱਗਦਾ ਕਿ ਗਜ਼ਲਕਾਰ ਹੋਣਾ ਜ਼ਿਆਦਾ ਬੈਟਰ ਹੈ ਉਸਤਾਦ ਹੋਣ ਨਾਲੋਂ, ਕਿਉਂਕਿ ਉਸਤਾਦ ਹੋਣਾ ਤੇ ਸਿਰਫ ਤੁਹਾਨੂੰ ਜਿੱਦਾਂ ABC ਆਉਂਦੀ ਤੇ ਤੁਸੀਂ ਸਪੈਲਿੰਗ ਜੋੜਨੇ ਦੱਸਣੇ ਹੁੰਦੇ ਆ, ਪਰ ਜਿਹੜੀ ਥੋਟ ਹੈਗੀ ਆ ਉਹ ਉਸਤਾਦ ਦੇ ਵੱਸ ਦੀ ਗੱਲ ਨਹੀਂ। ਕਿ ਉਸਤਾਦ ਕੋਲ ਵੀ ਈਵਨ ਬਹੁਤ ਸਾਰੇ ਉਸਤਾਦ ਵੀ ਇਹੋ ਜਿਹੇ ਹੈਗੇ ਜਿਨ੍ਹਾਂ ਕੋਲ ਥੋਟ ਹੈ ਨਹੀਂ, ਪਰ ਗਜ਼ਲ ਦਾ ਗ੍ਰਾਮਰ ਹੈਗੀ ਆ ਹੈ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਤਾਂ ਹਮੇਸ਼ਾ ਇਹੋ ਹੀ ਰੱਬ ਤੋਂ ਮੰਗਦਾ ਹੁੰਦਾ ਕਿ ਮੈਨੂੰ ਚੰਗੀ ਥੋਟ ਦੇਈ ਹੈ ਨਾ। ਅਤੇ ਮੈਂ ਕਦੀ ਵੀ ਉਸਤਾਦ ਵਾਲੇ ਚੱਕਰ 'ਚ ਨਹੀਂ ਪਿਆ। ਹਾਂ, ਮੈਂ ਦੱਸ ਜ਼ਰੂਰ ਦਿੰਦਾ ਜੇ ਕੋਈ ਪੁੱਛਦਾ ਗਜ਼ਲ ਕਿੱਦਾਂ ਲਿਖਣੀ ਆ ਜਾਂ ਕਿੱਦਾਂ ਆਉਣੇ ਆ ਹੈ ਨਾ। ਜਿੰਨਾ ਮੈਨੂੰ ਪਤਾ ਮੈਂ ਉਹਨਾਂ ਦੱਸ ਦਿੰਦਾ। ਤਾਂ ਮੇਰੀ ਪਹਿਲੀ ਸ਼ਰਤ ਇਹ ਹੁੰਦੀ, ਖਬਰਦਾਰ ਜੇ ਮੈਨੂੰ ਉਸਤਾਦ ਕਿਹਾ ਤਾਂ ਭਾਜੀ ਕਹਿਣਾ ਹੈ ਨਾ, ਜਿੰਨੇ ਵੀ ਮੁੰਡੇ ਹੈਗੇ ਆ ਨਾ, ਵੀ ਤੁਸੀਂ ਆਪਾਂ ਇਹ ਸਮਝ ਲਓ ਵੀ ਮੈਂ 10ਵੀਂ ਦਾ ਆ, ਤੁਸੀਂ 8ਵੀਂ ਦੇ ਆ ਹੈ ਨਾ। ਅਤੇ ਮੈਂ ਵੀ ਸਿੱਖਦਾ ਹੀ ਆ ਜੇ, ਅਤੇ ਜਿੰਨਾ ਕੁ ਮੈਨੂੰ ਪਤਾ ਮੈਂ ਤੁਹਾਨੂੰ ਦੱਸੀ ਜਾਊਂਗਾ ਨਾ। ਅਤੇ ਮੁੰਡੇ ਸੋਹਣਾ ਕਈ ਤੁਰ ਪੈਂਦੇ, ਡਿਪੈਂਡ ਕਰਦਾ ਤੁਹਾਡੇ ਅੰਦਰ ਥੋਟ ਕਿਹੋ ਜਿਹਾ ਹੈ ਨਾ। ਓਕੇ, ਗਜ਼ਲਾਂ ਦੀਆਂ ਗੱਲਾਂ ਹੋਈਆਂ ਥੋੜ੍ਹੀਆਂ ਬਹੁਤ, ਅਤੇ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਜਿਹੜਾ ਨਾਵਲ ਆਇਆ ਸੀ ਪਿਉਂਦ ਜੀ, ਉਹਦੀ ਵੀ ਆਪਾਂ ਗੱਲ ਕਰੀਏ। ਪਿਉਂਦ ਤੋਂ ਵੀ ਪਹਿਲਾਂ ਥੋੜ੍ਹਾ ਜਿਹਾ ਮੈਂ ਹੋਰ ਪਿੱਛੇ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਕੈਨੇਡਾ ਜਦੋਂ ਤੁਸੀਂ ਆਏ, ਲਾਈਫ ਯਕੀਨਨ ਤੌਰ ਦੇ ਉੱਤੇ ਬਿਲਕੁਲ ਚੇਂਜ ਹੋਈ ਹੋਏਗੀ। ਜੀ ਜੀ। ਜਿਹੜਾ ਲਿਖਣ ਦਾ ਸਿਲਸਿਲਾ ਉਹ ਕੈਨੇਡਾ ਦੇ ਵਿੱਚ ਆ ਕੇ ਸ਼ੁਰੂ ਕੀਤਾ ਜਾਂ ਇੰਡੀਆ ਕਰਦੇ ਸੀ ਤੁਸੀਂ? ਨਹੀਂ, ਇੰਡੀਆ ਨਹੀਂ, ਕੈਨੇਡਾ ਦੇ ਵਿੱਚ ਵੀ ਪਹਿਲੇ 10 ਸਾਲ ਤੇ ਕੁਛ ਨਹੀਂ ਲਿਖਿਆ ਪਹਿਲੇ ਨਹੀਂ। ਮਗਰਲੇ ਮੇਰਾ ਸਿਲਸਿਲਾ ਜਿਹੜਾ ਲਿਖਣ ਦਾ 2009 ਤੋਂ ਸ਼ੁਰੂ ਹੋਇਆ। ਅੱਛਾ। ਹਾਂ, 2009 'ਚ ਜਿੱਦਾਂ ਇਹਨਾਂ ਦੇ ਸੰਪਰਕ 'ਚ ਆਇਆ ਮੈਂ। ਅਸਲ ਦੇ ਵਿੱਚ ਉਦੋਂ ਜਿਹੜੀ ਮੇਰੀ ਜੋਬ ਬਦਲੀ ਸੀ, ਮੈਂ ਟ੍ਰਾਂਜ਼ਿਟ ਦੇ ਵਿੱਚ ਉਦੋਂ ਹਾਇਰ ਹੋਇਆ ਸੀ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਜਿਹੜਾ ਕਈ ਲੋਕ ਕਹਿੰਦੇ ਹੁੰਦੇ ਕਿ ਸਾਨੂੰ ਬਚਪਨ ਤੋਂ ਹੀ ਸ਼ੌਕ ਸੀ? ਬਚਪਨ ਤੋਂ ਪੜ੍ਹਨ ਦਾ ਸ਼ੌਕ ਸੀ, ਲਿਖਣ ਦਾ ਨਹੀਂ ਸੀ। ਲਿਖਣ ਦਾ
ਪਤਾ ਨਹੀਂ ਸੀ ਕਿ ਮੇਰੇ ਅੰਦਰ ਮੈਂ ਲਿਖ ਵੀ ਸਕਦਾ, ਇਹ ਕਹਿ ਲਓ, ਹੈ ਨਾ। ਮੈਂ ਆਪਣੇ ਆਪ ਨੂੰ ਇਸ ਲੈਵਲ ਤੱਕ ਪਛਾਣਿਆ ਨਹੀਂ ਸੀ ਕਦੀ। ਅਤੇ ਬਾਕੀ ਕੰਪਨੀ ਵੀ ਇਹੋ ਜਿਹੀ ਨਹੀਂ ਮਿਲੀ। ਸੋਭਤ ਸ਼ਾਇਦ ਪਹਿਲੋਂ ਮਿਲ ਜਾਂਦੀ ਅਤੇ ਸ਼ਾਇਦ ਪਹਿਲੋਂ ਇਹ ਬਾਹਰ ਆ ਜਾਂਦਾ ਗੁਣ ਜਿਹੜਾ ਵਿੱਚ ਸੀਗਾ, ਹੈ ਨਾ, ਸਕਿੱਲ ਸੀਗੀ। ਪਰ ਨਾ ਹੀ ਸੋਭਤ ਮਿਲੀ, ਨਾ ਹੀ ਮੈਂ ਕਦੀ ਕੋਸ਼ਿਸ਼ ਕੀਤੀ। ਅਤੇ ਫਿਰ ਜਦੋਂ ਇਹ ਮਿਲਿਆ ਸਾਰਾ ਕੁਛ, ਫਿਰ ਇੱਕਦਮ ਜਿੱਦਾਂ ਭਰਿਆ ਹੋਇਆ ਦਰਿਆ ਵਗ ਤੁਰਿਆ ਨਾ। ਫਿਰ ਅਤੇ ਗਜ਼ਲਾਂ ਕੀ, ਕਹਾਣੀਆਂ ਕੀ, ਬਥੇਰਾ ਕੁਛ ਇੱਕਦਮ ਸ਼ੁਰੂ ਹੋ ਗਿਆ। ਹਾਂਜੀ। ਅੱਛਾ, ਜਦੋਂ ਤੁਸੀਂ ਕਿਹਾ ਕਿ ਪਹਿਲਾਂ ਮੈਂ ਲਿਖਦਾ ਨਹੀਂ ਸੀ, ਇੱਥੇ ਆ ਕੇ ਵੀ 10 ਸਾਲ ਕੰਮਾਂ ਕਾਰਾਂ ਦੇ ਵਿੱਚ ਲੰਘ ਗਿਆ ਇਹ, ਉਸ ਤੋਂ ਪਹਿਲਾਂ ਮੈਂ ਤਾਂ ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ, ਬੜੇ ਲੋਕ ਆ ਜਿਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਹੁੰਦੇ ਆ ਕਿ ਵੀ ਸ਼ਾਇਦ ਮੈਂ ਕੁਝ ਲਿਖ ਸਕਦਾ, ਜਾਂ ਮੈਂ ਕੁਝ ਲਿਖਣਾ ਚਾਹੁੰਦਾ, ਜਾਂ ਅੰਦਰ ਕੋਈ ਖਿਆਲ ਉਸਲ ਵੱਟੇ ਲੈਂਦੇ ਆ, ਜਾਂ ਕਿਸੇ ਦਾ ਅਸੀਂ ਖਿਆਲ ਪੜ੍ਹ ਲੈਂਦੇ ਹਾਂ, ਫਿਰ ਸਾਨੂੰ ਇਹ ਗੱਲ ਲੱਗਦਾ ਕਿ ਵੀ ਨਹੀਂ, ਮੈਨੂੰ ਵੀ ਕਈ ਵਾਰ ਇਹੋ ਜਿਹੇ ਥਾਟਸ ਆਉਂਦੇ ਆ ਵੀ ਇਹ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਾਗਜ਼ 'ਤੇ ਉਤਾਰੇ ਹੋਏ ਹੈਗੇ ਆ। ਤੁਹਾਨੂੰ ਵੀ, ਤੁਸੀਂ ਵੀ ਉਸ ਚੀਜ਼ ਦੇ ਵਿੱਚੋਂ ਜ਼ਰੂਰ ਵਿਚਰੇ ਹੋਗੇ, ਜ਼ਰੂਰ ਲੰਘੇ ਹੋਗੇ। ਜੀ ਬਿਲਕੁਲ। ਕਿੰਨੀ ਕੁ ਦੇਰ ਉਹ ਸਿਲਸਿਲਾ ਵੀ ਚੱਲਿਆ ਲਿਖਣ ਤੋਂ ਪਹਿਲਾਂ? ਲਿਖਣ ਤੋਂ ਪਹਿਲਾਂ ਅਸਲ ਦੇ ਵਿੱਚ ਬਹੁਤ ਲੰਮਾ ਟਾਈਮ ਉੱਦਾਂ 'ਤੇ ਚੱਲਿਆ, ਪਰ ਮੈਂ ਕਦੀ ਇਹ ਨਹੀਂ ਸੋਚਿਆ ਕਿ ਮੈਂ ਲਿਖਾਂ ਜਾਂ ਲਿਖਣਾ। ਮੈਂ ਹਮੇਸ਼ਾ ਦੂਸਰਿਆਂ ਨੂੰ ਜਦੋਂ ਪੜ੍ਹਦਾ ਨਾ, ਅਤੇ ਉਹਨਾਂ ਨੂੰ ਆਪਣੇ ਸਟੈਂਡਰਡ 'ਤੇ ਜਾਂ ਆਪਣੇ ਪਰਖ ਲੈਵਲ ਦੇ ਉੱਤੇ ਦੇਖਦਾ ਕਿ ਇਹ ਕੋਈ ਐਡੀ ਵੱਡੀ ਗੱਲ ਨਹੀਂ ਜਿਹੜੀ ਲਿਖੀ ਹੋਈ ਹੈਗੀ ਆ। ਅਤੇ ਜੇ ਉਹ ਵੱਡੀ ਗੱਲ ਲੱਗਦੀ ਆ ਮੈਨੂੰ, ਅਤੇ ਫਿਰ ਮੈਨੂੰ ਲੱਗਦਾ ਕਿ ਆਹ ਆ ਲਿਖਿਆ, ਜਿੱਦਾਂ ਮੈਨੂੰ ਪਛਾਣ ਕਰਨੀ ਆ ਗਈ ਸੀ ਵੀ ਕਿਹੜਾ ਚੰਗਾ ਕਿਹੜਾ ਮਾੜਾ, ਹੈ ਨਾ। ਅਤੇ ਫਿਰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਨੈਚੁਰਲੀ ਬੰਦਾ ਉੱਦਾਂ ਦਾ ਹੀ ਲਿਖਣਾ ਸ਼ੁਰੂ ਕਰਦਾ ਜਿਹੜਾ ਉਹਨੂੰ ਚੰਗਾ ਲੱਗਾ ਹੋਵੇ, ਜਾਂ ਉਦੋਂ ਵੱਧ ਹੀ ਸਟੈਂਡਰਡ ਹੋਵੇ, ਉਦੋਂ ਉੱਪਰ ਹੀ ਜਾਵੇ, ਥੱਲੇ ਨਾ ਆਵੇ। ਇਸ ਕਰਕੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਉਦੋਂ ਕਾਫੀ ਲੋਕਾਂ ਨੇ ਕਿਹਾ ਤੂੰ ਤਾਂ ਯਾਰ ਪੁਰਾਣਾ ਲਿਖਣ ਵਾਲਾ ਲੱਗਦਾ, ਕੋਈ ਤੂੰ ਤਾਂ ਇੱਦਾਂ ਲਿਖਦਾ, ਤੂੰ ਤਾਂ ਉੱਦਾਂ ਲਿਖਦਾ ਨਾ। ਉਹ ਪੜ੍ਹਨ ਨੇ ਕਾਫੀ ਤੁਹਾਨੂੰ ਪਰਪੱਕ ਕਰ ਦਿੱਤਾ। ਉਹ ਪੜ੍ਹਨ ਨੇ ਪਰਪੱਕ ਕੀਤਾ, ਅਤੇ ਇੱਕ ਆਪਣਾ ਸਟੈਂਡਰਡ ਪਹਿਲੋਂ ਹੀ ਬਣਿਆ ਹੋਇਆ ਸੀਗਾ ਕਿ ਇਹੋ ਜਿਹਾ ਨਹੀਂ ਲਿਖਣਾ, ਇਹੋ ਜਿਹਾ ਲਿਖਣਾ ਆ, ਇੱਦਾਂ ਗੱਲ ਹੋਵੇ, ਗੱਲ ਜਿਹੜੀ ਆ ਸ਼ਬਦ ਅਰਥਾਂ ਦੇ ਪਿੱਛੇ ਜਿਹੜੇ ਭਾਵ ਅਰਥ ਡੂੰਘੇ ਹੋਣ, ਹੈ ਨਾ। ਇਕੱਲੇ ਸ਼ਬਦ ਅਰਥਾਂ ਦਾ ਜਿਹੜਾ ਆ ਉਹ ਤਾਂ ਗੀਤ ਹੀ ਹੋ ਸਕਦੇ, ਕਵਿਤਾ ਜਿਹੜੀ ਆ ਉਹਦੇ ਪਿੱਛੇ ਭਾਵ ਅਰਥ ਹੋਣੇ ਚਾਹੀਦੇ ਆ, ਚਾਹੇ ਉਹ ਗਜ਼ਲ ਆ ਚਾਹੇ ਦੂਸਰੀ ਕਵਿਤਾ ਆ, ਉਹੋ ਹੀ ਟੁੰਬਦੀ ਆ। ਔਰ ਉਹ ਸਿੰਪਲ ਹੋਵੇ, ਜਿੰਨੀ ਉਹਨੂੰ ਤੁਸੀਂ ਸਪਸ਼ਟ ਅਤੇ ਸਿੰਪਲ ਰੱਖੋ, ਦੇਖਣ ਵਾਲੇ ਨੂੰ ਲੱਗੇ ਅਤੇ ਮੈਂ ਵੀ ਲਿਖ ਸਕਦਾ, ਪਰ ਜੋ ਉਹਦੇ ਪਿੱਛੇ ਡੂੰਘਾਈ ਛੁਪੀ ਆ ਉਹ ਨਾ ਹੱਥ ਆਵੇ ਹਰੇਕ ਦੇ, ਜਿੱਦਾਂ ਨਾ ਵੀ ਇਹੋ ਹੀ ਕਵਿਤਾ ਦਾ ਵੱਲ ਹੁੰਦਾ ਕਿ ਤੁਸੀਂ ਸਿੰਪਲ ਸਧਾਰਨ ਦੇ ਪਿੱਛੇ ਬਹੁਤ ਡੂੰਘਾ ਕੁਛ ਛੁਪਾ ਜਾਂਦੇ ਆ। ਰਾਜਵੰਤ ਰਾਜ ਜੀ, ਤੁਸੀਂ ਦੱਸਿਆ ਕਿ 10 ਸਾਲ ਤੁਸੀਂ ਇੱਥੇ ਰਹੇ ਆ ਕੇ, ਤਾਂ ਵੀ ਤੁਸੀਂ ਕੁਝ ਲਿਖਿਆ ਨਹੀਂ। ਸੋ ਇਹੋ ਜਿਹੀ ਕਿਹੜੀ ਗੱਲਬਾਤ ਹੋ ਗਈ ਸੀ ਕਿ ਫਿਰ ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ, ਕਿ ਇਹ ਸੀ ਕਿ ਤੁਹਾਨੂੰ ਲੱਗਾ ਕਿ ਵੀ ਹੁਣ ਜਿਹੜਾ ਰੋਜ਼ੀ ਰੋਟੀ ਦਾ ਮਸਲਾ ਹੈ ਉਹ ਠੀਕ ਠਾਕ ਹੋ ਗਿਆ ਆ, ਜਿਹੜੇ ਫਿਕਰ ਆ ਉਹ ਘਟ ਗਏ ਆ, ਜਾਂ ਅੰਦਰੋਂ ਹੀ ਕੋਈ ਭੁੱਖ ਇਹੋ ਜਿਹੀ ਪੈਦਾ ਹੋ ਗਈ ਸੀ, ਲੋੜ ਪੈਦਾ ਹੋ ਗਈ ਸੀ ਕਿ ਉਹ ਤੋਂ ਬਗੈਰ ਰਹਿ ਨਹੀਂ ਸਕਦਾ ਸੀ? ਇਹ ਵੀ ਤੁਹਾਡੀ ਗੱਲ ਕਾਫੀ ਹੱਦ ਤੱਕ ਸਹੀ ਆ ਕਿ ਜਦੋਂ ਮੈਂ ਟਰਾਂਜ਼ਿਟ ਦੀ ਜੋਬ 'ਚ ਆ ਗਿਆ, ਉੱਥੇ ਕਾਫੀ ਰਿਲੈਕਸਿੰਗ ਜਿਹੀ ਜੋਬ ਆ ਉਹ ਸਾਡੀ ਬੱਸ ਡਰਾਈਵਰ ਦੀ। ਉਹਦੇ ਵਿੱਚ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਤੁਹਾਨੂੰ। ਪਹਿਲਾਂ ਮੈਂ ਟਰੱਕ ਚਲਾਇਆ ਅਤੇ ਟਰੱਕ ਦੇ ਵਿੱਚ ਕਾਫੀ ਟੈਨਸ਼ਨ ਵਾਲੀ ਜੋਬ ਸੀ। ਇਹ ਵੀ ਇੱਕ ਬਹੁਤ ਮੈਟਰ ਕਰਦਾ ਕਿ ਤੁਹਾਡਾ ਮਨ ਜਿਹੜਾ ਉਹ ਸ਼ਾਂਤ ਹੋਵੇ। ਜਦੋਂ ਸ਼ਾਂਤ ਹੁੰਦਾ ਫਿਰ ਹੀ ਜਿਹੜੀ ਸਿਰਜਣਾ ਤੁਰਦੀ ਆ। ਕਿੰਨੇ ਸਾਲ ਟਰੱਕ ਚਲਾਇਆ? ਟਰੱਕ ਮੇਰਾ ਖਿਆਲ 10 ਸਾਲ ਚਲਾਇਆ ਮੈਂ। ਲੰਬੇ ਰੂਟ 'ਤੇ? ਲੰਬੇ ਵੀ, ਇੱਥੇ ਵੀ। ਅੱਛਾ। ਹਾਂਜੀ। ਅਤੇ ਟਰੱਕਾਂ ਦੇ ਵੀ ਬਹੁਤ ਮੇਰੇ ਕੋਲ ਐਪੀਸੋਡ ਆ, ਕਿਤੇ ਉਹ ਵੀ ਮੈਂ ਕਲਮਬੱਧ ਕਰਨੇ ਆ। ਅਤੇ ਉਸ ਤੋਂ ਬਾਅਦ ਇਸ ਜੋਬ 'ਤੇ ਆਇਆ, ਅਤੇ ਦੂਸਰੀ ਜਿਹੜੀ ਗੱਲ ਸੀਗੀ ਕਿ ਮੈਂ ਇਹੋ ਜਿਹੇ ਲੋਕਾਂ ਦੀ ਸੋਹਬਤ 'ਚ ਚਲਾ ਗਿਆ ਜਿਹੜੇ ਲਿਖਦੇ ਸੀਗੇ, ਅਤੇ ਉੱਥੋਂ ਮੈਨੂੰ ਲੱਗਾ ਕਿ ਮੈਂ ਵੀ ਲਿਖ ਸਕਦਾ ਹਾਂ। ਅਤੇ ਪਰ ਅੰਦਰ ਜੋ ਭਰਿਆ ਪਿਆ ਸੀ ਉਹਦੇ ਬਾਰੇ ਮੈਨੂੰ ਪਤਾ ਨਹੀਂ ਸੀ ਉਹ ਇੱਕ ਇੰਨਾ ਨਿਕਲੂਗਾ ਅੰਦਰੋਂ, ਹੈ ਨਾ। ਅਤੇ ਉਹ ਪਹਿਲੋਂ ਤਾਂ ਗਜ਼ਲ ਵੱਲ ਨੂੰ ਹੋਇਆ, ਫਿਰ ਜਦੋਂ ਵਾਰਤਕ ਵੱਲ ਨੂੰ ਹੋਇਆ, ਕਹਾਣੀਆਂ, ਫਿਰ ਨਾਵਲ, ਹੈ ਨਾ। ਅਤੇ ਉਹ ਕਾਫੀ ਨਿਕਲਿਆ ਅੰਦਰੋਂ, ਸਟਿਲ ਨਿਕਲੀ ਜਾਂਦਾ। ਮੇਰਾ ਮਤਲਬ ਕਿ ਉਹ ਇਹ ਪਹਿਲੋਂ ਇਹ ਕਹਿ ਸਕਦੇ ਕਿ ਪਹਿਲੋਂ ਮੈਨੂੰ ਇਹਨਾਂ ਚੀਜ਼ਾਂ ਦੀ ਆਪਣੇ ਆਪ ਦੀ ਇਸ ਲੈਵਲ ਤੱਕ ਪਛਾਣ ਹੀ ਨਹੀਂ ਸੀ ਕਿ ਮੈਂ ਇਹ ਚੀਜ਼ਾਂ ਕਾਗਜ਼ਾਂ ਦੇ ਉੱਪਰ ਵੀ ਉਤਾਰ ਸਕਦਾ। ਹਾਂ, ਖਿਆਲ ਜਿਹੜੇ ਥੋਟ ਉਹਦੇ ਦਿਮਾਗ 'ਚ ਆਉਂਦੇ ਰਹਿੰਦੇ ਹਨ, ਪਰ ਕਦੀ ਕੋਸ਼ਿਸ਼ ਨਹੀਂ ਸੀ ਕੀਤੀ, ਜਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਰ ਸਕਦਾ, ਲਿਖ ਸਕਦਾ। ਆਪਣੇ ਆਪ ਨੂੰ ਐਜ਼ ਏ ਲੇਖਕ ਮੈਂ ਪਿਛਲੇ 10-12 ਸਾਲ ਤੋਂ ਹੀ ਪਛਾਣਿਆ। ਹਾਂਜੀ। ਸਭ ਤੋਂ ਪਹਿਲਾਂ ਫਿਰ ਲਿਖਿਆ ਕਿ ਗਜ਼ਲ ਲਿਖੀ ਜਾਂ ਫਿਰ ਕਹਾਣੀ ਲਿਖੀ? ਨਹੀਂ, ਲਿਖੀ ਕਵਿਤਾ ਹੀ ਸੀ, ਉਹ ਗਜ਼ਲ ਨਹੀਂ ਸੀ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ, ਉਹ ਕਵਿਤਾ ਗਜ਼ਲ ਵਰਗੀ ਸੀਗੀ। ਅੱਛਾ। ਉਹ ਹੀ ਲਿਖੀ। ਪਹਿਲਾਂ ਹਲਕੇ ਫੁਲਕੇ ਫੇਸਬੁੱਕ ਦੇ ਉੱਤੇ ਤੁਕਬੰਦੀ ਸ਼ੁਰੂ ਕੀਤੀ ਸੀ। ਅੱਛਾ। ਫੇਸਬੁੱਕ ਦਾ ਵੀ ਕਾਫੀ ਹੱਥ ਆ ਇਹਦੇ ਵਿੱਚ ਕਿ ਫੇਸਬੁੱਕ 'ਤੇ ਲੋਕ ਫਿਰ ਕਮੈਂਟ ਕਰਨ ਲੱਗੇ, ਹੁੰਗਾਰਾ ਮਿਲਣ ਲੱਗ ਗਿਆ, ਤੂੰ ਬਹੁਤ ਸੋਹਣਾ ਲਿਖਦਾ, ਤੂੰ ਬਹੁਤ ਸੋਹਣਾ ਲਿਖਦਾ ਨਾ। ਅਤੇ ਫਿਰ ਮੈਂ ਆਪਣੇ 1-2 ਦੋਸਤ ਮਿੱਤਰਾਂ ਨੂੰ ਸੁਣਾਇਆ, ਇੱਥੇ ਨਾਲ ਹੀ ਮੇਰੇ ਬੱਸ ਡਰਾਈਵਰ ਆ, ਉਹ ਕਹਿੰਦੇ ਵੀ। ਸੋ ਫੇਸਬੁੱਕ ਤੋਂ ਪਹਿਲਾਂ ਨਹੀਂ ਸੀ ਤੁਸੀਂ ਲਿਖਦੇ? ਨਹੀਂ ਲਿਖਦਾ ਸੀ। ਅੱਛਾ। ਨਹੀਂ ਲਿਖਦਾ ਸੀ। ਅਤੇ ਉਹ ਫਿਰ ਮੈਨੂੰ ਕਹਿੰਦੇ, ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਵਾਇਆ ਸੀਗਾ
ਇੱਥੇ ਦੀਆਂ ਸਭਾਵਾਂ ਦੇ ਨਾਲ। ਹਾਂ ਉਹ ਕਹਿੰਦੇ ਇੱਥੇ ਸਭਾਵਾਂ ਹੈਗੀਆਂ ਆ, ਸਾਨੂੰ ਬੰਦੇ ਜਾਣਦੇ ਵਿੱਚ, ਤੇ ਤੈਨੂੰ ਲੈ ਕੇ ਚੱਲਾਂਗੇ। ਉਹਨਾਂ ਨਾਲ ਹੀ ਮੈਂ ਪਹਿਲੀ ਵਾਰੀ ਗਿਆ ਸੀਗਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਬੋਲਣਾ ਸਿਰਫ ਸੁਣਨਾ ਹੀ ਆ। ਹਾਂ ਤੇ ਬਸ ਉਹ ਸਭਾ ਦੇ ਵਿੱਚ ਜਾਣ ਤੋਂ ਬਾਅਦ ਇਹ ਸ਼ੁਰੂ ਹੋ ਗਿਆ ਸਿਲਸਿਲਾ ਲਿਖਣ ਦਾ। ਫਿਰ ਪਰ ਜੇ ਤੁਸੀਂ ਫੇਸਬੁੱਕ ਦਾ ਜ਼ਿਕਰ ਕੀਤਾ ਵੀ ਇਹਦਾ ਵੀ ਕਾਫੀ ਯੋਗਦਾਨ ਰਿਹਾ ਕਿ ਤੁਹਾਨੂੰ ਰਿਸਪੌਂਸ ਜਿਹੜਾ ਕੁਇਕ ਉਹ ਮਿਲਣ ਲੱਗ ਗਿਆ। ਕਈ ਵਾਰੀ ਲੇਖਕਾਂ ਦੀ ਤਰਾਸਦੀ ਇਹ ਹੁੰਦੀ ਕਿ ਸਾਨੂੰ ਕੋਈ ਛਾਪਦਾ ਨਹੀਂ, ਸਾਨੂੰ ਕੋਈ ਛਾਪਦਾ ਨਹੀਂ, ਅਸੀਂ ਲੋਕਾਂ ਤੱਕ ਕਿੱਦਾਂ ਪਹੁੰਚੀਏ। ਫੇਸਬੁੱਕ ਨੇ ਇਹ ਕੰਮ ਤਾਂ ਸੌਖਾ ਕਰ ਦਿੱਤਾ। ਇੱਕ ਹੋਰ ਟਰਮ ਹੈਗੀ ਜਿਹੜੀ ਬਹੁਤ ਘੁੰਮਦੀ ਹੈ ਸਾਹਿਤਕ ਖੇਤਰਾਂ ਦੇ ਵਿੱਚ, ਉਹ ਕਹਿੰਦੇ ਜੀ ਫੇਸਬੁੱਕੀਏ ਸ਼ਾਇਰ। ਸੁਣਿਆ ਹੋਣਾ ਤੁਸੀਂ, ਹੈ ਨਾ, ਵੀ ਫੇਸਬੁੱਕ ਤੇ ਹਰ ਕੋਈ ਸ਼ਾਇਰ ਬਣਿਆ ਫਿਰਦਾ। ਇਹ ਵੀ ਇੱਕ ਖਤਰਾ ਰਹਿੰਦਾ ਫੇਸਬੁੱਕ ਤੇ ਲਿਖਣ ਦਾ ਕਿ ਵੀ ਇੱਦਾਂ ਦਾ ਵੀ ਟੈਗ ਲੱਗ ਸਕਦਾ। ਤੁਸੀਂ ਕਦੇ ਮਹਿਸੂਸ ਕੀਤੀ ਇਹ ਗੱਲ? ਇਹ ਚੀਜ਼ਾਂ ਤੇ ਜਦੋਂ ਤੱਕ ਅਸੀਂ ਮਹਿਸੂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਦੋਂ ਤੱਕ ਅਸੀਂ ਕਾਫੀ ਅੱਗੇ ਮੈਂ ਨਿਕਲ ਗਿਆ ਸੀਗਾ। ਪਰ ਮੈਂ ਨੋਟ ਕਰਦਾ ਉਹ ਵੀ ਸੱਚੇ ਆ ਜਿਹੜੇ ਇਹ ਟੈਗ ਲਾਉਂਦੇ ਆ, ਕਿਉਂਕਿ ਫੇਸਬੁੱਕ ਓਪਨ ਪਲੇਟਫਾਰਮ ਆ, ਫ੍ਰੀ ਪਲੇਟਫਾਰਮ ਆ। ਇੱਥੇ ਇਹ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਲਿਖਣੋਂ। ਸੋ ਕੱਚਾ ਪਿੱਲਾ ਉਲਟਾ ਸਿੱਧਾ ਸਾਰਾ ਲਿਖੀ ਜਾਂਦੇ ਲੋਕ, ਹੈ ਨਾ। ਔਰ ਫਿਰ ਉਹਨਾਂ ਨੂੰ ਐਪਰੀਸੀਏਸ਼ਨ ਵੀ ਕਈਆਂ ਨੂੰ ਬਹੁਤ ਆਉਂਦੀ ਆ ਵਿੱਚੋਂ, ਹੈ ਨਾ, ਖਾਸ ਕਰਕੇ ਲੇਡੀਜ਼ ਨੂੰ, ਔਰਤਾਂ ਨੂੰ। ਉਹ ਜਿੱਦਾਂ ਦਾ ਮਰਜ਼ੀ ਲਿਖਦੇ ਨੇ ਉਹਨਾਂ ਨੂੰ ਐਪਰੀਸੀਏਸ਼ਨ ਥੋੜ੍ਹੀ ਬੰਦਿਆਂ ਨਾਲੋਂ ਜ਼ਿਆਦਾ ਹੀ ਆਉਂਦੀ ਆ, ਅੱਛਾ, ਕੰਪੈਰੇਟਿਵਲੀ ਜੇ ਤੁਸੀਂ ਦੇਖੋਗੇ, ਹੈ ਨਾ। ਤੇ ਉਹਦੇ ਵਿੱਚ ਫਿਰ ਇਤਰਾਜ਼ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਇਹ ਫੇਸਬੁੱਕ 'ਤੇ ਐਵੇਂ ਪੁੱਠਾ ਸਿੱਧਾ ਜਿਹਾ ਲਿਖ ਦਿੰਦੇ ਲੋਕ, ਅਤੇ ਉਹ ਬੜਾ ਕੁਛ ਉਹਨਾਂ ਨੂੰ ਲੋਕ ਕਮੈਂਟ ਕਰ ਦਿੰਦੇ ਹਨ। ਅਤੇ ਪਰ ਮੈਨੂੰ ਲੱਗਦਾ ਕਿ ਜਦੋਂ ਤੱਕ ਮੈਨੂੰ ਇਹ ਚੀਜ਼ਾਂ ਸਮਝ ਆਉਣ ਲੱਗੀਆਂ, ਮੈਂ ਐਜ਼ ਏ ਸ਼ਾਇਰ ਪ੍ਰਵਾਨ ਹੋ ਚੁੱਕਾ ਸੀਗਾ। ਠੀਕ ਹੈ। ਅਤੇ ਮੈਂ ਉਦੋਂ ਜਦੋਂ ਮੈਂ ਲਿਖਣ ਲੱਗਾ ਸੀਗਾ ਉਦੋਂ ਇਹੋ ਜਿਹੇ ਰੌਲੇ ਗੋਲੇ ਮੈਂ ਕਦੀ ਸੁਣੇ ਨਹੀਂ ਸੀ। ਉਦੋਂ ਤਾਂ ਸਿਰਫ ਇਹ ਹੁੰਦਾ ਸੀ ਵੀ ਤੁਸੀਂ ਲਿਖ ਦਿੱਤਾ, ਪਾ ਦਿੱਤਾ, ਅਤੇ ਕਿਸੇ ਨੇ ਕਮੈਂਟ ਕਰਕੇ ਚੰਗਾ ਮਾੜਾ ਜੋ ਹੈ ਉਹਦੇ ਬਾਰੇ ਦੱਸ ਦਿੱਤਾ ਨਾ। ਅਤੇ ਪਰ ਮੈਂ ਲੱਕੀ ਰਿਹਾ ਕਿ ਜੋ ਮੈਂ ਲਿਖਿਆ ਆ ਉਹ ਛੇਤੀ ਪ੍ਰਵਾਨ ਹੁੰਦਾ ਗਿਆ। ਈਵਨ ਇੰਡੀਆ ਦੇ ਸ਼ਾਇਰਾਂ ਨੇ ਵੀ ਛੇਤੀ ਐਜ਼ ਏ ਸ਼ਾਇਰ ਮੈਨੂੰ ਐਕਸੈਪਟ ਕਰਨਾ ਸ਼ੁਰੂ ਕਰ ਲਿਆ, ਅਤੇ ਛੇਤੀ ਜਿਹੜਾ ਮੇਰਾ ਸਰਕਲ ਜਿਹੜਾ ਵੱਡਾ ਹੋ ਗਿਆ। ਪੋਇਟਰੀ ਦੇ ਖੇਤਰ ਦੇ ਵਿੱਚ ਮੈਂ ਦੇਖਦੀ ਹਾਂ ਕਿ ਅਹਿਸਾਸ, ਤੁਹਾਡੇ ਥੋਟ, ਹੈ ਨਾ, ਉਹ ਸਾਰਾ ਕੁਝ ਜਾਂ ਤੁਹਾਡਾ ਆਪਣਾ ਪਰਸਪੈਕਟਿਵ ਹੈ, ਉਹ ਸਭ ਕੁਝ ਤੁਸੀਂ ਆਪਣੇ ਹਿਸਾਬ ਨਾਲ ਲਿਖ ਰਹੇ ਹੋ। ਪਰ ਤੁਹਾਡੇ ਕੋਲ ਪੂਰੀ ਤਰ੍ਹਾਂ ਉਹਦੇ ਵਿੱਚ ਆਜ਼ਾਦੀ ਹੈ। ਪਰ ਜਿਸ ਵੇਲੇ ਤੁਸੀਂ ਕਹਾਣੀ ਲਿਖਣੀ ਸ਼ੁਰੂ ਕਰਦੇ ਹੋ ਜਾਂ ਤੁਸੀਂ ਕੋਈ ਨਾਵਲ ਲਿਖਣਾ ਸ਼ੁਰੂ ਕਰਦੇ ਹੋ, ਹੁਣ ਉਹਦੇ ਵਿੱਚ ਆਟੋਮੈਟਿਕਲੀ ਬਹੁਤ ਸਾਰੇ ਪਾਤਰ ਆ ਜਾਂਦੇ ਆ, ਬਹੁਤ ਸਾਰੀਆਂ ਸਿਚੁਏਸ਼ਨਸ ਆ ਜਾਂਦੀਆਂ। ਪਿਓਂਦ ਦੇ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਬਹੁਤ ਕੁਝ ਬੁਣਿਆ ਹੈਗਾ। ਪਿਓਂਦ ਦਾ ਕਿਵੇਂ ਜਨਮ ਹੋਇਆ, ਥੋੜ੍ਹਾ ਇਹਦੇ ਬਾਰੇ ਦੱਸੋ। ਅਤੇ ਪਿਓਂਦ ਨੂੰ ਜੇ ਥੋੜ੍ਹਾ ਜਿਹਾ ਤੁਸੀਂ ਹਾਈਲਾਈਟ ਕਰ ਸਕੋ। ਮੈਂ ਬੇਸ਼ੱਕ ਇਹ ਨਾਵਲ ਪੜ੍ਹਿਆ ਜ਼ਰੂਰ ਹੈ, ਪਰ ਮੈਨੂੰ ਔਖਾ ਲੱਗ ਰਿਹਾ ਕਿ ਮੈਂ ਇਹਨੂੰ ਕਿੱਦਾਂ ਸਮ ਅਪ ਕਰਾਂ। ਇਹਨੂੰ ਜੇ ਤੁਸੀਂ ਇਹਦਾ ਵਨ ਲਾਈਨਰ ਕਰਨਾ ਹੋਵੇ ਤਾਂ ਇੱਕ ਇਹੋ ਜਿਹਾ ਇਨਸਾਨ ਦੀ ਕਹਾਣੀ ਆ ਜਿਹੜਾ ਇੰਡੀਆ ਤੋਂ ਸੁਪਨੇ ਲੈ ਕੇ ਆਉਂਦਾ ਕੈਨੇਡਾ ਦੇ ਵਿੱਚ, ਅਤੇ ਇੱਥੇ ਆ ਕੇ ਉਹਦੇ ਸੁਪਨੇ ਜਿਹੜੇ ਆ ਉਹ ਚਕਨਾਚੂਰ ਜਿਹੇ ਹੋ ਜਾਂਦੇ ਆ। ਅਤੇ ਪਤਨੀ ਵੱਲੋਂ ਵੀ ਬੇਵਫਾਈ ਉਹਨੂੰ ਮਿਲਦੀ ਆ, ਅਤੇ ਆਲੇ ਦੁਆਲੇ ਵੀ ਹਾਲਾਤ ਕੋਈ ਚੰਗੇ ਨਹੀਂ ਰਹਿੰਦੇ ਉਹਦੇ। ਅਤੇ ਸਾਰਿਆਂ ਤੋਂ ਵੱਡੀ ਤਰਾਸਦੀ ਇਹ ਹੁੰਦੀ ਕਿ ਉਹ ਅਪਾਹਿਜ ਹੋ ਜਾਂਦਾ, ਹੈ ਨਾ। ਅਪਾਹਿਜ ਹੋਣ ਦੇ ਦੌਰਾਨ ਥੋੜ੍ਹੀ ਪ੍ਰੇਮ ਕਹਾਣੀ ਵੀ ਆ, ਨਰਸਾਂ ਨੂੰ ਸਾਂਭਣ ਆਉਂਦੀਆਂ, ਉੱਥੇ ਉਹਦੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਆ। ਪਰ ਉਹ ਅਪਾਹਿਜ ਆ, ਉਹਦੀ ਬੇਬਸੀ ਆ, ਅਤੇ ਪਲੱਸ ਉਹਨੂੰ ਸ਼ਾਇਰੀ ਦਾ ਸ਼ੌਂਕ ਆ, ਹੈ ਨਾ, ਕੁਛ ਇੱਦਾਂ ਦਾ ਕਰਕੇ। ਪਰ ਨਾਲ ਜਿਹੜੀ ਮੇਰੀ ਕੋਸ਼ਿਸ਼ ਇਹ ਰਹੀ ਸੀਗੀ, ਇੱਕ ਕਹਾਣੀ ਜਿਹੜੀ ਬੁਣੀ ਗਈ ਕਿ ਮੈਂ ਕੈਨੇਡਾ ਦੇ ਵਿੱਚ ਸਾਡੇ ਭਾਈਚਾਰੇ ਨੂੰ ਆਉਣ ਵਾਲੀਆਂ ਪ੍ਰੋਬਲਮਾਂ, ਹੈ ਨਾ, ਉਹਨਾਂ ਨੂੰ ਥੋੜ੍ਹਾ ਛੋਹਣਾ ਸੀਗਾ ਸਾਰੀਆਂ ਨੂੰ, ਜਿਹੜੇ ਇਸ਼ੂਜ਼ ਆ। ਹਾਂਜੀ, ਇਸ਼ੂਜ਼ ਜਿਹੜੇ ਸੀ, ਉਹ ਇਸ਼ੂਜ਼ ਉਹ ਮੈਂ ਵੱਖਰੇ ਨਹੀਂ ਛੋਏ, ਉਹ ਕਹਾਣੀ ਦੇ ਵਿੱਚ ਹੀ ਕਿਸੇ ਰੁੱਖ ਉਹਨਾਂ ਨੂੰ ਫਿਕਸ ਕੀਤਾ, ਕਹਾਣੀ ਦੇ ਵਿੱਚ ਹੀ ਗੁੰਦੇ ਗਏ ਉਹ, ਕਿ ਉਹ ਪਾਤਰਾਂ ਦੇ ਆਲੇ ਦੁਆਲੇ ਉਹ ਚੀਜ਼ਾਂ ਕ੍ਰੀਏਟ ਕੀਤੀਆਂ ਗਈਆਂ। ਚਾਹੇ ਉਹ ਸਟੂਡੈਂਟਸ ਦਾ ਇਸ਼ੂ ਸੀਗਾ ਜਿਹੜੇ ਆਉਂਦੇ ਆ, ਉਹ ਕੰਮ ਦੇ ਉੱਤੇ ਐਕਸਪਲੋਇਟ ਹੁੰਦੇ ਆ, ਹੈ ਨਾ, ਜਾਂ ਕੰਮਾਂ-ਕਾਰਾਂ ਦੇ ਵਿੱਚ ਜਿਹੜੇ ਆਪਣੇ ਟ੍ਰੇਡਸਮੈਨ ਹੈਗੇ ਇੱਥੇ, ਉਹ ਇੱਕ ਦੂਏ ਤੋਂ ਕੱਟ ਕੇ ਪ੍ਰਾਈਸਾਂ ਦੇ ਕੇ ਪ੍ਰਾਈਸ ਕੱਟ ਦਾ ਜਿਹੜਾ ਇਸ਼ੂ ਸੀਗਾ, ਜਾਂ ਜਿਹੜੀਆਂ ਘਰ ਲੈ ਕੇ ਗਾਂ ਵੇਚਣਾ, ਜਿੱਦਾਂ ਫਲਿੱਪ ਕਰਨਾ ਕਹਿ ਦਿੰਦੇ, ਇਹੋ ਜਿਹੇ ਇਸ਼ੂ ਸਾਡੀ ਕਮਿਊਨਿਟੀ। ਈਵਨ ਨਰਸਿੰਗ ਦੀਆਂ ਕਈ ਤੁਸੀਂ ਗੱਲਾਂ ਜਿਹੜੀਆਂ ਉਹਦੇ ਵਿੱਚ ਛੂਹੀਆਂ ਹੈਗੀਆਂ। 2-3 ਨਰਸਾਂ ਤੁਹਾਡੇ ਕੋਲ ਉਹ ਜਿਹੜਾ ਕੈਰੈਕਟਰ ਹੈ ਉਹਦੇ ਕੋਲ ਬਦਲ ਕੇ ਆ ਰਹੀਆਂ, ਹੈ ਨਾ, ਉਸ ਮੇਨ ਕੈਰੈਕਟਰ ਦੇ ਕੋਲ ਜਿਹੜਾ ਅਪਾਹਜ ਹੋਇਆ ਆ, ਅਤੇ ਉਹ ਕੀ ਫੇਸ ਕਰਦੀਆਂ ਹੈਗੀਆਂ। ਜੀ ਬਿਲਕੁਲ, ਉਹ ਵੀ ਬੜਾ ਖੂਬਸੂਰਤੀ ਦੇ ਨਾਲ ਤੁਸੀਂ ਉਹਦੇ ਵਿੱਚ ਪੇਸ਼ ਕੀਤਾ, ਕਿਉਂਕਿ ਆਪਣੇ ਭਾਈਚਾਰੇ 'ਚ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨਰਸਿਸ ਦੇ ਤੌਰ 'ਤੇ ਆਉਂਦੀਆਂ, ਜਾਂ ਕਿ ਇੱਥੇ ਨਰਸਿਸ ਦਾ ਜਿਹੜਾ ਕਿੱਤਾ ਉਹ ਅਪਣਾਉਂਦੀਆਂ। ਫਿਰ ਈਵਨ ਟਰੱਕਰਸ ਦੀ ਵੀ ਗੱਲ ਉਹਦੇ ਵਿੱਚ ਹੋਈ ਆ, ਦੀ ਗੱਲ ਹੋਈ ਆ, ਗੈਂਗ ਵਾਰ ਦੀ ਗੱਲ ਹੋਈ ਆ, ਬਾਰਡਰ ਪਾਰ ਕਰਕੇ ਜਿਹੜਾ ਗਰੋਸਰੀ ਲਿਆਉਂਦੇ ਆ। ਮੇਰੀ ਕੋਸ਼ਿਸ਼ ਸੀ ਕਿ ਜੋ ਵੀ ਮੈਂ ਦੇਖਿਆ ਜਾਂ ਜੋ ਫੀਲ ਕੀਤਾ ਆਪਣੀ ਕਮਿਊਨਿਟੀ ਦੇ ਵਿੱਚ, ਜੋ ਅਸੀਂ ਪੁੱਠਾ ਸਿੱਧਾ ਵੀ ਕਰਦੇ ਹਾਂ ਨਾ, ਤੇ ਉਹ ਸਾਰਾ ਹੀ ਨਾਵਲ ਦੇ ਵਿੱਚ ਆਵੇ। ਮੇਰਾ ਹੁਣ ਤੱਕ ਦਾ ਐਕਸਪੀਰੀਅੰਸ ਜਿਹੜਾ ਸੀਗਾ, ਪਰ ਉਹ ਆਵੇ ਇਸ ਢੰਗ ਨਾਲ ਕਿ ਉਹ ਪਾਤਰ ਹੀ ਕਰਦੇ ਫਿਰਨ, ਮੈਂ ਇਹਨਾਂ ਵੱਖਰਾ ਨਾ ਦੱਸਾਂ ਕਿ ਇੱਥੇ ਲੋਕ ਇੱਦਾਂ ਕਰਦੇ ਹੈ ਨਾ।
ਪਾਤਰਾਂ ਦੇ ਕੋਲੋਂ ਹੀ ਉਹ ਚੀਜ਼ਾਂ ਕਰਵਾਈਆਂ ਜਾਣ ਤੇ ਉਹ ਕਹਾਣੀ ਦਾ ਇੱਕ ਅੰਗ ਹੀ ਲੱਗੇ, ਹੈ ਨਾ। ਇਹੋ ਹੀ ਮੇਰੀ ਕੋਸ਼ਿਸ਼ ਸੀਗੀ ਤੇ ਉਹਦੇ ਦੁਆਲੇ ਕਹਾਣੀ ਬੁਣੀ ਗਈ ਆ ਤੇ ਚਲੋ ਉਹ ਕਹਾਣੀ ਸੋਹਣੀ ਸਰਾਈ ਗਈ ਆ, ਕਿਉਂਕਿ ਉਹ ਚੰਗੇ ਇੱਕ ਫਲੋ 'ਚ ਤੁਰੀ ਜਾਂਦੀ ਆ ਤੇ ਕਿਉਰਿਓਸਿਟੀ ਤੁਹਾਡੀ ਬਣਾਈ ਰੱਖਦੀ ਆ, ਜਿਹੜੀ ਮੈਨੂੰ ਫੀਡਬੈਕ ਆਈ ਲੋਕਾਂ ਵੱਲੋਂ ਕਿ ਇਹਦੇ ਵਿੱਚ ਜਿੱਦਾਂ ਟੁੱਟਦਾ ਨਹੀਂ ਬੰਦਾ ਨਾਲ। ਕਿੰਨਾ ਕੁ ਸਮਾਂ ਲੱਗ ਜਾਂਦਾ ਇਸ ਤਰ੍ਹਾਂ ਦਾ ਨਾਵਲ ਲਿਖਣ ਦੇ ਲਈ? ਮੈਨੂੰ ਹੋਰਾਂ ਦਾ ਤੇ ਪਤਾ ਨਹੀਂ, ਮੇਰੇ ਤੇ ਦਿਮਾਗ ਦੇ ਵਿੱਚ ਇੱਕ ਵਾਰੀ ਕਹਾਣੀ ਜਦੋਂ ਬਣ ਗਈ ਆ ਨਾ, ਫਿਰ ਤਾਂ ਉਹ ਮਹੀਨੇ ਦੇ ਵਿੱਚ ਹੀ ਲਿਖਿਆ ਜਾਣਾ। ਪਰ ਜਿਹੜਾ ਪਹਿਲਾਂ ਦਿਮਾਗ ਦੇ ਵਿੱਚ ਉਹ ਚੀਜ਼ ਗੁੱਝਦੀ ਆ, ਉਹਨੂੰ ਟਾਈਮ ਕਾਫੀ ਲੱਗ ਜਾਂਦਾ ਆ। ਪਹਿਲਾਂ ਜਿੱਦਾਂ ਪਹਿਲਾਂ ਤੁਸੀਂ ਇੱਦਾਂ ਸੋਚਦੇ ਆ, ਫਿਰ ਨਹੀਂ ਆਪੇ ਰਿਜੈਕਟ ਕਰ ਦਿੰਦੇ ਉਹਨੂੰ, ਨਹੀਂ ਇੱਦਾਂ ਨਹੀਂ ਗੱਲ ਬਣਨੀ, ਇਹਨੂੰ ਇੱਥੇ ਲਿਜਾਵਾਂ, ਇੱਦਾਂ ਵੀ ਨਹੀਂ ਬਣਨੀ, ਹੈ ਨਾ। ਉਹ ਤੇ ਜਦੋਂ ਤੁਸੀਂ ਇੱਕ ਵਾਰੀ ਫਾਈਨਲ ਕਰ ਲਿਆ, ਫਿਰ ਉਹ ਤੁਹਾਡੇ ਦਿਮਾਗ 'ਚ ਇੱਕ ਕਹਾਣੀ ਬਣ ਗਈ ਹੁਣ ਪੂਰੀ, ਹੈ ਨਾ। ਫਿਰ ਬਸ ਤੁਸੀਂ ਉਹਨੂੰ ਟਾਈਪ ਹੀ ਕਰਨਾ ਹੁੰਦਾ, ਹੈ ਨਾ। ਤੇ ਫਿਰ ਤੁਸੀਂ ਚੈਪਟਰ ਦਰ ਚੈਪਟਰ ਟਾਈਪ ਕਰੀ ਜਾਂਦੇ, ਤੁਰੇ ਜਾਂਦੇ ਬਸ। ਤੇ ਫਿਰ ਜਦੋਂ ਮੁੜ ਕੇ ਉਹਨੂੰ ਤੁਸੀਂ ਕਿਸੇ ਪਾਰਖੂ ਦੋਸਤ ਨੂੰ, ਲੇਖਕਾਂ ਨੂੰ ਪੜ੍ਹਾਉਂਦੇ ਆ, ਤੇ ਉਹ ਕਈ ਵਾਰੀ ਸੁਝਾਅ ਦੇ ਦਿੰਦੇ ਆ ਕਿ ਇੱਥੇ ਥੋੜ੍ਹੀ ਇੱਦਾਂ ਨਹੀਂ ਚੰਗੀ ਲੱਗਦੀ, ਇੱਦਾਂ ਨਹੀਂ ਹੋਣੀ ਚਾਹੀਦੀ, ਇਹ ਥੋੜ੍ਹਾ ਜ਼ਿਆਦਾ ਹੀ ਡਰਾਮਾ ਜਿਹਾ ਲੱਗਦਾ, ਨਾਟਕੀ ਜਿਹਾ ਲੱਗਦਾ, ਇਹਨੂੰ ਥੋੜ੍ਹਾ ਰੀਅਲ ਜਿਹਾ ਬਣਾ, ਹੈ ਨਾ। ਫਿਰ ਉਹਦੇ 'ਤੇ ਹੋਰ ਕੰਮ ਕਰਕੇ ਕਈ ਵਾਰੀ ਵਿਚਾਲੇ ਚੈਪਟਰ ਐਡ ਕਰਨੇ ਪੈਂਦੇ, ਕਈ ਵਾਰੀ ਡਿਲੀਟ ਕਰਨਾ ਪੈਂਦਾ ਚੈਪਟਰ। ਸੋ ਉਹ ਮੇਰੀ ਆਦਤ ਆ ਕਿ ਮੈਂ ਆਪ ਹੀ ਨਹੀਂ ਫਾਈਨਲ ਕਰਦਾ ਹੁੰਦਾ। ਮੈਨੂੰ ਹੁੰਦਾ ਕਿ 2-4 ਬੰਦਿਆਂ ਨੂੰ ਪੜ੍ਹਾ ਕੇ ਉਹਨਾਂ ਦੀ ਰਾਏ ਲੈ ਕੇ ਫਿਰ ਹੀ ਇਹਨੂੰ ਫਾਈਨਲ ਕੀਤਾ ਜਾਵੇ। ਉਹ ਰੀਡਰ ਕਿੱਦਾਂ ਚੁਣਦੇ ਹੋ ਤੁਸੀਂ? ਉਹ ਰੀਡਰ ਕੌਣ ਹੁੰਦੇ ਆ? ਰੀਡਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਸਾਹਿਤ ਨਾਲ ਜੁੜੇ ਹੀ ਲੋਕ ਹੋਣ। ਜਿੱਦਾਂ ਜਿਹੜਾ ਮੇਰਾ ਪਿਓ ਦੇ ਆ ਨਾਵਲ, ਇਹ ਆਪਣੇ ਇਹਨਾਂ ਨੇ ਸੇਖਾ ਸਾਹਿਬ ਨੇ ਪੜ੍ਹਿਆ ਸੀਗਾ, ਜਸਵਿੰਦਰ ਹੋਣਾ ਨੇ ਪੜ੍ਹਿਆ ਸੀ, ਕ੍ਰਿਸ਼ਨ ਭਨੋਟ ਨੇ ਹੋਣਾ ਨੇ ਪੜ੍ਹਿਆ ਸੀਗਾ, ਤੇ ਇੰਡੀਆ ਦੇ ਵਿੱਚ ਪ੍ਰਗਟ ਸਤੌਜ ਨੇ ਪੜ੍ਹਿਆ ਸੀਗਾ, ਤੇ ਇੱਥੋਂ ਆਪਣੇ ਬਖਸ਼ਿੰਦਰ ਹੋਣਾ ਨੇ ਵੀ ਪੜ੍ਹਿਆ ਸੀਗਾ। ਸੋ ਸਾਰਿਆਂ ਨੂੰ ਪੜ੍ਹਾ ਕੇ ਜਿਹੜਾ ਆ ਉਹ ਫਿਰ ਫਾਈਨਲ ਕੀਤਾ ਸੀਗਾ ਮੈਂ। ਰਾਜਵੰਸ਼ੀ, ਤੁਸੀਂ ਕਿਹਾ ਕਿ ਜਦੋਂ ਕਹਾਣੀ ਗੁੱਝਦੀ ਆ ਉਦੋਂ ਸਮਾਂ ਲੱਗਦਾ, ਉਸ ਤੋਂ ਬਾਅਦ ਤਾਂ ਨਿਕਲਣ ਨੂੰ ਤਾਂ ਤੁਸੀਂ ਮਹੀਨੇ ਕੁ ਦੇ ਵਿੱਚ ਉਹਨੂੰ ਤੁਸੀਂ ਲਿਖ ਕੇ ਰੱਖ, ਉਸ ਤੋਂ ਬਾਅਦ ਦਾ ਜਿਹੜਾ ਅਹਿਸਾਸ ਹੁੰਦਾ ਜਦੋਂ ਉਹ ਚੀਜ਼ ਕੱਢ ਕੇ ਰੱਖ ਦਿੱਤੀ, ਅੰਦਰ ਪਹਿਲਾਂ ਗੁਜ਼ਰਿਆ ਹੁੰਦਾ ਕੁਝ, ਹੈ ਨਾ, ਬਹੁਤ ਕੁਝ ਹੁੰਦਾ, ਉਹ ਕਿਹੋ ਜਿਹਾ ਅਹਿਸਾਸ ਹੁੰਦਾ ਜਦੋਂ ਉਹਨੂੰ ਤੁਸੀਂ ਬਾਹਰ ਬੇਕ ਕਰਕੇ ਕੱਢ ਦਿੰਦੇ ਹੋ? ਹਾਂ, ਮੇਰੀ ਪਹਿਲੀ ਜਿਹੜੀ ਆ ਰੀਡਰ ਕਹਿ ਲਓ, ਮੇਰੀ ਵਾਈਫ ਹੀ ਹੁੰਦੀ ਆ। ਉਹ ਕਹਾਣੀ, ਉਹਨੂੰ ਕਵਿਤਾ ਦੀ ਨਹੀਂ ਸਮਝ, ਪਰ ਨਾਵਲ ਤੇ ਕਹਾਣੀ ਸੁਣ ਕੇ ਉਹ ਬੜੀ ਖੁਸ਼ ਹੁੰਦੀ ਆ, ਤੇ ਮੈਂ ਪਹਿਲਾਂ ਉਹਦੇ ਰਿਐਕਸ਼ਨ ਦੇਖਦਾ ਹੁੰਦਾ ਕਿ ਮੈਂ ਕਹਿਣਾ ਸੁਣ ਮੈਂ ਲਿਖਿਆ, ਹੈ ਨਾ, ਤੇ ਉਹ ਫਿਰ ਵਿੱਚ ਹੀ ਰੋਣ ਲੱਗ ਜਾਂਦੀ ਆ, ਵਿੱਚ ਹੀ ਖੁਸ਼ ਹੋ ਜਾਂਦੀ ਆ, ਹੈ ਨਾ। ਉਹ ਇੱਕ ਐਕਸਪ੍ਰੈਸ਼ਨ ਤੋਂ ਪਤਾ ਲੱਗਦਾ ਕਿ ਇਹ ਜੋ ਮੈਂ ਕਹਿ ਰਿਹਾ ਆ ਇਹਦਾ ਅਸਰ ਹੋ ਰਿਹਾ, ਹੈ ਨਾ। ਤੇ ਉਸ ਤੋਂ ਬਾਅਦ ਜਿੱਦਾਂ ਇੱਕ ਅਹਿਸਾਸ ਹੋ ਜਾਂਦਾ ਕਿ ਹੁਣ ਇਹ ਕੁਛ ਗੱਲ ਮੈਂ ਲਿਖੀ ਆ, ਜੋ ਮੈਂ ਪੜ੍ਹੀ ਆ ਤੇ ਇਹਨੂੰ ਸਮਝ ਆਈ ਆ, ਇਹਨੇ ਫੀਲ ਕੀਤਾ ਉਹ ਸਾਰਾ ਕੁਛ, ਹੈ ਨਾ। ਤੇ ਫਿਰ ਉਹ ਥੋੜ੍ਹਾ ਜਿਹਾ ਲੱਗਣ ਲੱਗ ਜਾਂਦਾ ਕਿ ਇਹਦਾ ਮਤਲਬ ਇਹ ਅਰਥ ਭਰਪੂਰ ਆ, ਇਹਦੇ ਵਿੱਚ ਅਰਥ ਪੈ ਗਏ ਆ ਜੋ ਮੈਂ ਪਾਉਣੇ ਚਾਹੁੰਦਾ ਸੀ। ਉਸ ਤੋਂ ਬਾਅਦ ਫਿਰ ਪਾਰਖੂ ਜਿਹੜੇ ਦੋਸਤ ਆ ਉਹ ਕੋਈ ਨਵਾਂ ਮਸ਼ਵਰਾ ਦੇਣ ਤੇ ਉਹ ਵਿੱਚ ਐਡ ਮਾਈਨਸ ਹੋ ਜਾਂਦਾ। ਹਾਂਜੀ, ਇੱਕ ਲੇਖਕ ਹੋ ਕੇ ਤੁਸੀਂ ਹੁਣ ਇਹ ਗੱਲ ਕੀਤੀ ਆਪਣੀ ਪਤਨੀ ਦੀ ਕਿ ਉਹ ਤੁਹਾਡੇ ਪਹਿਲੇ ਰੀਡਰਸ ਦੇ ਵਿੱਚੋਂ, ਖਾਸ ਕਰਕੇ ਕਹਾਣੀ ਹੋਵੇ ਜਾਂ ਨਾਵਲ ਹੋਵੇ, ਤੁਸੀਂ ਜ਼ਰੂਰ ਉਹਨਾਂ ਨੂੰ ਪੜ੍ਹਾਉਂਦੇ ਆ। ਮੈਨੂੰ ਇਹ ਦੱਸੋ ਕਿ ਜਿਹੜੇ ਰਿਸ਼ਤੇ ਆ ਉਹ ਕਿਸ ਢੰਗ ਦੇ ਨਾਲ ਇੰਪੈਕਟ ਹੁੰਦੇ ਆ? ਇੱਕ ਲੇਖਕ ਦੇ ਰਿਸ਼ਤੇ ਕਿਹੋ ਜਿਹੇ ਹੁੰਦੇ ਆ? ਡਿਪੈਂਡ ਕਰਦਾ। ਕਈ ਲੋਕ ਦੋਨੇ ਹੀ ਜਿਹੜੇ ਹੁੰਦੇ ਆ, ਹਸਬੈਂਡ ਵਾਈਫ ਦੋਨੇ ਹੀ ਸਾਹਿਤ ਦੇ ਰਸੀਏ ਹੁੰਦੇ ਆ। ਸਾਡੇ ਇੱਥੇ 2-4 ਜੋੜੀਆਂ ਹੈਗੀਆਂ। ਉਹਨਾਂ ਦੇ ਵਿੱਚ ਇਕੁਏਸ਼ਨ ਤੇ ਬਹੁਤ ਸਰਲ ਹੁੰਦੀ ਤੇ ਬੜੀ ਆਸਾਨ, ਬੜੀ ਸੋਹਣੀ ਹੁੰਦੀ ਆ। ਉਹ ਵਾਈਫ ਜਾ ਕੇ ਲੋਕਾਂ ਨੂੰ ਦੱਸਦੀ ਆ, ਇਹਨਾਂ ਨੇ ਅੱਜ ਕੱਲ੍ਹ ਆਹ ਲਿਖਿਆ ਆ, ਇਹ ਅੱਜ ਕੱਲ੍ਹ ਆਹ ਲਿਖ ਰਹੇ ਆ, ਇਹਨਾਂ ਨੂੰ ਆਹ ਅਵਾਰਡ ਮਿਲਿਆ ਆ, ਇਹਨਾਂ ਦਾ ਆਹ ਫਲਾਨੇ TV ਵਾਲਿਆਂ ਨੇ ਇਹਨਾਂ ਨੂੰ ਸੱਦਿਆ, ਉਹ ਚਾਅ ਦੇ ਨਾਲ। ਔਰ ਉਸ ਵਾਈਫ ਨੂੰ ਉਹਦੀਆਂ ਸਾਰੀਆਂ ਕਿਤਾਬਾਂ ਦੇ ਨਾਮ ਪਤਾ ਹੁੰਦੇ ਆ, ਉਹਦੀਆਂ ਕਹਾਣੀਆਂ ਜਾਂ ਜੋ ਵੀ ਹੈ ਨਾ, ਸਾਰਾ ਉਹਦੇ ਬਾਰੇ ਪਤਾ ਹੁੰਦਾ, ਕਿਉਂਕਿ ਉਹਦਾ ਇੰਟਰਸਟ ਸੇਮ ਆ, ਹੈ ਨਾ। ਤੇ ਇੱਦਾਂ ਮੇਰਾ ਇੱਕ ਦੋਸਤ ਕੈਲਗਰੀ ਆ, ਉਹਨੂੰ ਵੀ ਹਸਬੈਂਡ ਵਾਈਫ ਬਹੁਤ ਇੰਟਰਸਟ ਨਾਲ ਲਿਖਦੇ। ਉਹਨਾਂ ਨਾਲ ਅਕਸਰ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਲੱਕੀ ਆ, ਹੈ ਨਾ। ਪਰ ਜਿਹੜੇ ਆਮ ਸਾਡੇ ਵਰਗੇ ਲੇਖਕ ਆ, ਜਿੱਥੇ ਇੱਕ ਜੀ ਦਾ ਤੇ ਇੰਟਰਸਟ ਹੈ ਤੇ ਦੂਜੇ ਦਾ ਨਹੀਂ ਹੈ, ਉੱਥੇ ਉਹ ਥੋੜ੍ਹਾ ਜਿਹਾ ਹੁੰਦਾ ਆ ਕਿ ਇਹ ਟਾਈਮ ਉੱਧਰ ਐਵੇਂ ਬਰਬਾਦ ਕਰਨ ਲੱਗਾ ਹੋਇਆ ਜਾਂ ਲੱਗੀ ਹੋਈ ਆ, ਹੈ ਨਾ। ਦੂਸਰੇ ਨੂੰ ਇਹ ਲੱਗਦਾ ਆ ਤੇ ਉਹਨੂੰ ਲੱਗਦਾ ਹੁੰਦਾ ਵੀ ਉਹ ਆਹ ਕੰਮ ਵੀ ਕਰਨ ਵਾਲਾ, ਉਹ ਕੰਮ ਕਰਨ ਵਾਲਾ। ਫਿਰ ਦੂਸਰਾ, ਇਹਨੂੰ ਮਟੀਰੀਅਲਿਸਟਿਕ ਹੀ ਦੇਖਦੇ ਲੋਕ, ਜਿੱਦਾਂ ਇੱਦਾਂ ਕਿ ਪਦਾਰਥਵਾਦੀ, ਕਿ ਇਹਦੇ ਵਿੱਚੋਂ ਕੁਝ ਕਮਾਈ ਵੀ ਹੋਊਗੀ, ਹੈ ਨਾ। ਇਹ ਸਵਾਲ ਆਮ ਹੁੰਦਾ ਘਰਦਿਆਂ ਦਾ ਵੀ, ਆਲੇ ਦੁਆਲੇ ਦੋਸਤਾਂ ਮਿੱਤਰਾਂ ਦਾ ਵੀ, ਯਾਰ ਇਹ ਜੋ ਤੂੰ ਲਿਖਦਾ ਆ ਇਹ ਤੋਂ ਪੈਸਾ ਪੂਸਾ ਵੀ ਮਿਲਦਾ ਕੋਈ। ਜਾਣੀ ਇਸ ਚੀਜ਼ ਨੂੰ ਪੈਸੇ ਦੇ ਨਾਲ ਤੋਲਣਾ ਜਿਹੜਾ ਆ, ਉਹ ਲੋਕ ਜਿਹੜੇ ਆਮ ਤੁਹਾਡੇ ਆਲੇ ਦੁਆਲੇ ਵਾਲੇ ਦੇਖਦੇ ਆ। ਜੇ ਇਹ 'ਚੋਂ ਕੋਈ ਕਮਾਈ ਨਹੀਂ ਤਾਂ ਫਿਰ ਕੀ ਫਾਇਦਾ ਇਹਦਾ, ਹੈ ਨਾ। ਉਹ ਇਹਦੇ ਵਿੱਚੋਂ ਫਾਇਦਾ ਨੁਕਸਾਨ ਦੇਖਦੇ ਆ, ਹੈ ਨਾ। ਉਹ ਸਮਝਾਉਣ 'ਚ ਤੁਸੀਂ ਕਾਮਯਾਬ ਹੋ ਜਾਂਦੇ ਆ ਕਿ ਨਹੀਂ? ਕੋਸ਼ਿਸ਼ ਕਰੀਦੀ ਆ, ਪਰ ਨਹੀਂ, ਉਹ ਸਮਝਦੇ ਨਹੀਂ, ਕਿਉਂਕਿ ਹਰੇਕ ਬੰਦੇ ਦੀ ਆਪਣੀ ਸਮਝ ਹੁੰਦੀ ਆ। ਉਹਨਾਂ ਨੂੰ ਲੱਗਦਾ ਹੁੰਦਾ ਕਿ ਕੰਮ ਉਹ ਕਰੋ ਜਿਹਦੇ 'ਚੋਂ ਕੁਛ ਫਾਇਦਾ ਹੋਵੇ, ਹੈ ਨਾ। ਤੇ
ਆਪੋ ਆਪਣੀਆਂ ਹਰੇਕ ਲੇਖਕ ਦੀਆਂ ਪ੍ਰੋਬਲਮਾਂ ਆ। ਜਿੱਦਾਂ ਵੀ ਮੈਨੂੰ ਕੋਈ ਐਡੀ ਵੱਡੀ ਬੰਦਿਸ਼ ਘਰ ਵੱਲੋਂ ਤੇ ਹੈ ਨਹੀਂ ਗੀ, ਤੇ ਨਾ ਹੀ ਕੋਈ ਮੇਰੇ ਨਾਲ ਐਡਾ ਕਦੀ ਫਸਾਦ ਖੜਾ ਹੋਇਆ ਵੀ ਤੂੰ ਨਾ ਲਿਖ। ਪਰ ਮੈਂ ਵੀ ਨਹੀਂ ਕਹਿ ਸਕਦਾ ਵੀ ਉਹ ਬੜੇ ਹੈਪੀ ਆ ਵੀ ਮੈਂ ਲਿਖਦਾ, ਹਨਾ। ਅੱਛਾ। ਇਹ ਵੀ ਨਹੀਂ ਕਹਿ ਸਕਦਾ। ਨਹੀਂ, ਮੇਰਾ ਸਵਾਲ ਪੁੱਛਣ ਦਾ ਪਰਪਸ ਇਹ ਵੀ ਸੀ ਕਿ ਜਿਹੜੀ ਸੈਂਸਿਟੀਵਿਟੀ ਇੱਕ ਲੇਖਕ ਦੀ ਉਹ ਸਮਝੀ ਜਾਂਦੀ ਕਿ ਜ਼ਿਆਦਾ ਆ, ਹਾਂਜੀ। ਇਸ ਕਰਕੇ ਜਿਹੜੇ ਉਹਦੇ ਰਿਸ਼ਤੇ ਹੋਣਗੇ ਸ਼ਾਇਦ ਉਹ ਜ਼ਿਆਦਾ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਤੇ ਮਜ਼ਬੂਤੀ ਹੋਏਗੀ, ਤਾਂ ਮੈਂ ਪੁੱਛਿਆ ਸੀ ਇਹ ਸਵਾਲ। ਮੈਂ ਕੋਈ ਇਹਦੇ ਬਾਰੇ ਨਹੀਂ ਬਾਲਾ ਕਹਿ ਸਕਦਾ ਕਿ ਉਹਦੇ ਵਿੱਚ ਕੋਈ ਜ਼ਿਆਦਾ। ਤੁਸੀਂ ਦੱਸਿਆ ਕਿ ਵੀ ਕਹਾਣੀ ਤੁਹਾਡੀ ਕੋਈ ਪੜ੍ਹਦੇ ਆ ਤਾਂ ਤੁਹਾਡੀ ਵਾਈਫ ਕਈ ਵਾਰੀ ਇਮੋਸ਼ਨਲ ਹੋ ਜਾਂਦੀ ਆ, ਹਾਂਜੀ ਹਾਂਜੀ ਹਾਂਜੀ, ਕਿ ਵੀ ਵਾਹ ਇਸ ਐਕਸਟੈਂਟ ਤੱਕ ਇਹ ਬੰਦੇ ਨੇ ਮਹਿਸੂਸ ਕੀਤਾ, ਲਿਖਿਆ ਕਿ ਬਹੁਤ ਸੈਂਸਿਟਿਵ ਹੈ, ਮਹਿਸੂਸ ਬਹੁਤ ਜ਼ਿਆਦਾ ਕਰਦਾ। ਇਸ ਗੱਲ ਦਾ ਵੀ ਫਖਰ ਹੁੰਦਾ ਕਈ ਵਾਰੀ। ਹੋ ਸਕਦਾ ਉਹਨੂੰ ਹੁੰਦਾ ਹੋਵੇ, ਪਰ ਉਹਨੇ ਕਦੀ ਦੱਸਿਆ ਨਹੀਂ। ਹਾਂ, ਇੱਦਾਂ ਜ਼ਰੂਰ ਆ ਕਿ ਬਾਹਰੋਂ ਕੋਈ ਹੋਰ ਉਹਨੂੰ ਤਾਰੀਫ ਕਰ ਦੇਵੇ ਨਾ ਵੀ ਤੇਰਾ ਹਸਬੈਂਡ ਬਹੁਤ ਸੋਹਣਾ ਲਿਖਦਾ, ਤੇਰਾ ਹਸਬੈਂਡ ਵਧੀਆ ਸ਼ਾਇਰ ਆ, ਫਿਰ ਉਹਨੂੰ ਜਿੱਦਾਂ ਹੈਰਾਨੀ ਜੀ ਵੀ ਹੁੰਦੀ, ਤੇ ਘਰ ਆ ਕੇ ਜਿੱਦਾਂ ਉਹ ਫਿਰ ਦੱਸਦੀ ਵੀ ਆ ਵੀ ਤੂੰ ਫਲਾਨਾ ਮੈਨੂੰ ਕਹਿੰਦਾ ਤੂੰ ਬਹੁਤ ਸੋਹਣਾ ਲਿਖਦਾ, ਹੈ ਨਾ। ਮੈਂ ਕਿਹਾ ਅੱਛਾ ਚਲੋ ਵਧੀਆ, ਹੈ ਨਾ। ਤੇ ਉਹਦਾ ਮਤਲਬ ਹੁੰਦਾ ਕਿ ਜੋ ਮੈਂ ਲਿਖਦਾ ਆ ਉਹਦਾ ਉਹ ਮੇਰੇ ਤੋਂ ਨਹੀਂ ਐਕਸੈਪਟ ਕਰਨਾ ਵੀ ਚੰਗਾ ਮਾੜਾ, ਉਹ ਕੋਈ ਦੂਸਰਾ ਦੱਸ ਦੇਵੇ ਤੇ ਫਿਰ ਹੋ ਜਾਂਦਾ ਵੀ ਅੱਛਾ ਅੱਛਾ ਇਹਦਾ ਮਤਲਬ ਚੰਗਾ ਹੀ ਲਿਖਦਾ ਹੋਣਾ। ਓਕੇ, ਹੁਣ ਮੈਂ ਵੀ ਉਹੀ ਸਵਾਲ ਪੁੱਛ ਲੈਂਦੀ ਹਾਂ ਜਿਹੜਾ ਅਕਸਰ ਤੁਸੀਂ ਕਹਿੰਦੇ ਕਿ ਲੋਕ ਪੁੱਛ ਲੈਂਦੇ ਹੈਗੇ ਆ। ਲਿਖਦੇ ਤੁਸੀਂ ਬਹੁਤ ਬਹੁਤ ਸੋਹਣਾ ਵੀ ਲਿਖਦੇ ਹੋ, ਪਰ ਰੋਜ਼ੀ ਰੋਟੀ ਦਾ ਵਸੀਲਾ ਤਾਂ ਵੱਖਰਾ ਹੀ ਕਰਨਾ ਪੈਂਦਾ। ਬਿਲਕੁਲ, ਮੇਰਾ ਨਹੀਂ ਖਿਆਲ ਪੰਜਾਬੀ ਦਾ ਸ਼ਾਇਦ ਇੱਕ ਅੱਧਾ ਹੀ ਕੋਈ ਲੇਖਕ ਹੋਊਗਾ ਜਿਹੜਾ ਲਿਖਣ ਤੋਂ ਰੋਟੀ ਖਾਂਦਾ ਹੋਊਗਾ। ਕੋਈ ਨਾਵਲਕਾਰ ਸ਼ਾਇਦ 2-4 ਹੈਗੇ, ਪੋਇਟਰੀ ਵਾਲਾ ਤੇ ਕੋਈ ਨਹੀਂ, ਹੈ ਨਾ। ਜਿਹੜੀ ਇਹਦੇ ਵਿੱਚ ਕਮਾਈ ਜੇ ਕਿਸੇ ਪੋਇਟਰੀ ਕੋਈ ਵਧੀਆ ਕੋਈ ਪੋਇਟਰੀ ਲਿਖਦਾ ਹੁੰਦੀ ਵੀ ਆ, ਉਹ ਪ੍ਰਕਾਸ਼ਕ ਨੂੰ ਹੀ ਹੁੰਦੀ ਆ। ਬਾਹਲੀ ਹੱਦ ਕੋਈ ਤੁਹਾਡੀ ਕਿਤਾਬ ਫ੍ਰੀ ਛਾਪ ਦਊਗਾ, ਹੈ ਨਾ। ਨਹੀਂ ਤੇ ਤੁਹਾਡੇ ਹੱਥ ਤੇ ਨਹੀਂ ਕਿਸੇ ਨੇ ਆਨਾ ਵੀ ਰੱਖਣਾ ਹੁੰਦਾ। ਇੱਕ ਸ਼ੌਕ ਆ, ਇੱਕ ਤੁਹਾਡੀ ਸਿਰਜਣਾ ਆ ਜਿਹੜੀ ਕਈਆਂ ਨੂੰ ਖੁਸ਼ੀ ਦਿੰਦੀ ਆ, ਤੇ ਤੁਸੀਂ ਵੀ ਖੁਸ਼ ਹੋ ਜਾਂਦੇ ਆ, ਤੇ ਸਦੀਵੀ ਰਹਿਣੀ ਆ ਇੱਥੇ ਤੁਹਾਡੇ। ਇਹੋ ਹੀ ਇਹਦੀ ਹੈਗੀ ਅਚੀਵਮੈਂਟ ਇਹਦੇ ਵਿੱਚ। ਹਾਂ, ਮੈਂ ਤਾਂ ਹੀ ਜਦੋਂ ਪਹਿਲਾਂ ਵੀ ਪੁੱਛਿਆ ਸੀ, ਸ਼ਾਇਦ ਆਪਣੀ ਗੱਲ ਅਧੂਰੀ ਰਹਿ ਗਈ ਸੀ ਕਿ ਜਦੋਂ ਉਹ ਚੀਜ਼ ਬੇਕ ਹੋ ਕੇ ਨਿਕਲਦੀ ਹੈ, ਜਿਹੜੀ ਪਹਿਲਾਂ ਗੁੱਝਦੀ ਰਹਿੰਦੀ ਹੈ, ਰਿੱਝਦੀ ਰਹਿੰਦੀ ਹੈ, ਉਸ ਤੋਂ ਬਾਅਦ ਬੇਕ ਹੋ ਕੇ ਆਹ ਚੀਜ਼ ਤੁਹਾਡੇ ਸਾਹਮਣੇ ਆ ਗਈ ਆ, ਚਾਹੇ ਉਹ ਗਜ਼ਲ ਦਾ ਰੂਪ ਲੈ ਲਿਆ, ਕਹਾਣੀ ਦਾ, ਜਾਂ ਇੱਕ ਨਾਵਲ ਦੇ ਰੂਪ ਦੇ ਵਿੱਚ ਆ ਗਿਆ, ਤੁਸੀਂ ਆਪਣਾ ਆਪ ਖਾਲੀ ਕਰ ਲਿਆ। ਹੁਣ ਇਹ ਲੋਕਾਂ ਦੇ ਲਈ ਕੋਈ ਸਰਵ ਕਰਨ ਦੇ ਲਈ ਤੁਸੀਂ ਚੀਜ਼ ਪੇਸ਼ ਕਰ ਦਿੱਤੀ ਹੈ, ਪਰ ਉਹ ਖਾਲੀ ਹੋਣ ਤੋਂ ਬਾਅਦ ਤੁਸੀਂ ਫੇਰ ਭਰ ਜਾਂਦੇ ਹੋ। ਇਹ ਪ੍ਰੋਸੈਸ ਬਾਰੇ ਮੈਂ ਜਾਣਨਾ ਚਾਹੁੰਦੀ ਕਿ ਲੇਖਕ ਦੇ ਅੰਦਰ ਕੀ ਚੱਲਦਾ ਰਹਿੰਦਾ। ਲੇਖਕ ਨੂੰ ਖੁਦ ਨਹੀਂ ਪਤਾ ਹੁੰਦਾ ਉਹਦੇ ਅੰਦਰ ਕੀ ਚੱਲਦਾ ਆ। ਇਸ ਗੱਲ ਤੇ ਹੈਰਾਨੀ ਹੁੰਦੀ, ਕਈ ਇੱਕ ਕਹਾਵਤ ਵੀ ਆ ਵੀ ਜਾਂ ਤੁਸੀਂ ਲੇਖਕ ਹੋ ਤੇ ਜਾਂ ਨਹੀਂ ਹੋ, ਬਣਿਆ ਨਹੀਂ ਜਾ ਸਕਦਾ ਧੱਕੇ ਨਾਲ, ਹੈ ਨਾ। ਭਈ ਹੁਣ ਮੈਂ ਬੇਸ਼ੱਕ ਲਿਖਣਾ ਤੇ ਹੁਣ ਸ਼ੁਰੂ ਕੀਤਾ 10 ਸਾਲ ਪਹਿਲਾਂ, ਪਰ ਮੈਂ ਲੇਖਕ ਬਚਪਨ ਤੋਂ ਸੀ, ਕਿਉਂਕਿ ਮੇਰੇ ਅੰਦਰ ਸੀਗਾ। ਉਹ ਵੱਖਰੀ ਗੱਲ, ਮੈਂ ਉਹ ਬਾਅਦ ਦੇ ਵਿੱਚ ਪਛਾਣਿਆ, ਹੈ ਨਾ। ਪਰ ਜੇ ਕੋਈ ਕਵੇ ਕਿ ਮੇਰੇ ਵੱਲ ਦੇਖ ਕੇ ਮੈਂ ਵੀ ਲਿਖਣਾ ਆ, ਮੈਂ ਵੀ ਇੱਦਾਂ ਦਾ ਲਿਖਣਾ ਆ, ਧੱਕੇ ਨਾਲ ਨਹੀਂ ਲਿਖਿਆ ਜਾ ਸਕਦਾ, ਨਾ ਹੀ ਪੋਇਟਰੀ, ਨਾ ਹੀ ਕੁਛ ਹੋਰ। ਤੇ ਇਹ ਤੁਹਾਡੇ ਅੰਦਰ ਕੁਦਰਤ ਵੱਲੋਂ ਹੀ ਕੋਈ ਤੋਹਫਾ ਹੁੰਦਾ ਤੁਹਾਨੂੰ। ਜਿੰਨਾ ਕੁ ਮੈਂ ਸੁਣਿਆ ਜਾਂ ਜਿੰਨਾ ਕੁ ਮੈਂ ਮਹਿਸੂਸ ਕੀਤਾ, ਉਹਦੇ ਤੇ ਬੇਸਡ ਮੇਰੀ ਇਹ ਹੈਗੀ ਗੱਲ। ਤੇ ਬਾਕੀ ਹੋ ਸਕਦਾ ਕੋਈ ਵੀ ਬਾਅਦ 'ਚ ਸਿੱਖ ਕੇ ਵੀ ਬਣ ਜਾਵੇ, ਆਈ ਡੋਂਟ ਨੋ, ਪਰ ਮੈਨੂੰ ਇੱਦਾਂ ਲੱਗਦਾ ਹੁੰਦਾ। ਕੁਝ ਗੱਲਾਂ ਇਹਨਾਂ ਦੇ ਨਾਲ ਹੋਰ ਕਰਨੀਆਂ। ਇਹਨਾਂ ਦੀ ਇੱਕ ਗਜ਼ਲ ਦੇ ਕੁਝ ਸ਼ੇਅਰ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗੀ ਹਾਂ। ਕਹਿੰਦੇ, ਅਨੋਖੀ ਰੌਸ਼ਨੀ ਦੇ ਨਾਲ ਉੱਜਲ ਹੋ ਗਿਆ ਹਾਂ, ਅਨੋਖੀ ਰੌਸ਼ਨੀ ਦੇ ਨਾਲ ਉੱਜਲ ਹੋ ਗਿਆ ਹਾਂ, ਮੈਂ ਆਪਣੇ ਆਪ ਨੂੰ ਖੋਜਣ ਦੇ ਕਾਬਲ ਹੋ ਗਿਆ ਹਾਂ। ਨਜ਼ਰ ਬਿਹਤਰ ਹੋਈ ਤੇ ਨਜ਼ਰੀਆ ਕੁਝ ਸਾਫ਼ ਹੋਇਆ, ਨਜ਼ਰ ਬਿਹਤਰ ਹੋਈ ਤੇ ਨਜ਼ਰੀਆ ਕੁਝ ਸਾਫ਼ ਹੋਇਆ। ਹੈਰਾਨੀ ਹੈ ਕਿ ਹੁਣ ਮੈਂ ਆਪ ਓਝਲ ਹੋ ਗਿਆ ਹਾਂ। ਬਹੁਤ ਖੂਬਸੂਰਤ ਲਿਖਿਆ। ਇੱਕ ਦੋ ਸ਼ੇਅਰ ਜੇ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਆਪਣੀ ਜ਼ੁਬਾਨੀ ਸੁਣਾ ਸਕੋ, ਆਪਣੀ ਕਿਸੇ ਵੀ ਪਿਆਰੀ ਗਜ਼ਲ ਦੇ। ਜ਼ਰੂਰ। ਇੱਕ ਗਜ਼ਲ ਹੈ ਕਿ ਜਿਸਮਾਂ ਦੇ ਹਾਸ਼ੀਏ ਤੋਂ ਅੱਗੇ ਵਿਕਾਸ ਕਰੀਏ, ਜਿਸਮਾਂ ਦੇ ਹਾਸ਼ੀਏ ਤੋਂ ਅੱਗੇ ਵਿਕਾਸ ਕਰੀਏ, ਚੱਲ ਮਹਿਕ ਬਣ ਕੇ ਆਪਾਂ ਪੌਣਾ 'ਚ ਵਾਸ ਕਰੀਏ। ਵਾਹ। ਹਉਮੈ ਤੋਂ ਪਾਰ ਜਾ ਕੇ ਤੱਕੀਏ ਇਹ ਸਭ ਖਲਾਰਾ, ਹਉਮੈ ਤੋਂ ਪਾਰ ਜਾ ਕੇ ਤੱਕੀਏ ਇਹ ਸਭ ਖਲਾਰਾ, ਇਸ ਆਮ ਸਿਲਸਿਲੇ ਦੇ ਕੁਝ ਪਲ ਤਾਂ ਖਾਸ ਕਰੀਏ। ਵਾਹ, ਬਹੁਤ ਵਧੀਆ। ਕਾਲਖ ਦੇ ਵੇਸ ਅੰਦਰ ਚਾਨਣ ਲੁਕੋ ਕੇ ਬੈਠੀ, ਕਾਲਖ ਦੇ ਵੇਸ ਅੰਦਰ ਚਾਨਣ ਲੁਕੋ ਕੇ ਬੈਠੀ, ਇਸ ਰਾਤ ਮੀਸਣੀ ਨੂੰ ਹੁਣ ਬੇਲਿਬਾਸ ਕਰੀਏ। ਬਹੁਤ ਖੂਬ। ਜਾਂ ਤਾਂ ਨਦੀ ਨੂੰ ਥਲ ਤੋਂ ਕਰ ਦਈਏ ਦੂਰ ਕਿਧਰੇ, ਜਾਂ ਤਾਂ ਨਦੀ ਨੂੰ ਥਲ ਤੋਂ ਕਰ ਦਈਏ ਦੂਰ ਕਿਧਰੇ, ਜਾਂ ਫੇਰ ਮੁਲਤਵੀ ਹੁਣ ਆਪਣੀ ਇਹ ਪਿਆਸ ਕਰੀਏ। ਵਾਹ, ਬਹੁਤ ਵਧੀਆ।
ਇਸ ਨੇ ਪਛਾਣ ਆਪਣੀ ਆਪੇ ਤਲਾਸ਼ ਲੈਣੀ, ਇਸ ਨੇ ਪਛਾਣ ਆਪਣੀ ਆਪੇ ਤਲਾਸ਼ ਲੈਣੀ, ਆਉਂਦੀ ਨਸਲ ਤੋਂ ਆਪਾਂ ਇੰਨੀ ਤਾਂ ਆਸ ਕਰੀਏ। ਵਾਹ, ਬਹੁਤ ਖੂਬ। ਕੋਈ ਖਿਆਲ ਬਣ ਕੇ ਆ ਜਾ ਤੂੰ ਜ਼ਿਹਨ ਅੰਦਰ, ਕੋਈ ਖਿਆਲ ਬਣ ਕੇ ਆ ਜਾ ਤੂੰ ਜ਼ਿਹਨ ਅੰਦਰ, ਰਲ ਕੇ ਨਵੀਂ ਗਜ਼ਲ ਦਾ ਮਤਲਾ ਕੇ ਆਸ ਕਰੀਏ, ਬਹੁਤ ਰਲ ਕੇ ਨਵੀਂ ਗਜ਼ਲ ਦਾ ਮਤਲਾ ਕੇ ਆਸ ਕਰੀਏ। ਥੈਂਕ ਯੂ, ਬਹੁਤ ਹੀ ਵਧੀਆ, ਬਹੁਤ ਖੂਬ। ਥੈਂਕ ਯੂ। ਮੈਂ ਦੇਖ ਰਹੀ ਸੀ ਕਿ ਬਹੁਤ ਕੁਝ ਇਹਨਾਂ ਬਾਰੇ ਲਿਖਿਆ ਗਿਆ। ਸਾਡੇ ਇੱਥੇ ਜਸਵਿੰਦਰ ਜੀ ਨੇ ਸ਼ਾਇਰ, ਉਹਨਾਂ ਨੇ ਬੜੀਆਂ ਖੂਬਸੂਰਤ ਲਾਈਨਾਂ ਇਹਨਾਂ ਬਾਰੇ ਲਿਖੀਆਂ। ਕਹਿੰਦੇ ਕਿ ਸਮਕਾਲੀ ਪੰਜਾਬੀ ਗਜ਼ਲ ਨੂੰ ਭਾਵਪੂਰਤ ਅਰਥ ਪ੍ਰਦਾਨ ਕਰਨ ਵਾਲੇ ਸ਼ਾਇਰਾਂ ਵਿੱਚ ਰਾਜਵੰਤ ਰਾਜ ਦਾ ਨਾਂ ਗੂੜ੍ਹੇ ਅੱਖਰਾਂ ਵਿੱਚ ਸ਼ਾਮਿਲ ਹੈ। ਅਹਿਸਾਸ ਦੇ ਅਮੋੜ ਹੜ੍ਹ ਨਾਲ ਰੂਹਾਂ ਦੀ ਮਾਰੂਥਲੀ ਪਿਆਸ ਬੁਝਾਉਣ ਦਾ ਔਖਾ ਹੁਨਰ ਉਹਦੇ ਸਿਰਕੇ ਮੇਚ ਆ ਗਿਆ ਹੈ। ਉਹਦੇ ਸ਼ੇਅਰਾਂ ਵਿੱਚ ਅਨੇਕ ਚਮਤਕਾਰੀ ਝਲਕਾਰੇ ਉਦੈ ਹੁੰਦੇ ਨੇ ਜੋ ਪਾਠਕ ਦੀਆਂ ਅੱਖਾਂ ਚੁੰਧਿਆਉਣ ਦੀ ਥਾਂ ਸਕੂਨ ਦੇ ਮੰਜ਼ਰ ਦ੍ਰਿਸ਼ਟਮਾਨ ਕਰਦੇ ਹਨ। ਇਹਨਾਂ ਬੇਰਹਿਮ ਵਕਤਾਂ ਵਿੱਚ ਕਈ ਵਾਰ ਪਲ ਭਰ ਦਾ ਸਕੂਨ ਵੀ ਬੰਦੇ ਨੂੰ ਜਿਉਣ ਜੋਗਾ ਕਰ ਦਿੰਦਾ ਹੈ। ਸਾਡੇ ਇਸ ਸ਼ਾਇਰ ਦੀ ਕਾਵ ਚੇਤਨਾ ਦੇ ਕਲਾਵੇ ਵਿੱਚ ਜ਼ਿੰਦਗੀ ਦੇ ਅਣਗਿਣਤ ਪਹਿਲੂ ਸਹਿਜੇ ਹੀ ਸਮੋਏ ਹੋਏ ਨੇ। ਰਾਜਵੰਤ ਰਾਜ ਬੁਨਿਆਦੀ ਤੌਰ 'ਤੇ ਮੁਹੱਬਤ ਦਾ ਸ਼ਾਇਰ ਹੈ। ਮਿਲਾਪ ਤੇ ਵਿਛੋੜੇ ਦੀਆਂ ਸਿਖਰਾਂ ਅਤੇ ਇਹਨਾਂ ਸਿਖਰਾਂ 'ਤੇ ਅਡੋਲ ਜਾਂ ਤਿਲਕ ਦੇ ਅਹਿਸਾਸ ਜਿਸ ਅੰਦਾਜ਼ ਵਿੱਚ ਰਾਜ ਦੀ ਗਜ਼ਲ ਵਿੱਚ ਆਏ ਹਨ, ਇਹ ਹੋਰ ਕਿਤੇ ਵਿਰਲੇ ਹੀ ਮਿਲਦੇ ਹਨ। ਉਹ ਜ਼ਿੰਦਗੀ ਦੇ ਜਸ਼ਨਾਂ ਨੂੰ ਭਰਪੂਰਤਾ ਨਾਲ ਮਾਣਨ ਦਾ ਅਭਿਲਾਸ਼ੀ ਹੈ। ਉਹਦੀ ਫਨਕਾਰੀ ਰੁਦਨ 'ਚੋਂ ਵੀ ਊਰਜਾ ਛਾਣ ਲੈਂਦੀ ਹੈ। ਉਹ ਮਾਨਵੀ ਹੋਂਦ ਦੇ ਸਵਾਲਾਂ ਨੂੰ ਉਲਾਰ ਹੋ ਕੇ ਨਹੀਂ ਵਾਚਦਾ। ਭਾਵਨਾਵਾਂ ਦੇ ਜ਼ੋਰਦਾਰ ਵੇਗ ਵਿੱਚ ਵੀ ਉਸ ਦੀ ਸ਼ਾਇਰੀ ਵਿਚਲਾ ਸਹਿਜ ਸੰਤੁਲਨ ਬਣਿਆ ਰਹਿੰਦਾ ਹੈ। ਉਸ ਦੀ ਸ਼ਾਇਰੀ ਵਿੱਚ ਰੂਪ ਤੇ ਖਿਆਲ ਦਾ ਨਿਖਾਰ ਵੀ ਧਿਆਨ ਖਿੱਚਦਾ ਹੈ। ਉਹ ਢੁਕਵੀਂ ਸ਼ਬਦ ਚੋਣ ਅਤੇ ਬਹਿਰ ਦੇ ਪ੍ਰਭਾਵਸ਼ਾਲੀ ਬਿਉਂਤਬੰਦੀ ਨਾਲ ਅਮੂਰਤ ਖਿਆਲ ਨੂੰ ਵੀ ਧੜਕਣ ਲਾ ਦਿੰਦਾ ਹੈ। ਗਜ਼ਲਕਾਰੀ ਦੇ ਗੁਣਾਂ ਅਵਗੁਣਾਂ ਦਾ ਗਿਆਨ ਉਸ ਦੀ ਸ਼ਿਲਪ ਕਲਾ ਵਿੱਚ ਸਮੋਇਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਉਸ ਦੇ ਸ਼ੇਅਰ ਘੜੇ ਹੋਏ ਨਹੀਂ, ਸਿਰਜੇ ਹੋਏ ਨੇ। ਬਹੁਤ ਖੂਬ ਲਿਖਿਆ ਜੀ ਜਸਵਿੰਦਰ ਹੁਣਾਂ ਨੇ। ਰਾਜਵੰਤ ਜੀ, ਪਤਾ ਲੱਗਾ ਕਿ ਇੱਕ ਹੋਰ ਨਾਵਲ ਤੁਹਾਡਾ ਤੁਸੀਂ ਆਲਮੋਸਟ ਤਿਆਰ ਕਰ ਚੁੱਕੇ ਹੋ, ਉਹ ਵੀ ਇੱਥੇ ਕੈਨੇਡਾ ਦੀ ਲਾਈਫ ਦੇ ਨਾਲ ਹੀ ਸੰਬੰਧਿਤ ਹੈ। ਮਿਕਸ ਜਿਹਾ ਉਹ ਨਵਜੋਤ ਜੀ, ਕੁਛ ਇੰਡੀਆ ਦੀ ਲਾਈਫ, ਕੁਛ ਇੱਧਰ ਦੀ ਲਾਈਫ, ਜਿੱਦਾਂ ਇਹ ਪਿਓਨ ਸੀਗਾ ਇੱਦਾਂ ਦੀ ਸਟੋਰੀ, ਪਰ ਉਹ ਸਟੋਰੀ ਦਾ ਥੀਮ ਕੁਛ ਹੋ ਰਿਹਾ, ਜਿੱਦਾਂ ਉਹ ਕੁਛ ਰਿਸ਼ਤਿਆਂ ਬਾਰੇ ਆ ਜਿੱਦਾਂ। ਹਾਂਜੀ। ਕਦੋਂ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਵੀ ਗਜ਼ਲ ਲਿਖੀ ਜਾਣੀ ਚਾਹੀਦੀ ਹੈ, ਜਾਂ ਕਦੋਂ ਮਹਿਸੂਸ ਹੁੰਦਾ ਕਿ ਵਾਰਤਕ ਲਿਖੀ ਜਾਣੀ ਚਾਹੀਦੀ ਹੈ? ਇਹ ਤਾਂ ਮੈਨੂੰ ਵੀ ਨਹੀਂ ਪਤਾ। ਹੁਣ ਪਿਛਲੇ ਮਹੀਨੇ ਅਸੀਂ ਬੈਠੇ ਸੀਗੇ ਅਤੇ ਸਲਾਹ ਚੱਲਦੀ ਸੀ ਕਿ ਕੁਛ ਨਵੀਆਂ ਬਹਿਰਾਂ ਦੇ ਵਿੱਚ ਕੁਛ ਨਵੇਂ ਖਿਆਲ ਲਿਆਂਦੇ ਜਾਣ, ਅਤੇ ਉਹ ਮੈਂ ਕਿਹਾ ਹਾਂ ਮੈਂ ਕੋਈ ਗਜ਼ਲ ਇਹਦੇ ਵਿੱਚ ਕੋਸ਼ਿਸ਼ ਕਰੂੰਗਾ ਨਵੀਂ ਬਹਿਰ ਦੇ ਵਿੱਚ। ਅਤੇ ਘਰ ਆ ਕੇ ਮੁੜ ਕੇ ਮੈਂ ਐਸਾ ਇੱਕ ਨਵਾਂ ਮੇਰੇ ਦਿਮਾਗ 'ਚ ਪਲਾਟ ਆਇਆ, ਉਹਦੇ ਦੁਆਲੇ ਹੋਇਆ ਕਿ ਉਹ 2-3 ਮਹੀਨੇ ਹੋ ਗਏ ਹੁਣ ਕੋਈ ਗਜ਼ਲ ਲਿਖੀ ਨਹੀਂ ਹੈ ਨਾ। ਅਤੇ ਆਪ ਨੂੰ ਨਹੀਂ ਪਤਾ ਹੁੰਦਾ, ਜਿੱਦਾਂ ਤੁਹਾਡੇ ਅੰਦਰੋਂ ਹੀ ਕੋਈ ਜ਼ੋਰ ਜਿਹਾ ਪੈ ਜਾਂਦਾ ਹੈ ਨਾ, ਭਈ ਮੈਂ ਆਹ ਕਰਨਾ ਬਸ ਇਹਨਾਂ ਦਿਨਾਂ ਦੇ ਵਿੱਚ। ਇੱਥੇ ਹੀ ਜਿੱਦਾਂ ਇੱਕ ਪੰਜਾਬੀ 'ਚ ਆਪਣੇ ਕਹਿ ਦਿੰਦੇ ਕਿ ਰੀਲ ਚੜ੍ਹ ਗਈ ਬਸ ਨਾ, ਭਈ ਆਹ ਹੀ ਹੁਣ ਕਰਨਾ। ਅਤੇ ਉਹ ਮੈਂ ਹੁਣ ਮੇਰੇ ਕੋਲ 40-50 ਪੇਜ ਟਾਈਪ ਕਰ ਲਏ ਆ ਉਹਦੇ। ਉਹ ਮੇਰਾ ਤੀਸਰਾ ਨਾਵਲ ਹੋਊਗਾ, ਪਰ ਉਹ ਸਟੋਰੀ ਅਜੇ ਥੋੜ੍ਹੀ ਚੱਲ ਰਹੀ ਆ, ਗੁੱਝ ਰਹੀ ਆ, ਕੁਛ ਉਹਦੇ ਵਿੱਚ ਬਹੁਤ ਚੇਂਜਾਂ ਹੋਣੀਆਂ, ਪਰ ਕੁਛ ਬਣਿਆ ਦਿਮਾਗ ਦੇ ਵਿੱਚ। ਮੈਨੂੰ ਜਿੱਦਾਂ ਕਾਹਲ ਪਈ ਕਿ ਇਹ ਸਫ਼ਿਆਂ 'ਤੇ ਆ ਜਾਵੇ, ਕਿਤੇ ਮੈਨੂੰ ਭੁੱਲ ਨਾ ਜਾਵੇ, ਜਾਂ ਇਹਦੇ ਵਿੱਚ ਕੁਛ ਵਿੱਚੋਂ ਮਿਸ ਨਾ ਹੋ ਜਾਵੇ ਲੇਟਰ ਔਨ, ਜੇ ਮੈਂ ਹੁਣ ਨਾ ਇਹਨੂੰ ਟਾਈਪ ਕੀਤਾ। ਅਤੇ ਉਹ ਇੱਕ ਕਾਹਲ ਜਿਹੀ ਪੈ ਜਾਂਦੀ ਜਦੋਂ ਕੁਛ ਕਲੀਅਰ ਜਿਹੀ ਪਿਕਚਰ ਬਣ ਜਾਂਦੀ ਨਾ ਤੁਹਾਡੀ, ਅਤੇ ਫਿਰ ਤੁਹਾਨੂੰ ਹੁੰਦਾ ਕਿ ਇਹਨਾਂ ਨੂੰ ਸਫ਼ਿਆਂ 'ਤੇ ਲਾ ਲਈਏ। ਅਤੇ ਬਾਅਦ ਦੇ ਵਿੱਚ ਕਈ ਵਾਰੀ ਆਪ ਹੀ ਪੜ੍ਹ ਕੇ ਤੁਸੀਂ ਹੈਰਾਨ ਹੁੰਦੇ ਹੋ, ਅੱਛਾ ਇਹ ਮੈਨੂੰ ਤਾਂ ਹੁਣ ਤਾਂ ਭੁੱਲ ਗਿਆ, ਮੈਂ ਉਦੋਂ ਆਹ ਲਿਖਿਆ ਸੀਗਾ ਨਾ। ਅਤੇ ਸੋ ਇਹ ਅੰਦਰੋਂ ਹੀ ਹੁੰਦਾ ਕੁਛ ਤੁਹਾਡੇ, ਜਦੋਂ ਤੁਸੀਂ ਤੱਕ ਕੇ ਨਹੀਂ ਕਰਦੇ। ਪੰਜਾਬੀ ਜਿਹੜੇ ਸ਼ਾਇਰ ਨੇ ਜਾਂ ਇੱਥੇ ਬੈਠੇ ਲੋਕ ਕੈਨੇਡਾ ਦੇ ਵਿੱਚ ਲਿਖਣ ਵਾਲੇ ਨੇ, ਦੂਸਰੇ ਪਾਸੇ ਪੰਜਾਬ ਦੇ ਵਿੱਚ ਲਿਖਣ ਵਾਲੇ ਹੈਗੇ ਆ ਜੀ, ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਵੀ ਜਿਹੜੇ ਪੰਜਾਬ 'ਚ ਲਿਖਣ ਵਾਲੇ ਆ ਜਾਂ ਇੱਥੇ ਬੈਠੇ ਲਿਖਣ ਵਾਲੇ ਆ, ਇਹਨਾਂ ਦੇ ਵਿੱਚ ਕੋਈ ਵੱਡਾ ਫਰਕ ਹੈਗਾ? ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਅਸਲੀ ਜਿਹੜੇ ਲਿਖਣ ਵਾਲੇ ਆ ਉਹ ਪੰਜਾਬ 'ਚ ਹੀ ਬੈਠੇ ਆ, ਇੱਥੇ ਵਾਲੇ ਜਿਵੇਂ ਕੋਈ ਸੈਕਿੰਡ ਕਲਾਸ ਵਾਲੇ ਹੁੰਦੇ ਆ। ਤੁਹਾਡੀ ਓਬਜ਼ਰਵੇਸ਼ਨ ਅਤੇ ਐਕਸਪੀਰੀਅੰਸ ਕੀ ਕਹਿੰਦਾ ਇਹਦੇ ਬਾਰੇ? ਇਹ ਤੁਸੀਂ ਕਈ ਵਾਰੀ ਆਪਣੇ ਕੰਪੀਟੀਸ਼ਨ 'ਚ ਆਏ ਹੋਏ ਕਿਸੇ ਨੂੰ ਨਕਾਰਨਾ ਹੋਵੇ ਅਤੇ ਤੁਸੀਂ ਇਹੋ ਜਿਹੇ ਬਹਾਨੇ ਕੱਢਦੇ ਆ ਇੱਕ ਤਰ੍ਹਾਂ, ਹੈ ਨਾ।
ਉੱਥੇ ਪੰਜਾਬ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਸੀ ਕਿ ਬਾਹਰਲੇ ਡਾਲਰਾਂ ਦੇ ਨਾਲ ਹੀ ਛਪਦੇ ਆ, ਇਹ ਤਾਂ ਆਪਣੀਆਂ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾ ਲੈਂਦੇ ਆ, ਅਦਰਵਾਈਜ਼ ਕੁਛ ਐਡੀ ਗੱਲ ਹੈ ਨਹੀਂ। ਪਰ ਹੁਣ ਇਹ ਕਾਫੀ ਹੱਦ ਤੱਕ ਝੁਠਲਾ ਦਿੱਤਾ ਇੱਥੇ ਦੇ ਲੇਖਕਾਂ ਨੇ ਇਸ ਚੀਜ਼ ਨੂੰ। ਆਪਣੀਆਂ ਲੇਖਣੀਆਂ ਜਿਹੜੀਆਂ ਆ ਉਹਨਾਂ ਦੇ ਨਾਲ ਹੀ ਮਨਾਇਆ ਉਹਨਾਂ ਨੂੰ ਕਿ ਨਹੀਂ ਵਾਕਈ ਲਿਖਿਆ ਜਾ ਰਿਹਾ ਸਾਰੇ। ਮੈਂ ਇਸ ਚੀਜ਼ ਨੂੰ ਕਦੇ ਬਾਹਲਾ ਕੰਸੀਡਰ ਨਹੀਂ ਕੀਤਾ ਵੀ ਮੈਂ ਇੱਧਰਲਾ ਜਾਂ ਉੱਧਰਲਾ ਆ, ਕਿਉਂਕਿ ਜੇ ਤੁਸੀਂ ਲੇਖਕ ਆ ਤੇ ਬਸ ਲੇਖਕ ਆ, ਹੈ ਨਾ। ਤੁਸੀਂ ਕਿੱਥੇ ਰਹਿੰਦੇ, ਤੁਸੀਂ ਆਪਣੇ ਆਲੇ ਦੁਆਲੇ 'ਚੋਂ ਹੀ ਲੈਣੇ ਹੁੰਦੇ ਆਈਡੀਆ, ਹੈ ਨਾ। ਹੁਣ ਅਸੀਂ ਕੈਨੇਡਾ 'ਚ ਰਹਿੰਦੇ ਤੇ ਅਸੀਂ ਇੱਥੋਂ ਹੀ ਆਈਡੀਆ ਲਵਾਂਗੇ ਸਾਰੇ ਲਿਖਣ ਦੇ, ਹੈ ਨਾ। ਪਰ ਸਾਡੀ ਭਾਸ਼ਾ ਤੇ ਉਹੀ ਆ, ਅਸੀਂ ਲਿਖਣਾ ਤੇ ਪੰਜਾਬੀ ਸਾਹਿਤ ਹੀ ਆ, ਤੇ ਉਹਦੇ ਵਿੱਚ ਜ਼ਿਕਰ ਬੇਸ਼ੱਕ ਇੱਥੇ ਦੀਆਂ ਘਟਨਾਵਾਂ, ਇੱਥੇ ਦੇ ਜਿਹੜੀਆਂ ਥਾਵਾਂ ਆ ਉਹਨਾਂ ਦਾ ਜ਼ਿਕਰ ਹੋਵੇ, ਇੱਥੇ ਦੇ ਪਾਤਰ ਹੋਣ, ਪਰ ਅਲਟੀਮੇਟਲੀ ਉਹ ਪੰਜਾਬੀ ਦੀ ਹੀ ਕਿਤਾਬ ਆ। ਅਤੇ ਜੇ ਤੁਸੀਂ ਉਹਨਾਂ ਨੂੰ ਕਿਸੇ ਚੰਗੇ ਢੰਗ ਨਾਲ ਪਰੋ ਲੈਂਦੇ ਆ ਸਾਰੀਆਂ ਚੀਜ਼ਾਂ ਨੂੰ, ਇੱਕ ਸੋਹਣਾ ਡਾਕੂਮੈਂਟ ਬਣਾ ਕੇ ਦੇ ਦਿੰਦੇ ਆ, ਅਤੇ ਮੇਰਾ ਨਹੀਂ ਖਿਆਲ ਕਿ ਇਹ ਕਿਹਾ ਜਾਣਾ ਚਾਹੀਦਾ ਵੀ ਇਹ ਬਾਹਰਲੇ ਦਾ ਲਿਖਿਆ ਆ ਜਾਂ ਇਹਦਾ। ਤੁਸੀਂ ਉਹਦੀ ਰਚਨਾ ਨੂੰ ਪਰਖੋ, ਇਹ ਨਾ ਦੇਖੋ ਬੰਦਾ ਕਿੱਥੇ ਰਹਿੰਦਾ। ਲੇਖਕ ਕਈ ਤਰ੍ਹਾਂ ਦੇ ਨੇ ਜੀ। ਕਈ ਲੇਖਕ ਜ਼ਿਆਦਾ ਜਿਹੜਾ ਫੋਕਸ ਉਹਨਾਂ ਦਾ ਕ੍ਰਿਟਿਸਿਜ਼ਮ ਦੇ ਉੱਤੇ ਵੀ ਹੁੰਦਾ ਹੈ। ਜੀ ਬਿਲਕੁਲ। ਜਿਹੜਾ ਇੱਕ ਲੇਖਕ ਆ ਉਹ ਇੱਕ ਕ੍ਰਿਟਿਕ ਤੋਂ ਕਈ ਵਾਰ ਝੇਂਪਦਾ ਵੀ ਹੈ, ਡਰਦਾ ਵੀ ਹੈ, ਅਤੇ ਬਹੁਤ ਕੁਝ ਸਿੱਖਦਾ ਵੀ ਹੈ। ਬਿਲਕੁਲ ਬਿਲਕੁਲ। ਕੀ ਕ੍ਰਿਟਿਕਸ ਨੂੰ ਚੁਣਿਆ ਜਾ ਸਕਦਾ? ਇਹਦੇ ਵਿੱਚ ਵੀ ਜਿੱਦਾਂ ਨਾ ਹੌਲੀ ਹੌਲੀ ਤੁਹਾਨੂੰ ਕਲੀਅਰ ਹੁੰਦੇ ਆ। ਜਿੱਦਾਂ ਮੈਂ ਆਪਣੇ ਲੈਵਲ ਦੀ ਗੱਲ ਕਰਾਂ, ਜਿੱਦਾਂ ਮੈਂ ਤੁਰਿਆ ਆ ਕਿ ਮੈਂ ਆਲੇ ਦੁਆਲੇ ਜਿਹੜੇ ਲੋਕਾਂ ਤੋਂ ਸਿੱਖਿਆ, ਵਾਕਈ ਮੈਂ ਕ੍ਰਿਟਿਕਸ ਤੋਂ ਜ਼ਿਆਦਾ ਸਿੱਖਿਆ ਜਿਹੜੇ ਮੈਨੂੰ ਟੋਕਦੇ ਆ, ਹੈ ਨਾ, ਕਿ ਤੇਰੀ ਆਹ ਗੱਲ ਗਲਤ ਆ, ਇੱਦਾਂ ਨਹੀਂ ਸੀ ਹੋਣੀ ਚਾਹੀਦੀ। ਔਰ ਬਹੁਤ ਜ਼ਰੂਰੀ ਨਹੀਂ ਹਰ ਵਾਰੀ ਉਹ ਠੀਕ ਹੋਣ, ਬਹੁਤ ਵਾਰੀ ਇਹ ਵੀ ਹੁੰਦਾ ਕਿ ਉਹਨਾਂ ਦਾ ਖਿਆਲ ਹੁੰਦਾ ਆ ਪਰ ਮੈਂ ਉਹਦੇ ਨਾਲ ਸਹਿਮਤ ਨਹੀਂ, ਹੈ ਨਾ। ਪਰ ਫਿਰ ਵੀ ਜੇ ਕੋਈ 10 ਵਾਰੀ ਮੈਨੂੰ ਟੋਕਦਾ ਆ ਤਾਂ ਹੋ ਸਕਦਾ 4 ਕੁ ਵਾਰੀ ਉਹ ਸਹੀ ਹੋਵੇ, ਮੈਂ ਗਲਤ ਹੋਵਾਂ, ਹੈ ਨਾ। ਉੱਥੇ ਮੈਂ ਇੱਕ ਤਰ੍ਹਾਂ ਉਹਦੇ ਕੋਲੋਂ ਸਿੱਖ ਲਿਆ, ਹੈ ਨਾ। ਅਤੇ ਕ੍ਰਿਟਿਕ ਚੁਣਨਾ ਤੇ ਮੈਨੂੰ ਪਤਾ ਨਹੀਂ ਚੁਣਿਆ ਜਾ ਸਕਦਾ ਨਹੀਂ ਜਾ ਸਕਦਾ, ਪਰ ਇਹ ਜ਼ਰੂਰ ਮੈਂ ਕਹਿ ਦਿੰਦਾ ਕਿ ਕ੍ਰਿਟਿਕਸ ਕੋਲੋਂ ਤੁਸੀਂ ਸਿੱਖਦੇ ਆ ਕਾਫੀ ਕੁਛ। ਬੇਸ਼ੱਕ ਕਈ ਵਾਰੀ ਉਹ ਜਿਹੜਾ ਕ੍ਰਿਟਿਕ ਆ ਉਹ ਆਪਣੀ ਈਗੋ ਨੂੰ ਹੀ ਪੱਠੇ ਪਾ ਰਿਹਾ ਹੁੰਦਾ ਵਾ ਬਹੁਤੀ ਵਾਰੀ, ਵੀ ਉਹਨੇ ਤੁਹਾਨੂੰ ਛੋਟਾ ਦਿਖਾਉਣਾ ਹੁੰਦਾ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਚਲੋ ਜੇ ਕੁਛ ਕਹਿੰਦਾ ਆ ਐਟਲੀਸਟ ਇਹਨੇ ਮੇਰਾ ਪੜ੍ਹਿਆ ਤਾਂ ਹੀ ਕਹਿ ਰਿਹਾ ਨਾ, ਮੈਨੂੰ ਪੜ੍ਹਿਆ ਤਾਂ ਹੈ ਇਹਨੇ, ਹੈ ਨਾ। ਮੈਨੂੰ ਪੜ੍ਹ ਕੇ ਵਿੱਚ ਟੋਕਾ ਟਕਾਈ ਕਰ ਰਿਹਾ, ਚਲੋ ਜੇ ਮੈਨੂੰ ਇਹਦੀ ਗੱਲ ਲੱਗਦੀ ਆ ਮਨ ਨੂੰ ਤਾਂ ਮੈਂ ਲੈ ਲੈਣਾ, ਅਤੇ ਜੇ ਨਹੀਂ ਲੱਗਦੀ ਤਾਂ ਰਹਿਣ ਦੇਣਾ, ਹੈ ਨਾ, ਛੱਡ ਦੇਣਾ। ਤਾਂ ਮੈਂ ਕਦੀ ਇਹਨਾਂ ਚੀਜ਼ਾਂ ਤੋਂ ਖਿਜਿਆ ਨਹੀਂ। ਚੁਣਨ ਦੀ ਗੱਲ ਮੈਂ ਤਾਂ ਕੀਤੀ ਸੀ, ਆਮ ਕਰਕੇ ਇਹ ਹੁੰਦਾ ਕਿ ਜਿਨ੍ਹਾਂ ਦੇ ਨਾਲ ਤੁਹਾਡਾ ਕੰਫਰਟ ਲੈਵਲ ਬਰਾਬਰ ਜਿਹਾ ਹੁੰਦਾ, ਤੁਹਾਨੂੰ ਲੱਗਦਾ ਕਿ ਵੀ ਹਾਂ ਇਹ ਸਹਿੰਦਾ ਹੀ ਆਲੋਚਨਾ ਕਰਨਗੇ, ਸਹਿੰਦੀ, ਸੋ ਇਹਨਾਂ ਕੋਲੋਂ ਪੜਵਾ ਲੈਂਦੀ ਹਾਂ ਪਹਿਲਾਂ। ਮੈਂ ਤਾਂ ਪੁੱਛੀ ਸੀ ਇਹ ਗੱਲ। ਨਹੀਂ, ਮੈਂ ਉੱਦਾਂ ਤਾਂ ਆਲੋਚਨਾ ਕਿਸੇ ਵੀ ਕਿਸਮ ਦੀ ਹੋਵੇ ਮੈਂ ਲੈ ਲੈਂਦਾ ਉਹਨੂੰ, ਕਿ ਜੋ ਵੀ ਹੈ, ਜੇ ਛਪਣ ਵਾਲਾ ਹੈ ਤਾਂ ਵੀ ਦੱਸ ਦਿਓ, ਜੇ ਨਹੀਂ ਛਪਣ ਵਾਲਾ ਡੋਂਟ ਵਰੀ, ਮੈਂ ਆਪੇ ਇਹਨੂੰ ਕਰੂੰਗਾ ਕੁਛ, ਹੈ ਨਾ। ਮੈਂ ਇਸ ਲੈਵਲ ਤੱਕ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਕਿ ਇਮਾਨਦਾਰੀ ਨਾਲ ਦੱਸਿਓ ਵੀ ਇਹ ਛਪਣ ਵਾਲੀ ਹੈ ਚੀਜ਼, ਜਾਂ ਤੁਹਾਨੂੰ ਲੱਗਾ ਇਹਦੇ ਵਿੱਚ ਕੁਛ, ਹੈ ਨਾ। ਜੇ ਨਹੀਂ ਵੀ ਲੱਗਾ ਤਾਂ ਕੋਈ ਨਹੀਂ, ਮੈਂ ਇਹਨੂੰ ਰਿਜੈਕਟ ਵੀ ਕਰ ਦੂੰਗਾ, ਹੈ ਨਾ। ਕਦੇ ਕਿਸੇ ਦੇ ਸ਼ਬਦਾਂ ਨੇ ਡਿਸਕਰੇਜ ਵੀ ਕੀਤਾ ਤੁਹਾਨੂੰ? ਅਸਲ 'ਚ ਡਿਸਕਰੇਜ ਨਹੀਂ, ਕਈ ਵਾਰੀ ਆਪਾਂ ਉਸ ਚੀਜ਼ ਨੂੰ ਕ੍ਰਿਟਿਸਿਜ਼ਮ ਨੂੰ ਡਿਸਕਰੇਜ ਆਪੇ ਹੀ ਹੋ ਜਾਂਦੇ ਹਾਂ। ਉਹ ਤਾਂ ਸਾਡੇ 'ਤੇ ਡਿਪੈਂਡ ਹੈ, ਅਸੀਂ ਡਿਸਕਰੇਜ ਹੋਣਾ ਉਹ ਤੋਂ ਜਾਂ ਉਹਦੇ ਤੋਂ ਕੁਛ ਸਿੱਖ ਕੇ ਅੱਗੇ ਵਧਣਾ, ਹੈ ਨਾ। ਅਤੇ ਮੈਨੂੰ ਵੈਸੇ ਡਿਸਕਰੇਜ ਨਹੀਂ ਕਿਸੇ ਨੇ ਕੀਤਾ। ਮੈਂ ਕਈ ਵਾਰੀ ਮੈਂ ਕੇਅਰ ਵੀ ਨਹੀਂ ਕਰਦਾ ਕਈਆਂ ਦੀ, ਜਿਹਨੂੰ ਮੈਂ ਸਮਝਾ ਨਾ ਕਿ ਆਹ ਬੰਦਾ ਜਿਹੜਾ ਆ ਇਹ ਵਾਕਿਆ ਹੀ ਮੇਰੇ ਨਾਲੋਂ ਬੈਟਰ ਆ ਔਰ ਮੈਨੂੰ ਕੁਛ ਦੱਸੂਗਾ ਤਾਂ ਉਹਦੇ ਵਿੱਚ ਕੁਛ ਦਮ ਆਊਗਾ, ਹੈ ਨਾ। ਕਈ ਵਾਰੀ ਕਈ ਇਹੋ ਜਿਹੇ ਲੋਕ ਵੀ ਦੱਸਣ ਆ ਜਾਂਦੇ ਜਿਨ੍ਹਾਂ ਨੂੰ ਮੈਂ ਹੀ ਨਹੀਂ ਲੇਖਕ ਸਮਝਦਾ, ਹੈ ਨਾ। ਉਹ ਮੈਨੂੰ ਦੱਸਣ ਲੱਗ ਜਾਂਦੇ ਇੱਦਾਂ ਦਾ, ਹੈ ਨਾ। ਫਿਰ ਮੈਂ ਉਹਨਾਂ ਦੀ ਬੜੀ ਪਰਵਾਹ ਨਹੀਂ ਕਰਦਾ, ਮੈਂ ਓਕੇ ਜੀ ਥੈਂਕ ਯੂ ਤੁਹਾਡਾ, ਤੁਸੀਂ ਆਏ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਜਦ ਮੈਨੂੰ ਇਹਨਾਂ ਦੀ ਲਿਖਣੀ ਨਹੀਂ ਪਸੰਦ ਅਤੇ ਫਿਰ ਮੈਂ ਇਹਨਾਂ ਦੀ ਗੱਲ ਕਿਉਂ ਮੰਨਾਂ, ਹੈ ਨਾ। ਤੁਸੀਂ ਉਹਨਾਂ ਤੋਂ ਹੀ ਪ੍ਰਭਾਵਿਤ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਤੋਂ ਬੈਟਰ ਜਾਂ ਆਪਣੇ ਬਰਾਬਰ ਸਮਝਦੇ ਹਨ। ਅਤੇ ਜਦੋਂ ਤੁਹਾਨੂੰ ਲੱਗਦਾ ਕਿ ਨਹੀਂ ਇਸ ਬੰਦੇ ਦੀ ਲੇਖਣੀ ਨੇ ਮੈਨੂੰ ਕਦੀ ਪ੍ਰਭਾਵਿਤ ਨਹੀਂ ਕੀਤਾ ਅਤੇ ਇਹ ਮੈਨੂੰ ਹੁਣ ਸਲਾਹ ਦੇਣ ਆ ਗਿਆ ਕੋਈ, ਹੈ ਨਾ। ਅਕਸਰ ਆਪਾਂ ਇਹ ਗੱਲ ਸੁਣਦੇ ਹਾਂ, ਕਹਿੰਦੇ ਲੇਖਕ ਦਾ ਵੈਰੀ ਹੁੰਦਾ, ਇਹ ਵੀ ਸੁਣਿਆ। ਪਰ ਇੱਥੇ ਮੈਂ ਤੁਹਾਡਾ ਜਿਹੜਾ ਸਪੈਸ਼ਲੀ ਗਜ਼ਲ ਮੰਚ ਸਰੀ ਦੇ ਵਿੱਚ 1-2 ਵਾਰ ਜਾਣ ਦਾ ਮੈਨੂੰ ਮੌਕਾ ਮਿਲਿਆ। ਤੁਸੀਂ ਸਾਰੇ ਬੜੇ ਸਪੋਰਟਿਵ ਹੋ ਇੱਕ ਦੂਸਰੇ ਦੇ। ਦਵਿੰਦਰ ਗੌਤਮ ਹੁਣੀ ਹੋ, ਤੁਸੀਂ ਹੋ, ਮਨਪ੍ਰੀਤ ਹੁਣੀ ਆ, ਜਸਵਿੰਦਰ ਹੁਣੀ ਆ, ਈਵਨ ਤੁਹਾਡੇ ਆਪਣੇ ਸਭ ਦੇ ਉਸਤਾਦ ਕ੍ਰਿਸ਼ਨ ਭਨੋਟ ਹੁਣੀ। ਬੜਾ ਅਜੀਬ ਤਰ੍ਹਾਂ ਦਾ ਤੁਹਾਡਾ ਬੜਾ ਪਿਆਰਾ ਜਿਹਾ ਰਿਸ਼ਤਾ ਨਜ਼ਰ ਆਉਂਦਾ, ਲੱਗਦਾ ਨਹੀਂ ਕਿ ਇੱਕ ਦੂਜੇ ਦੀ ਖਿੱਚ ਤਾਣ ਕੋਈ ਕਰਦਾ। ਨਹੀਂ, ਇਹ ਚੀਜ਼ ਜਿਹੜੀ ਨਾ ਸਾਡੇ ਹੱਕ 'ਚ ਬਹੁਤ ਜਾ ਰਹੀ ਆ ਕਿ ਅਸੀਂ ਸਾਰੇ ਹੀ ਨਾ ਜਦੋਂ ਕਿਤੇ ਬਹਿ ਕੇ ਗਜ਼ਲ ਸੁਣਾਈਏ ਨਾ, ਅਸੀਂ ਸਾਰਿਆਂ ਨੂੰ ਖੁੱਲ੍ਹ ਦਿੱਤੀ ਹੁੰਦੀ ਵੀ ਕਿਸੇ ਨੂੰ ਵੀ ਕੁਛ ਲੱਗੇ ਟੋਕ ਦਿਓ, ਹੈ ਨਾ। ਉਹਦੇ ਵਿੱਚ ਚਾਹੇ ਕੋਈ ਨਵਾਂ ਚਾਹੇ ਕੋਈ ਪੁਰਾਣਾ, ਹੈ ਨਾ, ਚਾਹੇ ਕੋਈ ਮਾੜਾ ਚਾਹੇ ਕੋਈ ਚੰਗਾ, ਠੀਕ ਹੈ। ਉਹ ਕਹਿ ਦਿੰਦੇ ਨਹੀਂ ਰਾਜ ਆ ਸ਼ੇਰ ਦੇ ਵਿੱਚ ਆ ਗੱਲ ਨਹੀਂ ਬਣੀ, ਹੈ ਨਾ। ਜਸਵਿੰਦਰ ਭਾਜੀ ਹੋਣੀ ਵੀ ਕਹਿ ਦੇਣਾ ਜਾਂ ਕਿਸੇ ਨੇ ਵੀ ਕਹਿ ਦੇਣਾ, ਉਹਦੇ ਨਾਲ ਉਹਦਾ ਹੋਰ ਬੈਟਰ ਹੋ ਜਾਂਦੀ ਚੀਜ਼। ਅਤੇ ਇਸ ਕਰਕੇ ਬਾਕੀ ਹੈ ਕਿ
ਅਸੀਂ ਤੇ ਕਦੀ ਇਦਾਂ ਸੋਚਿਆ ਨਹੀਂ ਵੀ ਕੌਣ ਚੰਗਾ ਲਿਖਦਾ ਕੌਣ ਮਾੜਾ ਲਿਖਦਾ। ਕਈ ਵਾਰੀ ਦੂਸਰੇ ਸਾਨੂੰ ਫੋਨ ਕਰਕੇ ਆ ਉਹ ਮਨਪ੍ਰੀਤ ਇਦਾਂ ਦਾ ਆ ਤੂੰ ਇਦਾਂ ਦਾ ਆ ਜਾਂ ਗੌਤਮ ਇਦਾਂ ਦਾ ਤੂੰ ਇਦਾਂ ਦਾ, ਹੈ ਨਾ। ਜੇ ਕੋਈ ਕਵੇ ਵੀ ਤੇ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਭਾਈ ਸਾਰੇ ਆਪੋ ਆਪਣੇ ਥਾਂ ਚੰਗੇ ਸ਼ਾਇਰ ਆ। ਠੀਕ ਹੈ। ਜਿੱਦਾਂ ਦਾ ਉਹਨੇ ਲਿਖਣਾ ਉੱਦਾਂ ਦਾ ਮੈਂ ਨਹੀਂ ਲਿਖ ਸਕਦਾ, ਜਿੱਦਾਂ ਦਾ ਮੈਂ ਲਿਖਣਾ ਉੱਦਾਂ ਦਾ ਉਹ ਨਹੀਂ ਲਿਖ ਸਕਦਾ। ਇਹ ਚੀਜ਼ ਧੱਕੇ ਨਾਲ ਨਹੀਂ ਹੁੰਦੀ, ਇਹ ਸਿਰਜਣਾ ਅੰਦਰੋਂ ਆਉਂਦੀ ਆ। ਜਿਹੜਾ ਮੈਂ ਆ ਉਹ ਮੈਂ ਹੀ ਰਹਿਣਾ, ਹੈ ਨਾ। ਬਿਲਕੁਲ। ਇਹ ਇੱਕ ਦੱਸਾਂ ਕਿ ਇਹ ਬਹੁਤ ਵੱਖਰਾ ਪਰਸਪੈਕਟਿਵ ਆ, ਕਿਉਂਕਿ ਇਹਦੇ ਵਿੱਚ ਇੱਕ ਕੈਨੇਡੀਅਨ ਪਰਸਪੈਕਟਿਵ ਵੀ ਸ਼ਾਮਿਲ ਹੋ ਗਿਆ ਦੇਖਣ ਦਾ। ਇੱਥੇ ਆ ਕੇ ਆਪਣੀ ਸੋਚ ਜਿਹੜੀ ਆ ਇਹ ਬਦਲਦੀ ਆ, ਆਪਣੀ ਇੱਥੇ ਵੀ ਆ ਕੇ ਗਰੂਮਿੰਗ ਹੁੰਦੀ ਆ। ਜਿਸ ਢੰਗ ਦੇ ਨਾਲ ਉੱਥੇ ਲੇਖਕ ਵਿਚਰਦੇ ਆ ਨਾ, ਉਹ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਆ, ਉਹ ਥੋੜ੍ਹਾ ਜਿਹਾ ਨਜ਼ਰੀਆ ਵੀ ਵੱਖਰਾ ਹੈ। ਇਸ ਕਰਕੇ ਵੀ ਜਿਹੜਾ ਤੁਹਾਡਾ ਪਰਸਪੈਕਟਿਵ ਇਹ ਵੱਖਰਾ ਨਜ਼ਰ ਆ ਰਿਹਾ ਕਿ ਤੁਸੀਂ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਹੋ, ਇੱਕ ਦੂਸਰੇ ਦੀ ਜਿਹੜੀ ਪੋਜ਼ੀਟਿਵ ਨੈਗੇਟਿਵ ਆ ਹਰ ਇੱਕ ਚੀਜ਼ ਨੂੰ ਤੁਸੀਂ ਐਕਸੈਪਟ ਕਰ ਰਹੇ ਹੋ। ਬਿਲਕੁਲ ਬਿਲਕੁਲ। ਇਹ ਤੇ ਹੁੰਦਾ ਹੀ ਆ ਕਿ ਜੇ ਤੁਸੀਂ ਕਿਸੇ ਨੂੰ ਐਕਸੈਪਟ ਕਰਨਾ ਤੇ ਉਹਦੀਆਂ ਕਮੀਆਂ ਦੇ ਨਾਲ ਹੀ ਕਰਨਾ ਪਊਗਾ, ਹੈ ਨਾ। ਜੇ ਤੁਸੀਂ ਕਹੋ ਕਿ ਕਮੀਆਂ ਘਰ ਛੱਡ ਕੇ ਆ ਮੈਂ ਤੈਨੂੰ ਤਾਂ ਐਕਸੈਪਟ ਕਰਨਾ, ਫਿਰ ਤੁਸੀਂ ਕਿਸੇ ਨੂੰ ਕਰ ਹੀ ਨਹੀਂ ਸਕਦੇ, ਕਿਉਂਕਿ ਕੋਈ ਵੀ ਸੰਪੂਰਨ ਤੇ ਹੈ ਨਹੀਂ। ਹਰੇਕ ਬੰਦੇ ਦੇ ਵਿੱਚ ਕਮੀਆਂ ਤੇ ਹੁੰਦੀਆਂ ਹੀ ਆ। ਬਿਲਕੁਲ। ਸਮਾਂ ਆਪਣੇ ਕੋਲ ਥੋੜ੍ਹਾ, ਮੈਂ ਚਾਹੁੰਦੀ ਸੀ ਕਿ ਜੇ ਤੁਸੀਂ ਤਰੰਨਮ ਦੇ ਵਿੱਚ ਕੁਝ ਸਾਡੇ ਸੁਣਨ ਵਾਲਿਆਂ ਨੂੰ ਆਪਣਾ ਸੁਣਾ ਸਕੋ ਕੁਝ ਸ਼ੇਅਰ। ਤਰੰਨਮ 'ਚ ਮੈਂ ਕੋਸ਼ਿਸ਼ ਕਰ ਲੈਂਦਾ ਨਵਜੋਤ ਜੀ, ਮੈਂ ਕੋਈ ਬੜਾ ਕੌਨਫੀਡੈਂਟ ਨਹੀਂ ਗਾ ਤਰੰਨਮ ਦੇ ਵਿੱਚ। ਤੇ ਮੈਂ ਸੁਣਿਆ ਤੁਹਾਨੂੰ ਗਾਉਂਦੇ ਹੋਏ ਤਾਂ ਮੈਂ ਕਹਿ ਰਹੀ ਹਾਂ। ਕਈ ਵਾਰੀ ਚੰਗਾ ਗਾਇਆ ਜਾਂਦਾ। ਹਾਂਜੀ। ਗਜ਼ਲ ਆ। ਤੇਰੇ ਬੁੱਲਾਂ ਤੇ ਜੇ ਹਰ ਜਨਮ ਵਿੱਚ ਇਨਕਾਰ ਹੀ ਰਹਿਣਾ, ਤੇਰੇ ਬੁੱਲਾਂ ਤੇ ਜੇ ਹਰ ਜਨਮ ਵਿੱਚ ਇਨਕਾਰ ਹੀ ਰਹਿਣਾ, ਤਾਂ ਮੈਂ ਵੀ ਹੋਂਦ ਤੇ ਅਣਹੋਂਦ ਦੇ ਵਿਚਕਾਰ ਹੀ ਰਹਿਣਾ, ਤੇਰੇ ਬੁੱਲਾਂ ਤੇ। ਬਹੁਤ ਵਧੀਆ, ਬਹੁਤ ਵਧੀਆ। ਤੂੰ ਇਸੇ ਜਨਮ ਵਿੱਚ ਮੈਨੂੰ ਜੇ ਮਿਲ ਜਾਂਦਾ ਤਾਂ ਚੰਗਾ ਸੀ, ਤੂੰ ਇਸੇ ਜਨਮ ਵਿੱਚ ਮੈਨੂੰ ਜੇ ਮਿਲ ਜਾਂਦਾ ਤਾਂ ਚੰਗਾ ਸੀ, ਮੇਰੇ ਆਵਾਗਵਣ ਦਾ ਹੁਣ ਤੇਰੇ ਸਿਰ ਪਾਰ ਹੀ ਰਹਿਣਾ, ਮੇਰੇ ਆਵਾਗਵਣ ਦਾ ਹੁਣ ਤੇਰੇ ਸਿਰ ਪਾਰ ਹੀ ਰਹਿਣਾ। ਬਹੁਤ ਵਧੀਆ। ਇਹਨਾਂ ਵਿੱਚ ਤਰਨ ਡੁੱਬਣ ਦੀ ਇਜਾਜ਼ਤ ਨਾ ਮਿਲੀ ਮੈਨੂੰ, ਇਹਨਾਂ ਵਿੱਚ ਤਰਨ ਡੁੱਬਣ ਦੀ ਇਜਾਜ਼ਤ ਨਾ ਮਿਲੀ ਮੈਨੂੰ, ਮੈਂ ਇਹਨਾਂ ਪਾਣੀਆਂ ਦਾ ਸਿਰਫ ਪਹਿਰੇਦਾਰ ਹੀ ਰਹਿਣਾ, ਮੈਂ ਇਹਨਾਂ ਪਾਣੀਆਂ ਦਾ ਸਿਰਫ ਪਹਿਰੇਦਾਰ ਹੀ ਰਹਿਣਾ, ਤੇ ਮੈਂ ਵੀ ਹੋਂਦ ਤੇ ਅਣਹੋਂਦ ਦੇ ਵਿਚਕਾਰ ਹੀ ਰਹਿਣਾ। ਬਹੁਤ ਵਧੀਆ, ਬਹੁਤ ਵਧੀਆ। ਆਖਰੀ ਸ਼ੇਰ ਹੈ ਕਿ ਉਹ ਮੇਰੇ ਨਾਲ ਲੜ ਕੇ ਮੰਨ ਜਾਂਦਾ ਫੇਰ ਲੜ ਪੈਂਦਾ, ਉਹ ਮੇਰੇ ਨਾਲ ਲੜ ਕੇ ਮੰਨ ਜਾਂਦਾ ਫੇਰ ਲੜ ਪੈਂਦਾ, ਚਲੋ ਛੱਡੋ ਪਰਾਂ ਇਸ ਪਿਆਰ ਨੇ ਤਾਂ ਪਿਆਰ ਹੀ ਰਹਿਣਾ,
ਚਲੋ ਛੱਡੋ ਪਰਾਂ ਇਸ ਪਿਆਰ ਨੇ ਤਾਂ ਪਿਆਰ ਹੀ ਰਹਿਣਾ ਤੇਰੇ ਬੁੱਲਾਂ ਤੇ ਜੇ ਹਰ ਜਨਮ ਵਿੱਚ ਇਨਕਾਰ ਹੀ ਰਹਿਣਾ ਤਾਂ ਮੈਂ ਵੀ ਹੋਂਦ ਤੇ ਅਣਹੋਂਦ ਦੇ ਵਿਚਕਾਰ ਹੀ ਰਹਿਣਾ। ਬਹੁਤ ਵਧੀਆ, ਬਹੁਤ ਸ਼ਾਨਦਾਰ, ਬੜਾ ਚੰਗਾ ਲੱਗਾ। ਸਮਾਂ ਆਲਮੋਸਟ ਸਾਡੇ ਕੋਲ ਖਤਮ ਹੋ ਗਿਆ। ਮੈਂ ਇੱਕ ਦੋ ਗੱਲਾਂ ਜੇ ਤੁਸੀਂ ਜਾਂਦੇ ਜਾਂਦੇ ਹੋਰ ਦੱਸ ਸਕੋ ਜੀ ਕਿ ਜਦੋਂ ਲਿਖਣਾ ਸ਼ੁਰੂ ਕਰਦੇ ਹੋ ਤੁਸੀਂ ਜੀ, ਉਸ ਤੋਂ ਪਹਿਲਾਂ ਦੇ ਪ੍ਰੋਸੈਸ ਦਾ ਦੱਸਿਆ, ਲਿਖਣ ਦੇ ਪ੍ਰੋਸੈਸ ਦਾ ਦੱਸਿਆ ਵੀ ਜਦੋਂ ਬੰਦਾ ਲਿਖ ਰਿਹਾ ਹੈ ਕਿ ਲਿਖਣ ਦੇ ਵਿੱਚ ਵੀ ਕੋਈ ਮੁਕਾਮ ਹੁੰਦੇ ਆ ਜਿਹੜੇ ਮਿੱਥੇ ਜਾਂਦੇ ਆ ਕਿ ਵੀ ਮੈਂ ਕਿੱਥੇ ਤੱਕ ਪਹੁੰਚਣਾ, ਮੈਂ ਕੀ ਕਰਨਾ ਚਾਹੁੰਦਾ। ਤੁਸੀਂ ਕਦੇ ਇੱਦਾਂ ਵੀ ਮਹਿਸੂਸ ਕੀਤਾ? ਮੁਕਾਮਾਂ ਦੀ ਗੱਲ ਕਰੀਏ ਤਾਂ ਪਹਿਲੋਂ ਤਾਂ ਇਹੋ ਹੀ ਮੁਕਾਮ ਹੁੰਦਾ ਕਿ ਜੋ ਮੈਂ ਲਿਖਿਆ ਇਹ ਮੇਰੇ ਆਲੇ ਦੁਆਲੇ ਜੋ ਸੁਣਦੇ ਆ ਇਹਨੂੰ ਪ੍ਰਵਾਨ ਕਰ ਲੈਣ ਕਿ ਹਾਂ ਵੀ ਤੂੰ ਲਿਖਿਆ, ਤੂੰ ਇਹ ਵਾਕਈ ਕੁਛ ਲਿਖਿਆ ਹੈ ਨਾ। ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਕਿ ਤੁਹਾਡੇ ਉਹ ਦੋਸਤ ਮਿੱਤਰ ਪ੍ਰਵਾਨ ਕਰਨ ਜਿਨ੍ਹਾਂ ਨੂੰ ਤੁਸੀਂ ਇੰਟਲੈਕਚੁਅਲ ਸਮਝਦੇ ਆ ਜਾਂ ਸਮਝਦੇ ਕਿਸੇ ਕਾਬਲ ਹੈ ਨਾ। ਫਿਰ ਜਦੋਂ ਉਹ ਵੀ ਪ੍ਰਵਾਨ ਕਰ ਲੈਂਦੇ ਫਿਰ ਤੁਹਾਡਾ ਅਗਲਾ ਮੁਕਾਮ ਹੋ ਜਾਂਦਾ ਕਿ ਹੁਣ ਤੁਹਾਨੂੰ ਇਸ ਫੀਲਡ ਦੇ ਲੋਕ ਜਿਹੜੇ ਉਹ ਪ੍ਰਵਾਨ ਕਰਨ, ਜਿਹੜੇ ਚੰਗੇ ਮੰਨੇ ਹੋਏ ਆ ਇੰਟਰਨੈਸ਼ਨਲੀ ਕਹਿ ਲਓ ਜਾਂ ਆਲੇ ਦੁਆਲੇ ਹੈ ਨਾ। ਜਿੱਦਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਪਹਿਲੋਂ ਕਿ ਜਦੋਂ ਇੰਡੀਆ ਦੇ ਚੰਗੇ ਗਜ਼ਲਕਾਰਾਂ ਨੇ ਕਿਤੇ ਮੇਰਾ ਨਾਂ ਲਿਆ ਹੈ ਨਾ ਕਿ ਕੈਨੇਡਾ ਦੇ ਵਿੱਚ ਮੁੰਡਾ ਲਿਖਦਾ ਬਹੁਤ ਵਧੀਆ ਹੈ ਨਾ। ਜਿੱਦਾਂ ਇੱਦਾਂ ਮੈਨੂੰ ਲੱਗਦਾ ਕਿ ਮੁਕਾਮ ਇੱਦਾਂ ਹੌਲੀ ਹੌਲੀ ਤੁਹਾਡਾ ਅਗਲਾ ਸਟੈਪ ਕਰਕੇ ਤੁਸੀਂ ਚੜ੍ਹਦੇ ਜਾਂਦੇ ਹੈ ਨਾ। ਅਤੇ ਮੈਨੂੰ ਤਾਂ ਇੱਥੇ ਕੁ ਜਾ ਕੇ ਹੀ ਤਸੱਲੀ ਹੋ ਗਈ ਕਿ ਹੁਣ ਮੈਨੂੰ ਜਾਣਨ ਲੱਗ ਗਏ ਆ ਕਾਫੀ ਲੋਕ ਵੀ ਐਸੇ ਗਜ਼ਲ ਕੋ, ਅਤੇ ਮੇਰੇ ਮੁਕਾਮਾਂ ਦਾ ਤਾਂ ਬਸ ਇੰਨਾ ਕੀ ਸਿਲਸਿਲਾ ਸੀਗਾ। ਠੀਕ ਹੈ। ਹਾਂਜੀ। ਸੋ ਸਮਾਂ ਕਿਵੇਂ ਕੱਢਦੇ ਹੋ ਆਪਣਾ? ਤੁਸੀਂ ਦੱਸਿਆ ਕਿ ਤੁਸੀਂ ਟਰਾਂਜ਼ਿਟ ਦੇ ਵਿੱਚ ਕੰਮ ਕਰਦੇ ਹੋ। ਤੁਸੀਂ ਬੱਸ ਡਰਾਈਵ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ? ਮੈਨੂੰ 12 ਸਾਲ ਹੋ ਗਏ। 12 ਸਾਲ ਹੋ ਗਏ। ਹਾਂਜੀ। ਅਤੇ ਲਿਖਣ ਦਾ ਕੋਈ ਸਮਾਂ ਮਿੱਥਿਆ ਹੋਇਆ ਜਾਂ ਜਦ ਕੋਈ ਖਿਆਲ ਆ ਗਿਆ ਉਸ ਵੇਲੇ ਤੁਹਾਨੂੰ ਲੱਗਦਾ ਕਿ ਨਹੀਂ ਹੁਣ ਮੈਨੂੰ ਰੁਕ ਜਾਣਾ ਚਾਹੀਦਾ, ਮੈਨੂੰ ਲਿਖ ਲੈਣਾ ਚਾਹੀਦਾ? ਇਹ ਵੀ ਗੱਲ ਤੁਹਾਡੀ ਬੜੀ ਇੰਪੋਰਟੈਂਟ ਆ ਕਿ ਕਈ ਵਾਰੀ ਤੁਸੀਂ ਪੁਆਇੰਟ A ਤੋਂ ਪੁਆਇੰਟ B ਤੱਕ ਜਾਣਾ ਹੁੰਦਾ ਅਤੇ ਪੁਆਇੰਟ A 'ਤੇ ਤੁਰਨ ਲੱਗੇ ਤੁਹਾਡੇ ਦਿਮਾਗ ਦੇ ਵਿੱਚ ਕੁਛ ਆ ਜਾਂਦਾ ਹੈ ਨਾ। ਅਤੇ ਉਹ ਕਈ ਵਾਰੀ ਤੁਹਾਨੂੰ ਕਾਫੀ ਸਟਰਗਲ ਕਰਨੀ ਪੈਂਦੀ ਕਿ ਪੁਆਇੰਟ B ਤੱਕ ਜਾਂਦੇ ਜਾਂਦੇ ਇਹ ਜੋ ਬਣਤਰ ਇੱਦਾਂ ਹੀ ਰਹਿ ਜਾਵੇ, ਕਿਤੇ ਉੱਧਰ ਜਾ ਕੇ ਮੈਨੂੰ ਉਲਟਾ ਪੁਲਟਾ ਨਾ ਹੋ ਜਾਵੇ ਹੈ ਨਾ। ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਉਹ ਨੋਟ ਕਰ ਲਵੇ, ਜੇ ਰਾਹ ਦੇ ਵਿੱਚ ਕਿਤੇ 2-4 ਮਿੰਟ ਬੱਸ ਖੜ੍ਹਨੀ ਆ ਤਾਂ ਉੱਥੇ ਨਹੀਂ ਤੇ ਪੁਆਇੰਟ B 'ਤੇ ਜਾ ਕੇ ਉਹਨੂੰ ਨੋਟ ਕਰ ਲਿਆ ਜਾਵੇ। ਬੇਸ਼ੱਕ ਉਹਦੇ ਵਿੱਚ ਕਈ ਵਾਰੀ ਬਹਿਰ ਦਾ ਮਸਲਾ ਜਾਂ ਕੋਈ ਹੋਰ ਮਸਲਾ ਹੋ ਸਕਦਾ ਪਰ ਉਹਨੂੰ ਲੇਟਰ ਔਨ ਫਿਕਸ ਕੀਤਾ ਜਾ ਸਕਦਾ। ਪਰ ਜੋ ਇਨੀਸ਼ੀਅਲ ਤੁਹਾਡਾ ਇੱਕ ਬੰਦਿਸ਼ ਬਣੀ ਆ ਦਿਮਾਗ ਦੇ ਵਿੱਚ ਉਹਨੂੰ ਛੇਤੀ ਨੋਟ ਕਰ ਲਿਆ ਜਾਵੇ ਤਾਂ ਹੀ ਵਧੀਆ ਆ। ਅਤੇ ਇੱਦਾਂ ਹੀ ਮੇਰਾ ਸਿਲਸਿਲਾ ਚੱਲਦਾ ਹੁੰਦਾ ਕਿ ਬੱਸ ਦੇ ਉੱਤੇ ਚਲਾਉਂਦੇ ਨੂੰ ਕਈ ਵਾਰੀ ਕੋਈ ਸ਼ੇਰ ਆ ਗਿਆ ਅਤੇ ਮੈਂ ਉਹ ਦੂਸਰੀ ਸਾਈਡ 'ਤੇ ਜਾ ਕੇ ਜ਼ਰੂਰ ਉਹਨੂੰ ਡਾਇਰੀ 'ਤੇ ਲਾ ਲੈਣਾ ਹੁੰਦਾ, ਨੋਟ ਕਰ ਲੈਣਾ ਹੁੰਦਾ। ਇਹ ਮਹਿਜ਼ ਕ੍ਰੀਏਟੀਵਿਟੀ ਹੈ ਜਾਂ ਕੁਛ ਹੋਰ ਵੀ ਆ? ਪਤਾ ਨਹੀਂ, ਇਸ ਗੱਲ ਦੀ ਅੱਜ ਤੱਕ ਮੈਨੂੰ ਵੀ ਸਮਝ ਨਹੀਂ ਆਈ ਕਿ ਇਹ ਕੀ ਆ, ਕਿੱਥੋਂ ਤੁਹਾਨੂੰ ਖਿਆਲ ਆਉਂਦੇ। ਇੱਕ ਹੈਰਾਨੀ ਦੀ ਨਵਜੋਤ ਜੀ ਹੋਰ ਵੀ ਗੱਲ ਆ ਕਿ ਕਈ ਵਾਰੀ ਨਾ ਤੁਸੀਂ ਛੁੱਟੀ ਲੈਣਾ ਚਾਹੁੰਦੇ ਆ, ਤੁਸੀਂ ਕਹਿੰਦੇ ਹੁਣ ਮੈਂ 3 ਮਹੀਨੇ ਕੁਛ ਨਹੀਂ ਲਿਖਣਾ ਹੈ ਨਾ, 3 ਮਹੀਨੇ ਆਰਾਮ ਕਰਦੇ ਆ, ਉਹ ਪਰ ਤੁਸੀਂ ਫਿਰ ਵੀ ਲਿਖ ਲੈਂਦੇ ਆ। ਯਾਨੀ ਇਹ ਤੁਹਾਨੂੰ ਪਤਾ ਹੀ ਨਹੀਂ ਕਿਸ ਵੇਲੇ ਆ ਜਾਣਾ। ਅਤੇ ਜੇ ਤੁਸੀਂ ਕਈ ਵਾਰੀ ਹੁੰਦਾ ਕਿ ਮੈਂ ਇੱਕ ਵੀਕ ਛੁੱਟੀ ਆ, ਕੁਛ ਨਾ ਕੁਛ ਲਿਖਾਂਗੇ, ਉਹ ਉੱਦਾਂ ਹੀ ਲੰਘ ਜਾਂਦੀ, ਕੁਛ ਵੀ ਨਹੀਂ ਲਿਖਦੇ ਤੁਸੀਂ ਹੈ ਨਾ। ਇਹ ਕੁਛ ਉਹੀ ਕੁਦਰਤ ਦੀ ਆਮਦ ਆ ਜਿਹੜੀ ਤੁਹਾਡੇ ਦਿਮਾਗ 'ਚ ਆ ਗਈ ਅਤੇ ਬਸ ਆ ਗਈ। ਟਾਈਮ ਕੋਈ ਨਹੀਂ, ਤੁਸੀਂ ਨਾ ਹੀ ਧੱਕੇ ਨਾਲ ਲਿਖ ਸਕਦੇ ਆ ਨਾ ਹੀ ਧੱਕੇ ਨਾਲ ਹਟ ਸਕਦੇ ਆ। ਇਹ ਦੋਨੇ ਲਿਖਣ ਦਾ ਇੱਦਾਂ ਦਾ ਮੇਰਾ ਅਤੇ ਆਪਣੇ ਐਕਸਪੀਰੀਅੰਸ ਤੋਂ ਮੈਂ ਦੱਸਦਾ, ਮੇਰਾ ਸਿਲਸਿਲਾ ਕੁਛ ਇੱਦਾਂ ਦਾ ਰਿਹਾ ਪਹਿਲਾਂ ਤੋਂ। ਸੁਣਨ ਵਾਲਿਆਂ ਨੂੰ ਅਖੀਰ 'ਚ ਕੀ ਕਹੋਗੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਪੜ੍ਹਨ ਵਾਲੇ ਵੀ ਬਣ? ਜੀ ਮੈਂ ਇਹੋ ਹੀ ਸਰੋਤਿਆਂ ਨੂੰ ਕਹੂੰਗਾ ਕਿ ਚੰਗਾ ਪੜ੍ਹੋ, ਜੇ ਕੁਝ ਚੰਗਾ ਲੱਗਦਾ ਤਾਂ ਉਹਨੂੰ ਐਪਰੀਸ਼ੀਏਟ ਕਰੋ, ਸਾਹਿਤ ਨਾਲ ਜੁੜੋ। ਸਾਡੇ ਪੰਜਾਬੀਆਂ ਦੀ ਤਰਾਸਦੀ ਇਹ ਆ ਕਿ ਅਸੀਂ ਕਿਤਾਬਾਂ ਵੱਲ ਬਹੁਤ ਘੱਟ ਮੁੜਦੇ ਹਾਂ ਅਤੇ ਮੁੜਨਾ ਚਾਹੀਦਾ ਆ। ਜਿਹੜਾ ਕਿਤਾਬਾਂ ਤੁਹਾਨੂੰ ਬਹੁਤ ਕੁਛ ਦਿੰਦੀਆਂ ਹੈ ਨਾ ਜੀ। ਅਤੇ ਚੰਗਾ ਪੜ੍ਹੋ, ਚੰਗਾ ਸੁਰਾਓ, ਚੰਗਾ ਜਿਹੜੇ ਲਿਖਣ ਵਾਲੇ ਉਹ ਚੰਗਾ ਲਿਖਣ, ਬਸ ਇਹੋ ਹੀ ਆ ਮੇਰੇ। ਤੁਹਾਡੇ ਆਪਣੇ ਪਸੰਦੀਦਾ ਸ਼ਾਇਰ ਕੌਣ ਨੇ?
ਮੇਰੇ ਪਸੰਦੀਦਾ ਸ਼ਾਇਰ ਆਪਣੇ ਜਸਵਿੰਦਰ ਹੋਣੀ ਹੈਗੇ, ਸੁਰਜੀਤ ਪਾਤਰ ਹੋਣੀ ਹੈਗੇ ਆ ਇੰਡੀਆ ਦੇ ਵਿੱਚ, ਆਪਣੇ ਗੁਰਤੇਜ ਕਹਾਰਵਾਲਾ ਹੋਣੀ, ਆਪਣੇ ਵਿਜੇ ਵਿਵੇਕ ਹੋਣੀ, ਸਾਰੇ ਜਿਹੜੇ ਵੀ ਚਿੰਤਨ ਦੇ ਸ਼ਾਇਰ ਹੈਗੇ ਆ ਹੈ ਨਾ। ਮੁੰਡੇ ਹੋਰ ਉੱਦਾਂ ਬਹੁਤ ਲਿਖ ਰਹੇ, ਆਪਣੇ ਇਹ ਰਮਨ ਸੰਧੂ ਹੋਣੀ ਬਹੁਤ ਵਧੀਆ ਲਿਖ ਰਹੇ ਆ ਹੈ ਨਾ। ਜੋ ਵੀ ਚਿੰਤਨ ਦਾ, ਜਾਣੀ ਹੋ ਸਕਦਾ ਕੋਈ ਬੰਦਾ ਮੈਂ ਉਹਨੂੰ ਜ਼ਿਆਦਾ ਨਾ ਜਾਣਦਾ ਹੋਵਾਂ, ਪਰ ਉਹਦਾ ਇੱਕ ਸ਼ੇਅਰ ਮੈਨੂੰ ਬੜਾ ਅਪੀਲ ਕੀਤਾ ਹੋਵੇ ਵੀ ਆਹ ਸ਼ੇਅਰ ਬਹੁਤ ਵਧੀਆ ਹੈ ਨਾ। ਅਤੇ ਇੱਦਾਂ ਤੁਹਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਗਾਏ ਬਗਾਏ, ਜਿਨ੍ਹਾਂ ਨੂੰ ਤੁਸੀਂ ਨਹੀਂ ਵੀ ਜਾਣਦੇ, ਤੁਸੀਂ ਉਹਨਾਂ ਦੇ ਵੀ ਸ਼ੇਅਰ ਬਹੁਤ ਪਸੰਦ ਕਰ ਲੈਂਦੇ ਕਈ ਵਾਰੀ ਹੈ ਨਾ। ਅਤੇ ਇਹਦੇ ਵਿੱਚ ਕੋਈ ਖਾਸ ਨਹੀਂ ਗੀ, ਪਰ ਕਿਉਂਕਿ ਕਈ ਸ਼ਾਇਰ ਹੁੰਦੇ ਜਿਨ੍ਹਾਂ ਦੀ ਜ਼ਿਆਦਾਤਰ ਰਚਨਾ ਚੰਗੀ ਹੁੰਦੀ ਆ ਹੈ ਨਾ। ਅਤੇ ਉਹਨਾਂ ਦੇ ਵਿੱਚ ਇਹ ਜਸਵਿੰਦਰ ਹੋਣੀ ਜਿੱਦਾਂ ਸਾਡੇ, ਕਿਉਂਕਿ ਇਹਨਾਂ ਨੂੰ ਅਸੀਂ ਉਦੋਂ ਵੀ ਪੜ੍ਹਦੇ ਸੀ ਜਦੋਂ ਅਸੀਂ ਆਪ ਨਹੀਂ ਸੀ ਲਿਖਦੇ ਹੈ ਨਾ। ਪਾਤਰ ਜਸਵਿੰਦਰ ਹੈ ਨਾ, ਉਦੋਂ ਵੀ ਇਹਨਾਂ ਦੀਆਂ ਰਚਨਾਵਾਂ ਚੰਗੀਆਂ ਲੱਗਦੀਆਂ ਸੀ। ਇਹ ਸਾਡੇ ਜਿੱਦਾਂ ਇੱਕ ਤਰ੍ਹਾਂ ਮਹਿਬੂਬ ਸ਼ਾਇਰ ਹੈਗੇ ਆ। ਹਾਂਜੀ, ਕੋਈ ਹੋਰ ਇਹੋ ਜਿਹੀ ਗੱਲ ਸਾਡੇ ਸੁਣਨ ਵਾਲਿਆਂ ਨਾਲ ਤੁਸੀਂ ਕਰਨੀ ਚਾਹੋ ਜਿਹੜੀ ਮੈਂ ਪੁੱਛ ਨਾ ਸਕੀ ਹੋਵਾਂ? ਨਹੀਂ, ਤੁਸੀਂ ਕਾਫੀ ਕੁਝ ਪੁੱਛ ਲਿਆ। ਇੱਦਾਂ ਘੱਟ ਹੀ ਹੁੰਦੀ ਆ ਕਿ ਤੁਸੀਂ ਨਾ ਪੁੱਛੋ। ਤੁਸੀਂ ਜਿਹੜੇ ਲੈਵਲ ਦੇ ਹੋਸਟ ਹੈਗੇ ਹੋ, ਤੁਸੀਂ ਤਕਰੀਬਨ ਸਾਰਾ ਕੁਝ ਪੁੱਛ ਹੀ ਲੈਂਦੇ। ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ, ਥੈਂਕ ਯੂ ਸੋ ਮਚ। ਅਤੇ ਅਗਲਾ ਜਿਹੜੀ ਤੁਹਾਡਾ ਨਾਵਲ ਆ ਰਿਹਾ ਉਹਦੇ ਲਈ ਤੁਹਾਨੂੰ ਬੈਸਟ ਵਿਸ਼ਿਜ਼ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਹੋਰ ਸ਼ਾਇਰੀ ਆ ਸਾਨੂੰ ਪੜ੍ਹਨ ਲਈ, ਸੁਣਨ ਦੇ ਲਈ ਮਿਲਦੀ ਰਹੇਗੀ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਨਵਜੋਤ ਜੀ, ਸਾਰੇ ਸੁਣਨ ਵਾਲਿਆਂ ਦਾ ਅਤੇ ਰੇਡੀਓ ਦਾ ਬਹੁਤ ਬਹੁਤ ਸ਼ੁਕਰੀਆ। ਰਾਜਵੰਤ ਰਾਜ ਉਹਨਾਂ ਦੇ ਨਾਲ ਅੱਜ ਇੰਨੀ ਹੀ ਗੱਲਬਾਤ। ਤੁਸੀਂ ਕੋਈ ਫੀਡਬੈਕ ਦੇਣੀ ਹੋਵੇ ਤਾਂ ਮੈਨੂੰ navjot@sherpunjabradio.ca 'ਤੇ ਈਮੇਲ ਕਰ ਸਕਦੇ ਹੋ। ਧੰਨਵਾਦ।